ਨਵੇਂ ਆ ਜਿਨ੍ਹਾਂ ਨੇ ਜਿਵੇਂ ਗੌਰਵ ਵੀਰ ਨੇ ਪਹਿਲਾਂ ਵੀ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਈ ਵੀ ਕਈਆਂ ਨੂੰ ਹੋ ਸਕਦਾ ਜਪਜੀ ਸਾਹਿਬ ਦੇ ਮੀਨਿੰਗ ਆਉਂਦੇ ਹੋਣ, ਅਰਥ ਚੰਗੀ ਤਰ੍ਹਾਂ ਆਉਂਦੇ ਹੋਣ, ਤੇ ਪਰ ਕਈ ਬੱਚੇ ਜਾਂ ਕਈ ਯੂਥ ਸਾਡਾ ਕਈ ਨੌਜਵਾਨ ਇੱਦਾਂ ਦੇ ਆ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਜਪਜੀ ਸਾਹਿਬ ਤੇ ਗੱਲਬਾਤ ਕਰਨੀ ਆ, ਤਾਂ ਉਹਨਾਂ ਵਾਸਤੇ ਸਾਨੂੰ ਕੁਝ ਬੇਸਿਕ ਗੱਲਾਂ ਜਿਹੜੀਆਂ ਉਹ ਧਿਆਨ 'ਚ ਰੱਖਣੀਆਂ ਪੈਣਗੀਆਂ। ਜਿਵੇਂ ਜਪਜੀ ਸਾਹਿਬ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਹ ਬਾਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹੜੀ ਬਾਣੀ ਕਿਹੜੇ ਗੁਰੂ ਸਾਹਿਬ ਜੀ ਦੀ ਹੈ ਉਹਨੂੰ ਸਮਝਣ ਵਾਸਤੇ ਇੱਕ ਤਰੀਕਾ ਹੁੰਦਾ ਸਾਡੇ ਕੋਲ ਵੀ ਉਹਦੇ ਉੱਪਰ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਪਹਿਲਾ ਏਦਾਂ ਲਿਖਿਆ ਹੁੰਦਾ। ਪਰ ਇਕਲੌਤੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਇਹ ਹੈ ਜਿਹਦੇ ਉੱਪਰ ਸਿਰਲੇਖ ਵਿੱਚ ਕੋਈ ਮਹਲਾ ਪਹਿਲਾ ਜਾਂ ਦੂਜਾ ਤੀਜਾ ਨਹੀਂ ਲਿਖਿਆ ਹੋਇਆ। ਤਾਂ ਸਾਨੂੰ ਕਿਵੇਂ ਸਮਝ ਲੱਗੇ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ? ਜਦੋਂ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਤਾਂ ਸਾਨੂੰ ਜਦੋਂ ਕੋਈ ਸਵਾਲ ਕਰੇ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਕਿਵੇਂ ਹੈ, ਤੇ ਉਹਦੇ 'ਚ ਦੋ ਚੀਜ਼ਾਂ ਧਿਆਨ ਵਿੱਚ ਰੱਖੋ। ਇੱਕ ਤੇ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ, ਕਿਉਂਕਿ ਜਦੋਂ ਵੀ ਕਿਸੇ ਚੀਜ਼ ਨੂੰ ਤੁਸੀਂ ਸਮਝਣਾ ਆ ਉਹਦੀ ਤਰਤੀਬ ਵੇਖਣੀ ਪੈਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਰਤੀਬ ਹੈ ਬਾਣੀ ਦੀ ਉਹ ਇਸ ਤਰ੍ਹਾਂ ਆ ਵੀ ਕੋਈ ਵੀ ਬਾਣੀ ਕਿਸੇ ਵੀ ਰਾਗ ਵਿੱਚ ਜਦੋਂ ਸ਼ੁਰੂ ਹੁੰਦੀ ਹੈ ਤੇ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ, ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ, ਉਹਦੇ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ, ਤੇ ਫਿਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਫਿਰ ਇੱਦਾਂ ਅਖੀਰ ਤੇ ਜਾ ਕੇ ਭੱਟਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹੁਣ ਜਦੋਂ ਮੁੱਢਲੀ ਬਾਣੀ ਹੈ ਤੇ ਰਾਗਾਂ ਵਿੱਚ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਤੇ ਇਹਦਾ ਮਤਲਬ ਹੈ ਇਹ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ। ਦੂਜਾ ਪੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਐਸੀਆਂ ਬਾਣੀਆਂ ਵਾ ਜਿਨ੍ਹਾਂ ਦਾ ਸਿਰਲੇਖ ਸਾਡੀ ਜ਼ੁਬਾਨੀ ਦਾ ਸਾਡੇ ਇਤਿਹਾਸਕਾਰਾਂ ਨੇ ਇੱਦਾਂ ਸੋਦਰ ਜਪਜੀ ਸਾਹਿਬ ਜਿਹਨੂੰ ਅਸੀਂ ਜਪ ਬਾਣੀ ਕਹਿੰਦੇ ਆ, ਜਿਹਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਤੇ ਇੱਕ ਆਰਤੀ। ਹਾਲਾਂਕਿ ਸਿਰਲੇਖ ਇਹ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਦਾਂ ਅਸੀਂ ਉੱਥੇ ਜਪ ਹੈ, ਅਸੀਂ ਜਾਪ ਜਾਂ ਜਪਜੀ ਸਾਹਿਬ ਕਹਿੰਦੇ ਆ, ਉੱਥੇ ਸੋਦਰ ਹੈ ਤੇ ਅਸੀਂ ਇਹਨੂੰ ਰਹਿਰਾਸ ਆਪਣਾ ਨਾਮ ਜਿਹੜਾ ਹੈ ਉਹ ਦੇ ਦਿੱਤਾ। ਤੇ ਭਾਈ ਗੁਰਦਾਸ ਜੀ ਨੇ ਇਹਦੀ ਗਵਾਹੀ ਭਰੀ ਹੈ, ਉਹ ਆਪਣੀਆਂ ਪੌੜੀਆਂ ਵਿੱਚ ਜ਼ਿਕਰ ਕਰਦੇ ਆ, ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਵਿਚਾਰਾ, ਜਿੱਥੇ ਉਹ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀਆਂ ਪੌੜੀਆਂ ਵਿੱਚ ਉਹਨੂੰ ਸ਼ਾਮਲ ਕਰਦੇ ਆ। ਤਿੰਨੇ ਬਾਣੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਸੋਦਾ ਰਾਗ ਦਾ ਮਹਲਾ ਪਹਿਲਾ ਸਾਡੇ ਧਿਆਨ ਵਿੱਚ ਹੈ, ਉਹ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ। ਫਿਰ ਆਰਤੀ ਜਿਹੜੀ ਅਸੀਂ ਆਮ ਸੁਣਦੇ ਹਾਂ, ਉੱਥੇ ਤੁਸੀਂ ਵੇਖੋ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ, ਉੱਥੇ ਮਹਲਾ ਪਹਿਲਾ ਹੈਗਾ ਹੈ। ਇੱਥੇ ਭਾਵੇਂ ਮਹਲਾ ਪਹਿਲਾ ਨਹੀਂ ਹੈ, ਪਰ ਜੇ ਉਸੇ ਲੜੀ ਵਿੱਚ ਇਹ ਗੱਲ ਹੈ ਤਾਂ ਇਹ ਵੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਹੈ। ਤੇ ਤੀਸਰੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਹਿਮਤ ਬਾਣੀ ਦੇ ਵਿੱਚੋਂ ਅਸੀਂ ਵੇਖਦੇ ਹਾਂ, ਉਹ ਇਹ ਹੈ ਜਦੋਂ ਅੱਗੇ ਜਾ ਕੇ ਆਪਾਂ ਜਪਜੀ ਸਾਹਿਬ ਨੂੰ ਵਿਚਾਰਾਂਗੇ ਤੇ ਉਹਦੇ 'ਚ ਵੀ ਸਾਡੇ ਗੱਲ ਸਮਝ ਵਿੱਚ ਆ ਜੂਗੀ। ਨਾਨਕ ਨੀਚ ਕਹੈ ਵਿਚਾਰ, ਕੋਈ ਵੀ ਦੂਜੇ ਗੁਰੂ ਸਾਹਿਬਾਨ ਨਾਨਕ ਦੇ ਨਾਲ ਨੀਚ ਸ਼ਬਦ ਏਦਾਂ ਨਹੀਂ ਲਿਖ ਸਕਦੇ। ਗੁਰੂ ਸਾਹਿਬ ਜੀ ਖੁਦ ਆਪਣੇ ਨਾਮ ਨਾਲ ਇਹ ਸ਼ਬਦ ਜਿਹੜਾ ਵਰਤਦੇ ਆ, ਜਿਹਦੇ ਮੀਨਿੰਗ ਜਿਹੜੇ ਆ ਉਹ ਅੱਗੇ ਜਾ ਕੇ ਆਪਾਂ ਸਮਝਾਂਗੇ। ਤਾਂ ਇਹ ਤਿੰਨ ਚਾਰ ਪੱਖ ਨੇ ਜਿਹਦੇ ਨਾਲ ਸਾਨੂੰ ਇਸ ਗੱਲ ਦੀ ਹਿਸਟਰੀ ਵਿੱਚੋਂ, ਇਤਿਹਾਸ ਵਿੱਚੋਂ ਅਗਵਾਈ ਮਿਲਦੀ ਹੈ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਹੁਣ ਅਗਲੀ ਗੱਲ, ਜਦੋਂ ਬਾਣੀ ਨੂੰ ਵਿਚਾਰਦੇ ਹਾਂ ਅਸੀਂ, ਤਾਂ ਉਹਦੇ 'ਚ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖੀਏ ਆਪਾਂ। ਪਹਿਲੀ ਗੱਲ ਤਾਂ ਧਰਮਾਂ ਦੀ ਗੱਲ ਜਦੋਂ ਸ਼ੁਰੂ ਹੋਈ ਹੈ, ਕਿਤੇ ਵੀ ਧਰਮ ਦੀ ਗੱਲ ਜਦੋਂ ਸ਼ੁਰੂ ਕੀਤੀ ਗਈ ਹੈ, ਤੇ ਪਤਾ ਨਹੀਂ ਕਿਸ ਮਾਨਸਿਕਤਾ ਦੇ ਵਿੱਚੋਂ ਜਾਂ ਕਿਸ ਸ਼ਰਾਰਤ ਨਾਲ ਜਾਂ ਕਿਸ ਚਲਾਕੀ ਦੇ ਨਾਲ ਧਰਮ ਨੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ ਬਹੁਤਾਤ ਗਿਣਤੀ ਵਿੱਚ। ਇਸ ਸ਼ਬਦ ਨੂੰ ਮੇਰੇ ਨੂੰ ਧਿਆਨ ਨਾਲ ਸਮਝਿਓ। ਧਰਮ ਦੀ ਗੱਲ ਜਦੋਂ ਵੀ ਹੋਈ ਹੈ, ਚਲਾਕੀ ਨਾਲ ਜਾਂ ਅਣਜਾਣਪੁਣੇ ਵਿੱਚ ਇਹਦੀ ਵਿਆਖਿਆ ਕਰਨ ਵਾਲੇ ਲੋਕਾਂ ਨੇ, ਇਹਦੀਆਂ ਪਰਿਭਾਸ਼ਾਵਾਂ ਨੂੰ ਨਿਰਧਾਰਿਤ ਕਰਨ ਵਾਲੇ ਲੋਕਾਂ ਨੇ ਇਹਨੂੰ ਵੰਡਣ ਦੇ ਸਿਲਸਿਲੇ ਨਾਲ, ਇਹਨੂੰ ਹਿੱਸਿਆਂ ਵਿੱਚ ਬਣਾਉਣ ਦੇ ਨਾਲ ਇਹਦੀ ਵਿਆਖਿਆ ਕੀਤੀ। ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ, ਕਿਸੇ ਵੀ ਅਲੱਗ ਮਜ਼ਹਬ ਦੇ ਦੋ ਤਿੰਨ ਵੀਰ ਬਿਠਾ ਲਈਏ ਆਪਾਂ, ਤਾਂ ਉਹ ਹਰ ਬੰਦਾ ਕਹਿੰਦਾ ਵੀ ਜਿਹੜੀ ਸਾਡੀ ਧਰਮ ਵਾਲੀ ਗੱਲ ਹੈ ਨਾ ਉਹ ਜ਼ਿਆਦਾ ਵਧੀਆ ਹੈ, ਦੂਜਾ ਕਹੇਗਾ ਸਾਡੇ ਵਾਲੀ ਜ਼ਿਆਦਾ ਵਧੀਆ ਹੈ, ਤੀਜਾ ਕਹੇਗਾ ਸਾਡੇ ਵਾਲੀ ਜ਼ਿਆਦਾ ਵਧੀਆ ਹੈ।
ਹਾਲਾਂਕਿ ਧਰਮ ਦੀ ਗੱਲ ਵਧੀਆ ਹੀ ਹੁੰਦੀ ਹੈ ਤੇ ਉਹ ਕਿਸੇ ਨਾਲੋਂ ਚੰਗੀ ਜਾਂ ਮਾੜੀ ਨਹੀਂ ਹੁੰਦੀ, ਉਹ ਗੱਲ ਚੰਗੀ ਹੀ ਹੁੰਦੀ ਹੈ। ਤੇ ਉਹ ਏਦਾਂ ਨਹੀਂ ਹੁੰਦਾ ਵੀ ਮੇਰੇ ਵਾਲੀ ਜ਼ਿਆਦਾ ਵਧੀਆ ਹੈ ਤੇ ਤੁਹਾਡੇ ਵਾਲੀ ਜਿਹੜੀ ਹੈ ਉਹ ਗੱਲ ਵਧੀਆ ਨਹੀਂ ਹੈ। ਇਹਦਾ ਮਤਲਬ ਹੈ ਅਸੀਂ ਸਮਾਜ ਨੂੰ ਇੱਕ ਨਹੀਂ ਕਰ ਰਹੇ, ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਉਹ ਧਰਮ ਨਹੀਂ ਹੋ ਸਕਦਾ, ਉਹਨੂੰ ਧਰਮ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਉਹ ਕਿਸੇ ਫਿਰਕੇ ਦੀ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਚਾਰਧਾਰਾ ਹੋ ਸਕਦੀ ਹੈ ਤੇ ਉਹਨੂੰ ਪ੍ਰਮੋਟ ਕਰਨ ਲਈ ਜਾਂ ਉਹਨਾਂ ਚੀਜ਼ਾਂ ਨੂੰ ਅੱਗੇ ਵਧਾਉਣ ਵਾਸਤੇ ਉਹਦੇ ਪਿੱਛੇ ਵੀ ਕੋਈ ਮਕਸਦ ਕੰਮ ਕਰਦਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜਦੋਂ ਅਸੀਂ ਆਗਮਨ ਦੀ ਗੱਲ ਕਰਦੇ ਹਾਂ ਤਾਂ ਬੜੀ ਪਿਆਰੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ ਵੀ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸ਼ ਆਈ। ਬਾਬੇ ਨੇ ਧਿਆਨ ਨਾਲ ਵੇਖਿਆ ਵੀ ਲੋਕ ਪਰੇਸ਼ਾਨ ਕਿਉਂ ਨੇ। ਧਰਮ ਦੀ ਗੱਲ ਤਾਂ ਬਹੁਤ ਹੋ ਰਹੀ ਹੈ, ਧਰਮ ਦੀ ਚਰਚਾ ਤਾਂ ਬਹੁਤ ਹੋ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ 550 ਸਾਲ ਪਹਿਲਾਂ ਧਰਮ ਦੀ ਕੋਈ ਗੱਲ ਨਹੀਂ ਸੀ ਕਰਦਾ। ਬਹੁਤ ਦੁਨੀਆ ਦੇ ਲੋਕ ਧਰਮ ਦੀ ਗੱਲ ਕਰਦੇ ਸਨ, ਪਰ ਗੁਰੂ ਸਾਹਿਬ ਜੀ ਧਿਆਨ ਨਾਲ ਵੇਖਦੇ ਆ ਵੀ ਜਲਤੀ ਸਭ ਪ੍ਰਿਥਵੀ ਦੇਸੇ ਆਈ। ਸਾਰੀ ਪ੍ਰਿਥਵੀ ਧਰਮ ਦੀ ਗੱਲ ਵੀ ਕਰ ਰਹੀ ਹੈ ਪਰ ਅੰਦਰ ਸ਼ਾਂਤੀ ਨਹੀਂ ਹੈ, ਅੰਦਰ ਟਿਕਾ ਨਹੀਂ ਹੈ। ਅੰਦਰ ਜਿਹੜਾ ਬੰਦੇ ਦੇ ਸਕੂਨ ਹੋਣਾ ਚਾਹੀਦਾ ਆ ਉਹ ਧਰਮ ਦੀ ਗੱਲ ਕਰਦਿਆਂ ਵੀ ਨਹੀਂ ਮਿਲ ਰਿਹਾ। ਸਮਾਜ ਵਿੱਚ ਵੀ ਇੱਕ ਦੌੜ ਹੈ, ਮੈਂ ਚੰਗਾ ਬਣਦਾ, ਮੇਰੇ ਕੋਲ ਵੱਧ ਚੀਜ਼ਾਂ ਹੋਣ, ਤੇ ਜਿਹੜਾ ਧਰਮ ਹੈ ਉਹ ਵੀ ਇਸੇ ਦੌੜ ਵਿੱਚ ਸ਼ਾਮਲ ਹੋ ਗਿਆ। ਉਹ ਇਸੇ ਰੇਸ਼ ਵਿੱਚ ਹੀ ਆ ਗਏ ਵੀ ਸਾਡੇ ਵਾਲੀ ਗੱਲ ਲੋਕ ਜ਼ਿਆਦਾ ਸੁਣਨ, ਸਾਡੇ ਵਾਲੀ ਜ਼ਿਆਦਾ ਪਸੰਦ ਕੀਤੀ ਜਾਏ, ਸਾਨੂੰ ਲੋਕ ਜ਼ਿਆਦਾ ਫੋਲੋ ਕਰਨ, ਔਰ ਸਾਡੇ ਵਾਲੀ ਗੱਲ ਨਾਲ ਹੀ ਲੋਕਾਂ ਦੀ। ਔਰ ਇੱਥੇ ਤੁਸੀਂ ਵੇਖੋਗੇ ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹਨਾ ਤਾਂ ਧਾਰਮਿਕ ਬੰਦਿਆਂ ਨੇ ਇਹ ਫਤਵੇ ਤੱਕ ਜਾਰੀ ਕੀਤੇ ਕਿ ਜਿਹੜਾ ਬੰਦਾ ਸਾਡੀ ਗੱਲ ਨਹੀਂ ਸੁਣਦਾ ਜਾਂ ਸਾਡੇ ਹਿਸਾਬ ਨਾਲ ਨਹੀਂ ਚੱਲਦਾ, ਉਹਨੂੰ ਜੀਣ ਦਾ ਵੀ ਅਧਿਕਾਰ ਨਹੀਂ ਹੈ, ਕਿ ਉਹਨੂੰ ਕਤਲ ਕਰ ਦੇਣਾ ਚਾਹੀਦਾ। ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਜਾਂ ਹੋਰ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਵੇਖੋ ਧਰਮ ਦੀ ਦੁਨੀਆ ਦੇ ਵਿੱਚੋਂ ਤੁਹਾਨੂੰ ਇਹ ਚੀਜ਼ਾਂ ਪੜ੍ਹਨ ਨੂੰ ਮਿਲ ਗਿਆ ਵੀ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਉਹਨੂੰ ਖਤਮ ਕਰ ਦੇਣਾ ਚਾਹੀਦਾ, ਉਹਨੂੰ ਸਾਹ ਲੈਣ ਦੇ ਅਧਿਕਾਰ ਨਹੀਂ ਹੋਣੇ ਚਾਹੀਦੇ। ਔਰ ਅੱਜ ਦੇ ਦੌਰ ਵਿੱਚ ਵੀ ਤੁਸੀਂ ਵੇਖੋ ਅਸੀਂ ਹਮੇਸ਼ਾ ਉਸ ਬੰਦੇ ਨਾਲ ਹੀ ਬੈਠ ਸਕਦੇ ਹਾਂ ਜਿਹਦੇ ਨਾਲ ਸਾਡੀ ਰਾਏ ਰਲਦੀ ਹੈ, ਜਿਹਦੇ ਨਾਲ ਸਾਡੇ ਵਿਚਾਰ ਬਿਲਕੁਲ ਰਲਦੇ ਆ। ਇਹਦਾ ਮਤਲਬ ਇਹ ਹੈ ਵੀ ਦੁਨੀਆ 'ਚ ਧਰਮ ਮਨਫੀ ਹੋ ਗਿਆ ਹੈ। ਧਰਮ ਕੀ ਕਹਿੰਦਾ ਹੈ? ਵਿਚਾਰ ਕਿਸੇ ਦੇ ਵੱਖ ਵੀ ਹੋ ਸਕਦੇ ਆ ਪਰ ਤੁਸੀਂ ਵਿਅਕਤੀਗਤ ਤੌਰ ਤੇ, ਇਨਸਾਨੀਅਤ ਤੌਰ ਤੇ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦੇ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਧਿਆਨ ਨਾਲ ਗੱਲ ਨੂੰ ਵੇਖਿਆ, ਧਿਆਨ ਨਾਲ ਸਮਝਿਆ, ਤਾਂ ਉਹਦੇ 'ਚ ਗੁਰੂ ਸਾਹਿਬ ਜੀ ਨੇ ਵੇਖਿਆ ਵੀ ਅਸਲ ਵਿੱਚ ਜਿਹੜੇ ਧਰਮ ਨੇ ਜਾਂ ਜਿਹਨੂੰ ਅਸੀਂ ਰਿਲੀਜਨਸ ਕਹਿੰਦੇ ਆ, ਜਿਹਨੂੰ ਅਸੀਂ ਧਰਮ ਦੀ ਦੁਨੀਆ ਕਹਿੰਦੇ ਆ, ਜਿਹਨੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ ਆ, ਜਿਨ੍ਹਾਂ ਨੂੰ ਇੱਕ ਵਿਚਾਰਧਾਰਾ ਨਾਲ ਜੋੜਨਾ ਆ, ਜਿਨ੍ਹਾਂ ਨੂੰ ਇੱਕ ਥਾਂ ਤੇ ਬਿਠਾਉਣਾ ਆ, ਉਹ ਬੰਦੇ ਤੇ ਖੁਦ ਵੱਖ-ਵੱਖ ਵਿਚਾਰਾਂ ਦੇ ਕੇ ਲੋਕਾਂ ਨੂੰ ਰੰਗਾਂ ਦੇ ਰੂਪ ਵਿੱਚ, ਧਰਮ ਦੇ ਚਿੰਨ੍ਹਾਂ ਦੇ ਰੂਪ ਵਿੱਚ, ਧਰਮ ਦੀਆਂ ਪਰਿਭਾਸ਼ਾਵਾਂ ਦੇ ਰੂਪ ਵਿੱਚ ਵੰਡ ਰਹੇ ਆ। ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਹ ਇੱਕ ਨਾਰਾ ਲਾਉਂਦੇ ਆ, ਇੱਕ ਹੋਕਾ ਦਿੰਦੇ ਆ ਵੀ ਰੱਬ ਕਈ ਨਹੀਂ ਹੈਗੇ, ਰੱਬ ਇੱਕ ਹੈ। ਹੁਣ ਇੱਥੋਂ ਜਪਜੀ ਸਾਹਿਬ ਦਾ ਬੇਸ ਸ਼ੁਰੂ ਹੁੰਦਾ ਆ ਇੱਕ। ਇਹ ਗੱਲ ਉਹਨਾਂ ਸਾਰੇ ਵਿਅਕਤੀਆਂ ਵਾਸਤੇ ਬੜੀ ਪਰੇਸ਼ਾਨੀ ਵਾਲੀ ਹੈ ਜਿਹੜੇ ਕਹਿੰਦੇ ਆ ਨਹੀਂ ਇੱਕ ਨਹੀਂ, ਸਾਡਾ ਹੋਰ ਹੈ ਤੇ ਤੁਹਾਡਾ ਹੋਰ ਹੈ। ਹੁਣ ਕਿਉਂਕਿ ਜੇ ਸਾਡਾ ਤੁਹਾਡਾ ਮੁੱਕ ਜਾਏਗਾ ਤੇ ਫਿਰ ਸਮਾਜ ਖੂਬਸੂਰਤ ਹੋ ਜਾਏਗਾ। ਸਮਾਜ ਦੀ ਖੂਬਸੂਰਤੀ ਇਹਦੇ ਨਾਲ ਹੈ ਵੀ ਤੁਸੀਂ ਸਾਡੇ ਆ ਤੇ ਅਸੀਂ ਤੁਹਾਡੇ ਆ, ਤੁਸੀਂ ਸਾਡੇ ਲਈ ਆ ਤੇ ਅਸੀਂ ਤੁਹਾਡੇ ਲਈ ਆ। ਜਿੱਦਣ ਸਮਾਜ ਇਸ ਗੱਲ ਤੇ ਵਰਕ ਕਰਨ ਲੱਗ ਜਾਏਗਾ, ਜਿੱਦਣ ਸਮਾਜ ਇਸ ਗੱਲ ਤੇ ਕੰਮ ਕਰਨ ਲੱਗ ਜਾਏਗਾ, ਉਦਣ ਸਮਾਜ ਵਿੱਚ ਖੂਬਸੂਰਤੀ ਸੱਚੀ ਮੁੱਚੀ ਮਣਾਮੂਹੀ ਨਜ਼ਰ ਆਏਗੀ। ਹੁਣ ਤੁਸੀਂ ਵੇਖੋ, ਫਿਰ ਧਿਆਨ ਨਾਲ ਇੱਥੇ ਰੁਕਿਓ। ਹੁਣ ਗੱਲ ਇੱਕ ਦੀ ਹੋਣੀ ਹੈ। ਗੁਰੂ ਨਾਨਕ ਸਾਹਿਬ ਜੀ ਸਭ ਤੋਂ ਮੁੱਢਲੀ ਗੱਲ ਇੱਕ ਦੀ ਕਰਦੇ ਆ। ਇੱਕ ਨਾਲ ਬਹੁਤ ਕੁਝ ਨਵਾਂ ਸਿਰਜਿਆ ਜਾਣਾ ਤੇ ਬਹੁਤ ਕੁਝ ਪੁਰਾਣਾ ਖਤਮ ਹੋਣਾ ਹੈ। ਹੁਣ ਜਿਹੜਾ ਪੁਰਾਣਾ ਖਤਮ ਹੋਣਾ ਆ, ਉਹਨਾਂ ਵਾਸਤੇ ਐਂ ਲੱਗਦਾ ਵੀ ਜੇ ਮੇਰੇ ਵਾਲਾ ਖਤਮ ਹੋ ਗਿਆ ਤੇ ਮੈਂ ਵੀ ਖਤਮ ਹੋ ਜਾਣਾ। ਇਸ ਲਈ ਪੁਰਾਣੇ ਨੂੰ ਜੀਵਤ ਰੱਖਣ ਵਾਸਤੇ, ਜੇ ਇਹਨੂੰ ਐਗਜ਼ਾਮਪਲ ਦੇ ਰੂਪ 'ਚ ਸਮਝਣਾ ਹੋਵੇ, ਜੇ ਤੁਸੀਂ ਆਪਣੇ ਤਨ ਤੇ ਪਾਈ ਹੋਈ ਪੁਰਾਣੀ ਵਰਦੀ ਨਾਲ ਪਿਆਰ ਕਰਦੇ ਹੋ ਨਾ, ਤੇ ਤੁਹਾਨੂੰ ਇਹ ਤੇ ਲੱਗਦਾ ਵੀ ਵਰਦੀ ਪੁਰਾਣੀ ਹੋ ਗਈ ਹੈ, ਲਾ ਕੇ ਸੁੱਟਣ ਵਾਲੀ ਹੈ ਔਰ ਨਵੀਂ ਚਾਹੀਦੀ ਹੈ, ਪਰ ਤੁਸੀਂ ਪੁਰਾਣੀ ਲਾਉਣੀ ਨਹੀਂ ਚਾਹੁੰਦੇ ਤੇ ਨਵੀਂ ਕਿਵੇਂ ਪਾ ਲਓਗੇ, ਜਾਂ ਨਵੀਂ ਦਾ ਤੁਸੀਂ ਆਨੰਦ ਕਿਵੇਂ ਮਾਣ ਸਕਦੇ? ਸੋ ਇਸ ਗੱਲ ਨਾਲ ਕੀ ਹੋਇਆ, ਜਦੋਂ ਗੁਰੂ ਸਾਹਿਬ ਜੀ ਨੇ ਇੱਕ ਦੀ ਗੱਲ ਕੀਤੀ ਤੇ ਜਿਹੜੇ
ਧਰਮ ਦੇ ਰਾਹੀਂ ਲੋਕਾਂ ਨੂੰ ਵੰਡ ਰਹੇ ਸਨ, ਉਹਨਾਂ ਵਿੱਚ ਇਹ ਮੁਸ਼ਕਲ ਵੀ ਪੈਦਾ ਹੋਈ। ਇਸੇ ਕਰਕੇ ਬਾਬੇ ਨਾਨਕ ਨੂੰ ਬਹੁਤ ਦੁਨੀਆ ਦੇ ਲੋਕਾਂ ਨੇ ਇਹ ਸ਼ਬਦ ਵਰਤ ਕੇ ਵੀ ਸੰਬੋਧਨ ਕੀਤਾ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਸ਼ੁਕਰ ਹੈ ਦੁਨੀਆ 'ਚ ਕੋਈ ਐਸਾ ਆਇਆ ਜਿਹਨੇ ਇਹ ਕਿਹਾ ਇਹ ਵੀ ਸਾਡੇ ਨੇ, ਇਹ ਵੀ ਸਾਡੇ ਨੇ, ਇਹ ਅਸੀਂ ਇੱਕੋ ਜਿਹੀਆਂ ਸਾਰੇ। ਰੱਬ ਨੇ, ਪ੍ਰਮਾਤਮਾ ਨੇ, ਗੋਡ ਨੇ, ਅੱਲਾ ਨੇ, ਰਾਮ ਨੇ, ਵਾਹਿਗੁਰੂ ਨੇ, ਅਸੀਂ ਜੋ ਵੀ ਸ਼ਬਦ, ਅਨੇਕਾਂ ਹੀ ਸ਼ਬਦ ਉਹਦੇ ਲਈ ਵਰਤੇ ਜਾ ਸਕਦੇ ਆ। ਉਹਨੇ ਇਨਸਾਨ ਨੂੰ ਬਣਾਉਣ ਲੱਗਿਆ ਇਨਸਾਨ ਤੇ ਇਨਸਾਨ ਵਿੱਚ ਫਰਕ ਨਹੀਂ ਪਾਇਆ, ਇਹ ਫਰਕ ਬੰਦਿਆਂ ਨੇ ਪਾਏ। ਤੇ ਜਦੋਂ ਇਹਦੇ 'ਚ ਫਰਕ ਪਾਏ ਤਾਂ ਉਹਨਾਂ ਫਰਕਾਂ ਨੂੰ ਅਸੀਂ ਇੰਨਾ ਸੁਰਜੀਤ ਕੀਤਾ, ਇੰਨਾ ਉਹਨਾਂ ਤੇ ਵਰਕ ਕੀਤਾ ਵੀ ਅਸੀਂ ਬੰਦੇ ਧਰਮ ਦੇ ਰਾਹੀਂ ਇੱਕ ਦੂਜੇ ਦੀ ਮਦਦ ਕਰਨ ਵਾਲੇ, ਇੱਕ ਦੂਜੇ ਦੇ ਸਹਾਰੇ ਬਣਨ ਵਾਲੇ ਦੀ ਥਾਂ ਤੇ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਤੇ ਜਦੋਂ ਇੱਕ ਦੂਜੇ ਦੇ ਸਹਾਰੇ ਬਣਾਂਗੇ ਤੇ ਸਮਾਜ ਖੂਬਸੂਰਤ ਹੋਏਗਾ, ਇੱਕ ਦੂਜੇ ਦੇ ਦੁਸ਼ਮਣ ਬਣਾਂਗੇ ਤੇ ਸਮਾਜ ਜਿਹੜਾ ਹੈ ਉਹ ਜੰਗਲ ਦਾ ਰੂਪ ਧਾਰਨ ਕਰ ਜਾਊਗਾ। ਔਰ ਹੋ ਰਿਹਾ ਆ ਪੂਰੀ ਦੁਨੀਆ ਇਸ ਬਿਮਾਰੀ ਦਾ ਸ਼ਿਕਾਰ ਹੈ। ਚਾਹੁੰਦੇ ਆ ਕਿ ਦੁਨੀਆ 'ਚ ਨਫ਼ਰਤ ਮੁੱਕਣੀ ਚਾਹੀਦੀ ਹੈ। ਜਿਹੜੀ ਸਮਾਜ ਵਿੱਚ ਲੋਕਾਂ ਨੂੰ, ਵਿਅਕਤੀ ਨੂੰ ਵੰਡਣ ਵਾਲੀ ਗੱਲ ਹੈ ਵੀ ਬੰਦੇ ਇਕੋਨਮਿਕ ਤੌਰ ਤੇ ਵੱਡੇ ਛੋਟੇ, ਜਾਤ ਦੇ ਤੌਰ ਤੇ ਚੰਗੇ ਮਾੜੇ, ਜਿਹੜੀ ਵਿਆਖਿਆਵਾਂ ਹੋਈਆਂ ਇਹ ਖਤਮ ਹੋਣੀਆਂ ਚਾਹੀਦੀਆਂ। ਪਰ ਅਸੀਂ ਫਿਰ ਉਹਨਾਂ ਕਿੱਲਿਆਂ ਨਾਲ ਜਾਂ ਉਹਨਾਂ ਵਿਚਾਰਧਾਰਾਵਾਂ ਨਾਲ ਬੱਝੇ ਹੋਏ ਇੰਨੀ ਖੁੱਲੀ ਗੱਲ ਜਾਂ ਇੰਨੀ ਫਰੈਂਕ ਦਿਲੀ ਨਾਲ ਗੱਲ ਨਹੀਂ ਕਰਨ ਜੋਗੇ ਹੁੰਦੇ ਤੇ ਅਸੀਂ ਓਨਾ ਹੀ ਸੀਮਤ ਦਾਇਰਿਆਂ ਵਿੱਚ ਵੱਜ ਕੇ ਉਹ ਸਾਰੀ ਚੀਜ਼ ਨੂੰ ਸੋਚਦੇ ਆ। ਹੁਣ ਇੱਕ ਚੀਜ਼ ਮੈਂ ਹੋਰ ਸੌਖੀ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਦਾ ਵੀ ਜਦੋਂ ਇੱਕ ਦੀ ਗੱਲ ਕਿਵੇਂ ਸਾਨੂੰ ਸਮਝ ਲੱਗੂਗੀ। ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ, ਇਹਨੂੰ ਜੇ ਆਪਾਂ ਸੌਖੇ ਤਰੀਕੇ 'ਚ ਸਮਝਣਾ ਹੋਵੇ ਵੀ ਇੱਕ ਦੀ ਗੱਲ ਸਮਝ ਕਿਵੇਂ ਆਊਗੀ। ਤੁਸੀਂ ਨਾ ਜਦੋਂ ਵੀ ਕੋਈ ਸਮਾਜ ਵਿੱਚ ਜਾਂ ਤੁਸੀਂ ਆਪਣੇ ਘਰਾਂ 'ਚ ਵੇਖਦੇ ਹੋ, ਅਸੀਂ ਕੋਈ ਇਲੈਕਟ੍ਰੋਨਿਕ ਕੋਈ ਚੀਜ਼ ਲੈ ਕੇ ਆਉਂਦੇ ਹਾਂ, ਕੋਈ ਮੋਬਾਈਲ ਲੈਂਦੇ ਹਾਂ, ਕੋਈ ਵਾਸ਼ਿੰਗ ਮਸ਼ੀਨ ਲੈਂਦੇ ਹਾਂ, ਕੋਈ ਫਰਿੱਜ ਲੈਂਦੇ ਹਾਂ, ਕੋਈ ਇੱਦਾਂ ਦੀਆਂ ਚੀਜ਼ਾਂ ਅਸੀਂ ਲੈਂਦੇ ਹਾਂ ਤੇ ਉਹਨਾਂ ਨਾਲ ਇੱਕ ਕੈਟਾਲੌਗ ਬੁੱਕ ਮਿਲਦੀ ਹੈ। ਮੈਂ ਬੜੀ ਵਾਰ ਬੱਚਿਆਂ ਨਾਲ ਐਗਜ਼ਾਮਪਲ ਸਾਂਝੀ ਕਰਦਾ ਹੁੰਦਾ। ਉਸ ਕੈਟਾਲੌਗ ਬੁੱਕ ਦਾ ਮਤਲਬ ਇਹ ਹੁੰਦਾ ਵਾ ਵੀ ਜੇ ਤੁਹਾਨੂੰ ਆਪਣੀ ਉਸ ਖਰੀਦੀ ਹੋਈ ਚੀਜ਼ ਦਾ ਕੋਈ ਫੰਕਸ਼ਨ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਉਸ ਕੈਟਾਲੌਗ ਦੇ ਸਹਾਰੇ ਉਸ ਫੰਕਸ਼ਨ ਤੱਕ ਪਹੁੰਚ ਬਣਾਉਣੀ ਔਰ ਉਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਤੇ ਉਹਨੂੰ ਠੀਕ ਕਰਕੇ ਤੁਸੀਂ ਉਹਦੀ ਸਹੀ ਵਰਤੋਂ ਕਰ ਸਕਦੇ ਹੋ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਵਿਅਕਤੀ ਤਾਂ ਸੰਸਾਰ ਵਿੱਚ ਤਿਆਰ ਹੋ ਗਿਆ ਪਰ ਇਹਦੇ ਫੰਕਸ਼ਨ ਠੀਕ ਕੰਮ ਨਹੀਂ ਕਰ ਰਹੇ, ਇਹਦੀਆਂ ਅੱਖਾਂ ਠੀਕ ਕੰਮ ਨਹੀਂ ਕਰ ਰਹੀਆਂ, ਇਹਦੇ ਕੰਨ ਠੀਕ ਕੰਮ ਨਹੀਂ ਕਰ ਰਹੇ, ਇਹਦੀ ਜ਼ੁਬਾਨ ਠੀਕ ਕੰਮ ਨਹੀਂ ਕਰ ਰਹੀ ਤੇ ਇਹਨਾਂ ਤੇ ਵਰਕ ਕਿਵੇਂ ਹੋਵੇ, ਇਹਨਾਂ ਤੇ ਕੰਮ ਕਿਵੇਂ ਹੋਵੇ। ਹੁਣ ਕੰਮ ਇਹਦੇ ਤੇ ਵੇਖੋ, ਮੈਂ ਬੜੀ ਛੇਤੀ ਏਦਾਂ ਸਮਝ ਆਉਣਾ ਵੀ ਫਲਾਨੇ ਦੀਆਂ ਅੱਖਾਂ ਠੀਕ ਨਹੀਂ, ਬਹੁਤ ਛੇਤੀ ਮੈਂ ਏਦਾਂ ਫੈਸਲਾ ਕਰ ਸਕਦਾ ਵੀ ਫਲਾਨੇ ਦੀ ਵੇਖਣੀ ਠੀਕ ਨਹੀਂ ਹੈ, ਜਾਂ ਫਲਾਨਾ ਬੰਦਾ ਸੁਣਦਾ ਠੀਕ ਨਹੀਂ ਹੈ, ਜਾਂ ਫਲਾਨਾ ਬੰਦਾ ਗੱਲ ਠੀਕ ਨਹੀਂ ਕਰਦਾ। ਮੰਨ ਲਓ ਜੇ ਆਪਾਂ ਏਦਾਂ 10, 20, 30, 40 ਬੰਦੇ ਜਾਂ ਜਿੰਨੇ ਆਪਾਂ ਇਹਦੇ 'ਚ ਹੁਣ ਸ਼ਾਮਲ ਹੋਏ ਆ, ਇਹਦੇ 'ਚ ਆਪਾਂ ਜੱਜ ਕਰਨਾ ਹੋਵੇ ਤਾਂ ਬਹੁਤ ਛੇਤੀ ਇੱਕ ਦੂਜੇ ਨੂੰ ਜੱਜ ਕਰ ਸਕਦੇ ਹਾਂ ਵੀ ਇਹ ਵੇਖਦਾ ਕਿੱਦਾਂ ਹੈ, ਬੋਲਦਾ ਕਿੱਦਾਂ ਹੈ, ਇਹ ਸੁਣਦਾ ਕਿੱਦਾਂ ਹੈ। ਪਰ ਜੇ ਮੈਂ ਆਪਣੇ ਆਪ ਤੇ ਕੰਮ ਕਰਨਾ ਹੋਵੇ ਤਾਂ ਬਹੁਤ ਔਖੀ ਗੱਲ ਹੈ, ਬਹੁਤ ਔਖਾ ਕੰਮ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਨਕਸ਼ਾ ਹੀ ਬਦਲਤਾ, ਸਾਰੀ ਮੂਵਮੈਂਟ ਹੀ ਜਿਹੜੀ ਪੂਰੀ ਦੌੜ ਲੱਗੀ ਸੀ ਦੂਜੇ ਨੂੰ ਠੀਕ ਕਰਨ ਦੀ, ਗੁਰੂ ਸਾਹਿਬ ਜੀ ਨੇ ਸਾਰੀ ਉਸ ਮੂਵਮੈਂਟ ਨੂੰ ਆਪਣੇ ਆਪ ਤੇ ਲੈ ਆਂਦਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ। ਤੇ ਉਹ ਠੀਕ ਕਦੋਂ ਹੋਊਗਾ? ਜਦੋਂ ਤੂੰ ਆਪਣੇ ਆਪ ਨੂੰ ਬਹੁਤ ਕੀਮਤੀ ਸਮਝੇਗਾ, ਕਿਉਂਕਿ ਤੂੰ ਉਸ ਰੱਬ ਦਾ ਅੰਸ਼ ਹੈ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਦੇਣ ਹੈ, ਉਹਦਾ ਇੱਕ ਤੋਹਫਾ ਆ। ਤੇ ਹੁਣ ਇਹਦੇ ਤੇ ਕੰਮ ਕਰਨ ਵਾਸਤੇ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਕੋਈ ਸਾਧਨ ਚਾਹੀਦਾ ਵੀ ਮੈਂ ਆਪਣੇ ਆਪ ਤੇ ਕੰਮ ਕਰ ਸਕਾਂ। ਤੇ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਏਕ ਓਂਕਾਰ ਤੋਂ ਕਰਦੇ ਆ ਵੀ ਪਹਿਲੀ ਗੱਲ ਰੱਬ ਇੱਕ ਹੈ ਤੇ ਉਹਦੀ ਹੀ ਤੂੰ ਅੰਸ਼ ਹੈ ਤੇ ਜਿਹੜੀ ਚੀਜ਼ ਜਿਹਦੇ ਨਾਲ ਸੰਬੰਧਿਤ ਹੁੰਦੀ ਹੈ ਉਹਨੂੰ ਤਾਲਮੇਲ ਉਹਦੇ ਨਾਲ ਜ਼ਰੂਰ ਬੈਠਣਾ ਚਾਹੀਦਾ ਹੈ ਉਹਦਾ। ਔਰ ਉਹਦੇ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਅੱਗੇ ਜਾ ਕੇ ਪੜ੍ਹੋਗੇ ਤੇ ਮਹਾਰਾਜ ਇੱਕ ਇੱਕ ਫੰਕਸ਼ਨ ਤੇ ਕੰਮ ਕਰਦੇ ਆ। ਇਹ ਨੇਤਰੋ ਮੇਰਿਓ, ਹਨਾ ਵੀ ਹੁਣ ਇਹ ਨਹੀਂ ਕਹਿ ਰਹੇ ਵੀ ਗੌਰਵਦੀਪ ਸਿੰਘ ਜੀ ਤੁਸੀਂ ਆਪਣੀਆਂ ਅੱਖਾਂ ਨਾਲ, ਏਦਾਂ ਨਹੀਂ ਕਿਹਾ। ਤ੍ਰਿਸ਼ਮੀਤ ਭੈਣ ਨੂੰ ਏਦਾਂ ਨਹੀਂ ਕਿਹਾ ਵੀ ਤੁਸੀਂ ਆਪਣੀਆਂ ਅੱਖਾਂ ਤੇ ਕੰਮ ਕਰੋ। ਗੁਰੂ ਸਾਹਿਬ ਜੀ ਨੇ ਕਿਹਾ ਮੈਂ ਆਪਣੀਆਂ ਅੱਖਾਂ ਤੇ ਕੰਮ ਕਰਾਂ।
ਹੁਣ ਕੋਈ ਵੀ ਸ਼ਬਦ ਪੜੇਗਾ, ਮੈਂ ਪੜੂੰਗਾ, ਏਦਾਂ ਆਪਾਂ ਸਾਰੇ ਹੁਣ ਪੜ ਰਹੇ ਹਾਂ, ਇਹ ਨੇਤਰੋ ਮੇਰਿਓ, ਤੇਰਿਓ ਨਹੀਂ ਹੋ ਰਿਹਾ। ਧਰਮ ਦੀ ਦੁਨੀਆ ਵਿੱਚ, ਰਾਜਨੀਤੀ ਦੀ ਦੁਨੀਆ ਵਿੱਚ, ਐਜੂਕੇਸ਼ਨ ਦੀ ਦੁਨੀਆ ਵਿੱਚ, ਸਮਾਜ ਦੇ ਕਿਸੇ ਵੀ ਪਹਿਲੂ ਨੂੰ ਪੜ੍ਹ ਕੇ ਵੇਖੋ, ਉਹ ਠੀਕ ਨਹੀਂ ਹੈ। ਮੈਂ ਠੀਕ ਨਹੀਂ ਆ, ਇਹਦੇ ਤੇ ਬਹੁਤ ਘੱਟ ਕੰਮ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰੀਆਂ ਚੀਜ਼ਾਂ ਨੂੰ ਮੋੜ ਕੇ ਇੱਧਰ ਨੂੰ ਲੈ ਆਂਦਾ ਔਰ ਇੱਥੋਂ ਸ਼ੁਰੂ ਕੀਤੀ ਗੱਲ ਵੀ ਆਪਾਂ ਇੱਕ ਤੇ ਕੇਂਦਰਿਤ ਹੋਈਏ। ਹੁਣ ਖੂਬਸੂਰਤੀ ਵੇਖੋ, ਆਪਾਂ ਇਹ ਗੱਲ ਅੱਗੇ ਦੀ ਅੱਗੇ ਫੇਰ ਸਮਝਾਂਗੇ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਗੌਰ ਨਾਲ ਵੇਖੋਗੇ ਤੇ ਤੁਹਾਨੂੰ ਆਪਣੀਆਂ ਅੱਖਾਂ ਤੇ ਕੰਮ ਕਰਨਾ ਆਊਗਾ, ਤੁਹਾਨੂੰ ਆਪਣੀ ਜ਼ੁਬਾਨ ਤੇ ਕੰਮ ਕਰਨਾ ਆਊਗਾ। ਔਰ ਮੈਂ ਬੜੀ ਵਾਰ ਐਗਜ਼ਾਮਪਲ ਦਿੱਤੀ ਹੈ, ਜੇ ਅੱਜ 10% ਲੋਕ ਆਪਣੀ ਜ਼ੁਬਾਨ ਤੇ ਕੰਮ ਕਰਨ ਲੱਗ ਜਾਣ, 10%, ਮਤਲਬ 10% ਲੋਕ ਨਹੀਂ, ਅਸੀਂ ਆਪਣੀ ਜ਼ਿੰਦਗੀ ਚੋਂ 10% ਆਪਣੀ ਜ਼ੁਬਾਨ ਤੇ ਵਰਕ ਕਰੀਏ ਤੇ ਅਸੀਂ ਰਿਸ਼ਤਿਆਂ ਨੂੰ ਖੂਬਸੂਰਤ ਬਣਾ ਸਕਦੇ ਹਾਂ, ਅਸੀਂ ਮੂਵਮੈਂਟਾਂ ਨੂੰ ਖੂਬਸੂਰਤ ਬਣਾ ਸਕਦੇ ਹਾਂ, ਅਸੀਂ ਸਮਾਜ ਨੂੰ ਖੂਬਸੂਰਤ ਬਣਾ ਸਕਦੇ ਹਾਂ। ਪਰ ਅਸੀਂ ਆਪਣੀ ਜ਼ੁਬਾਨ ਤੇ ਕੰਮ ਨਹੀਂ ਕਰਦੇ। ਸਾਨੂੰ ਬੋਲਣ ਤੋਂ ਬਾਅਦ ਪਤਾ ਲੱਗਦਾ ਹੈ, ਤਾਂ ਹੀ ਬੰਦਾ ਕਹਿੰਦਾ ਨਾ ਸੌਰੀ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ। ਹੁਣ ਕੀ ਫਾਇਦਾ, ਹੁਣ ਤਾਂ ਬੋਲ ਲਿਆ ਨਾ, ਹੁਣ ਤਾਂ ਰਿਐਕਟ ਹੋ ਗਿਆ ਉਹਦਾ, ਹੁਣ ਤਾਂ ਉਹਦੇ ਰਿਜ਼ਲਟ ਭੁਗਤਣੇ ਪੈਣਗੇ। ਹੁਣ ਸੌਰੀ ਨਾਲ ਗੱਲ ਨਹੀਂ ਬਣਨੀ। ਹਾਲਾਂਕਿ ਠੀਕ ਹੈ, ਸੌਰੀ ਕਹਿ ਲੈਣਾ ਵੀ ਵੱਡੀ ਗੱਲ ਹੈ। ਬਹੁਤੇ ਬੰਦਿਆਂ ਦੇ ਹਿੱਸੇ ਤਾਂ ਇਹ ਵੀ ਗੱਲ ਨਹੀਂ ਆਉਂਦੀ ਵੀ ਉਹ ਸੌਰੀ ਵੀ ਕਹਿ ਲੈਣ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਸਾਨੂੰ ਇਹਦੇ ਨਾਲੋਂ ਵੀ ਪਹਿਲਾਂ ਸੁਚੇਤ ਕਰਨਾ ਚਾਹੁੰਦੇ ਆ ਵੀ ਤੈਨੂੰ ਸੌਰੀ ਵੀ ਨਾ ਕਹਿਣਾ ਪਵੇ। ਤਾਂ ਹੀ ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ ਨਾ, ਬੋਲੀ ਹੈ ਜਿੱਤ ਬੋਲੇ ਪੱਤ ਪਾਈ ਹੈ, ਓਨਾ ਹੀ ਬੋਲੀ ਜਿਹਦੇ ਬੋਲਣ ਨਾਲ ਇੱਜ਼ਤ ਬਣਦੀ ਹੈ। ਹੁਣ ਇਹ ਗੱਲ ਤੁਹਾਨੂੰ ਨਹੀਂ ਕਹਿ ਰਿਹਾ ਮੈਂ, ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਵੀ ਓਨਾ ਕਿ ਮੈਂ ਬੋਲਾਂ ਜਿਹਦੇ ਬੋਲਣ ਨਾਲ ਇੱਜ਼ਤ ਬਣਦੀ ਹੈ। ਜਿਹੜੇ ਬੋਲਣ ਨਾਲ ਇੱਜ਼ਤ ਖਰਾਬ ਹੋ ਸਕਦੀ ਹੈ, ਉੱਥੇ ਮੈਂ ਆਪਣੀ ਜ਼ੁਬਾਨ ਘੱਟੋ ਘੱਟ ਅੱਜ ਦੇ ਯੁੱਗ ਵਿੱਚ ਬੰਦਾ ਕਹਿੰਦਾ ਸਾਇੰਸ ਤੇ ਸਾਡੀ ਪਕੜ ਹੈ। ਅੱਜ ਬੰਦੇ ਕਹਿੰਦੇ ਅਸੀਂ ਜਹਾਜ਼ ਬਣਾਤਾ, ਅੱਜ ਬੰਦੇ ਕਹਿੰਦੇ ਅਸੀਂ ਮੋਬਾਈਲ ਬਣਾਤਾ, ਅਸੀਂ ਸੌਫਟਵੇਅਰ ਬਣਾਤੇ। ਵੀ ਹੁਣ ਵੇਖੋ ਆ ਵੀ ਤਾਂ ਕਿਸੇ ਬੰਦੇ ਦੀ ਕਰਾਮਾਤ ਹੀ ਹੈ ਨਾ, ਵੀ ਉਹਨੇ ਸੌਫਟਵੇਅਰ ਤਿਆਰ ਕਰਤਾ। ਕੋਈ ਕਿਤੇ ਬੈਠਾ ਹੈ, ਕੋਈ ਕਿਤੇ ਬੈਠਾ ਹੈ, ਕਿੰਨੀ ਕਮਾਂਡ ਹੈ ਉਹਦੀ ਵੇਖੋ ਇਸ ਯੁੱਗ ਵਿੱਚ, ਇਸ ਤਰ੍ਹਾਂ ਦੇ ਸਾਧਨਾਂ ਤੇ। ਪਰ ਜ਼ੁਬਾਨ ਤੇ ਫਿਰ ਵੀ ਨਹੀਂ ਹੋਣਾ। ਸਮੱਸਿਆ ਇਹ ਹੈ ਵੀ ਤੁਸੀਂ ਬਹੁਤ ਚੀਜ਼ਾਂ ਤੇ ਕੰਟਰੋਲ ਕਰ ਲਿਆ, ਬੜੀਆਂ ਚੀਜ਼ਾਂ ਤੁਹਾਡੇ ਹੱਥ ਵਿੱਚ ਆ ਗਈਆਂ। ਬੰਦਾ ਕਹਿੰਦਾ ਗੱਡੀ ਮੈਂ ਆਪਣੀ ਮਰਜ਼ੀ ਨਾਲ ਚਲਾ ਸਕਦਾ, ਪਰ ਜ਼ੁਬਾਨ ਤੇ ਫਿਰ ਮਰਜ਼ੀ ਨਹੀਂ ਚੱਲਦੀ। ਸੋ ਵੱਡੀ ਗੱਲ ਇਹ ਹੈ ਵੀ ਅਸੀਂ ਆਪਣੀ ਜ਼ੁਬਾਨ ਤੇ ਮਰਜ਼ੀ ਚਲਾ ਸਕੀਏ। ਤਾਂ ਹੀ ਗੁਰੂ ਸਾਹਿਬ ਜੀ ਨੇ ਨਾ ਵੱਡੀ ਗੱਲ ਇਹ ਕਹੀ ਵੀ ਤੁਸੀਂ ਆਪਣੇ ਆਪ ਤੇ ਵਰਕ ਕਰਨਾ ਸਿੱਖਣਾ ਹੈ, ਆਪਣੇ ਆਪ ਤੇ ਕੰਮ ਕਰਨਾ ਸਿੱਖਣਾ ਹੈ। ਤੇ ਮੈਂ ਬੜੀ ਵਾਰ ਇਸ ਤਰ੍ਹਾਂ ਵੀ ਐਗਜ਼ਾਮਪਲ ਦਿੰਦਾ ਹੁੰਦਾ ਵੀ 10% ਜ਼ੁਬਾਨ ਤੇ ਜੇ ਕੰਮ ਹੋਊਗਾ ਤੇ ਸਾਨੂੰ ਮੁੱਢਲੀ ਜੀ ਗੱਲ ਇਹ ਸਮਝ ਲੱਗੂਗੀ। ਤੁਸੀਂ ਵੇਖੋ ਸਾਡੇ ਸਰੀਰ ਦੀਆਂ ਜਿੰਨੀ ਵੀ ਹਰਕਤ ਹੈ ਨਾ, ਉਹ ਜ਼ੁਬਾਨ ਤੋਂ ਸ਼ੁਰੂ ਹੁੰਦੀ ਹੈ। ਸਾਨੂੰ ਜਦੋਂ ਗੁੱਸਾ ਆਉਂਦਾ ਕਿਸੇ ਤੇ ਅਸੀਂ ਉਹ ਗੁੱਸਾ ਕਿਵੇਂ ਦੱਸਦੇ ਹਾਂ ਕਿਸੇ ਨੂੰ। ਤੁਹਾਡਾ ਅੱਖਾਂ ਨਾਲ ਵਿਖਾਇਆ ਗੁੱਸਾ ਕਿਸੇ ਨੂੰ ਗੁੱਸਾ ਨਹੀਂ ਦਿਵਾਉਂਦਾ। ਤੁਸੀਂ ਅੱਖਾਂ, ਹਾਲਾਂਕਿ ਇਹ ਵੀ ਇੱਕ ਸਾਧਨ ਹੈ ਵੀ ਤੁਸੀਂ ਅੱਖਾਂ ਨਾਲ ਵੀ ਕਿਸੇ ਨੂੰ ਦੱਸਦੇ ਹੋ ਵੀ ਮੈਂ ਤੇਰੇ ਨਾਲ ਗੁੱਸੇ 'ਚ ਆ। ਤੁਸੀਂ ਫੇਸ ਦਾ ਇੰਪ੍ਰੈਸ਼ਨ ਵੀ ਉਦਾਂ ਦਾ ਬਣਾਉਂਦੇ ਹੋ, ਪਰ ਇਹਦੇ ਨਾਲ ਏਡਾ ਨੁਕਸਾਨ ਨਹੀਂ ਹੁੰਦਾ ਜਦੋਂ ਤੁਸੀਂ ਗੁੱਸਾ ਜ਼ੁਬਾਨ ਦੇ ਰਾਹੀਂ ਪ੍ਰਗਟ ਕਰਕੇ ਅਗਲੇ ਨੂੰ ਦੱਸ ਦਿੰਦੇ ਹੋ। ਫਿਰ ਕਿਉਂਕਿ ਅਗਲੇ ਕੋਲ ਵੀ ਜ਼ੁਬਾਨ ਹੈ, ਫਿਰ ਉਹ ਵੀ ਆਪਣਾ ਗੁੱਸਾ ਉਹਦੇ ਨਾਲ ਸ਼ੇਅਰ ਕਰਦਾ ਹੈ ਤੁਹਾਡੇ ਨਾਲ, ਤੇ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ, ਸਥਿਤੀਆਂ ਵਿਗੜ ਜਾਂਦੀਆਂ ਨੇ। ਤੁਸੀਂ ਮਤਲਬ ਕਿਸੇ ਵੀ ਥਾਂ ਤੇ, ਕਿਸੇ ਯੂਨਿਟੀ ਦੇ ਵਿੱਚ, ਕਿਸੇ ਮੂਵਮੈਂਟ ਵਿੱਚ, ਕਿਸੇ ਪਰਿਵਾਰਕ ਮੈਂਬਰਾਂ ਦੇ ਵਿੱਚ, ਕਿਸੇ ਇੱਕ ਦੋਸਤਾਂ ਦੀ, ਮਿੱਤਰਾਂ ਦੀ ਇੱਕ ਮਹਿਫਲ ਵਿੱਚ ਵੇਖ ਲਓ ਵੀ ਜਦੋਂ ਇਹ ਗੱਲਾਂ ਜ਼ੁਬਾਨ ਦੇ ਰਾਹੀਂ ਪ੍ਰਗਟ ਹੋਣਗੀਆਂ ਤੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਜਾਂ ਉਸ ਜਗ੍ਹਾ ਤੇ ਲਿਆਉਣ ਲਈ ਬਹੁਤ ਵਰਕ ਕਰਨਾ ਪਊਗਾ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨਾ ਸੁਚੇਤ ਕੀਤਾ ਵੀ ਇਹਦੇ ਤੇ ਪਹਿਲਾਂ ਕੰਮ ਹੋਵੇ। ਤੇ ਮੈਂ ਕਹਿੰਦਾ ਹੁੰਦਾ ਵੀ ਇਹ 32 ਤਿੱਖੇ ਦੰਦਾਂ ਵਿੱਚ ਹੈ ਜ਼ੁਬਾਨ। ਇਹਦਾ ਮਤਲਬ ਇਹ ਹੈ ਵੀ ਧਿਆਨ ਨਾਲ ਚੱਲੇ। ਜੇ ਲੋੜ ਤੋਂ ਵੱਧ ਚੱਲੋਗੇ ਤੇ ਇਹਦਾ ਆਪਣਾ ਨੁਕਸਾਨ ਬਹੁਤ ਹੋਊਗਾ। ਸਰੀਰ ਦੀ ਬਣਤਰ ਵੀ ਵੇਖੋ, ਕੁਦਰਤ ਨੇ ਕਿੰਨੀ ਸੋਹਣੀ ਬਣਾਈ ਹੈ, ਤੇ ਇਹਨੂੰ ਧਿਆਨ ਨਾਲ। ਸੋ ਇੱਕ ਓਂਕਾਰ ਦੀ ਗੱਲ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ ਤੇ ਇੱਕ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਅਜੇ ਤੱਕ ਲੋਕ ਇੱਕ ਨਹੀਂ ਹੋ ਰਹੇ। ਲੋਕ ਵੱਡੇ ਹੀ ਹੋਏ ਤੇ ਵੰਡਣ ਦੇ ਬਹੁਤ ਸਾਧਨ ਨੇ ਸਾਡੇ ਕੋਲ, ਵੰਡਣ ਦੀਆਂ ਬਹੁਤ ਦਲੀਲਾਂ ਨੇ ਸਾਡੇ ਕੋਲ, ਵੰਡਣ ਲਈ ਬਹੁਤ ਮੈਟਰ ਹੈ ਮੇਰੇ ਕੋਲ, ਇਕੱਠੇ ਕਰਨ ਲਈ ਮੈਟਰ ਨਹੀਂ ਹੈ।
ਇਕੱਠੇ ਕਰਨ ਲਈ ਦਲੀਲਾਂ ਨਹੀਂ ਹੁੰਦੀਆਂ ਸਾਡੇ ਕੋਲ। ਵੰਡਣ ਲਈ ਤਾਂ ਬਹੁਤ, ਕਿਸੇ ਨੂੰ ਤੁਸੀਂ ਪਾੜਨਾ ਹੋਵੇ ਤੇ ਸੌਖਾ ਕੰਮ ਹੈ, ਪਰ ਕਿਸੇ ਨੂੰ ਇੱਕ ਕਰਨਾ ਹੋਵੇ ਇਹਦੇ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਤੇ ਜਦੋਂ ਧਰਮ ਦੀ ਦੁਨੀਆ 'ਚ ਰੱਬ ਦੇ ਮਸਲੇ ਤੇ ਪ੍ਰਮਾਤਮਾ ਦੇ ਮਸਲੇ ਤੇ ਲੋਕਾਂ ਨੂੰ ਪਾੜਿਆ ਹੋਵੇ, ਲੋਕ ਅਲੱਗ-ਅਲੱਗ ਦਿਸ਼ਾ ਵਿੱਚ ਤੋਰੇ ਹੋਣ, ਫਿਰ ਇੱਕ ਦੂਜੇ ਨੂੰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣਾਇਆ ਹੋਵੇ, ਉੱਥੇ ਕਿਸੇ ਨੂੰ ਇੱਕ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਬਹੁਤ ਵੱਡਾ ਕੰਮ ਸੀ। ਔਰ ਉਹ ਵੀ ਇੱਕ ਕਰਨਾ ਅੱਜ ਦੇ ਯੁੱਗ ਵਿੱਚ ਨਹੀਂ, ਅੱਜ ਦੇ 500 ਸਾਲ ਪਹਿਲਾਂ ਜਦੋਂ ਕਿਸੇ ਨੂੰ ਇੱਕ ਕਰਨ ਵਾਸਤੇ ਤੁਹਾਨੂੰ ਮੱਕੇ ਵੱਖਰਾ ਜਾਣਾ ਪੈਣਾ ਆ ਤੇ ਜਗਨਨਾਥਪੁਰੀ ਵੱਖਰਾ ਜਾਣਾ ਪੈਣਾ ਵੀ ਇੱਕ ਹੋ ਜਾਓ ਯਾਰ, ਤੁਸੀਂ ਕਿਉਂ ਵੰਡੇ ਪਏ ਹੋ, ਤੇ ਹਰਿਦੁਆਰ ਤੁਹਾਨੂੰ ਵੱਖਰਾ ਜਾਣਾ ਪੈਣਾ ਹੈ, ਇਕੱਲੇ ਬੰਦੇ ਨਾਲ ਬਹਿ ਕੇ ਗੱਲ ਕਰਨੀ ਪੈਣੀ ਹੈ। ਔਰ ਫਿਰ ਤੁਸੀਂ ਜੋਗੀਆਂ ਨਾਲ ਵੱਖਰਾ ਬਹਿਣਾ ਪੈਣਾ ਹੈ। ਤੇ ਇਹ ਨਹੀਂ ਵੀ ਜੋਗੀਆਂ ਕੋਲ ਬਹਿ ਕੇ ਤੁਸੀਂ ਕਹਿਣਾ ਵੀ ਆਓ ਜਗਨਨਾਥਪੁਰੀ ਵਾਲਿਆਂ ਨਾਲ ਵੀ ਗੱਲ ਕਰਦੇ ਹਾਂ, ਆਪਾਂ ਇਕੱਠੇ ਹੀ ਗੂਗਲ ਮੀਟ ਤੇ ਉਹਨਾਂ ਨੂੰ ਵੀ ਲੈਨੇ ਆ, ਆਪਾਂ ਪੁੱਛਦੇ ਆ ਉਹਨਾਂ ਨੂੰ ਵੀ ਆਓ ਆਪਾਂ ਚਰਚਾ ਕਰ ਲਈਏ। ਏਦਾਂ ਨਹੀਂ ਹੈ। ਫਿਰ ਉਹਨਾਂ ਦੀ ਗੱਲ ਉਹਨਾਂ ਤੱਕ ਲੈ ਕੇ ਜਾਣੀ। ਔਰ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹ ਸਫ਼ਰ ਕਿਵੇਂ ਕਰਨਾ ਹੈ, ਉਹ ਜਿਵੇਂ ਗੱਲ ਸ਼ੁਰੂ ਵਿੱਚ ਹੋਈ ਸੀ ਵੀ ਇੱਕ ਜਗ੍ਹਾ ਤੇ ਇਕੱਠੇ ਹੋਏ, ਆਈਡੀਆ ਆਇਆ ਤੇ ਅੱਜ ਆਪਾਂ ਮੈਨੂੰ ਲੱਗਦਾ ਵੀ 150 ਦੇ ਲਾਗੇ 120 ਦੇ ਲਾਗੇ ਸਾਰੇ ਇਕੱਠੇ ਹੋ ਕੇ ਚਰਚਾ ਕਰ ਰਹੇ ਹਾਂ, ਇੱਕ ਦੂਜੇ ਦੀ ਰਾਏ ਲੈ ਸਕਦੇ ਹਾਂ, ਇੱਕ ਦੂਜੇ ਦੇ ਆਪਣੇ ਥੋਟ ਆਪਾਂ ਲੈ ਸਕਦੇ ਹਾਂ, ਤਾਂ ਆਪਾਂ ਆਪਣੇ ਥੋਟ ਵਿੱਚ ਸੁਧਾਰ ਕਰ ਸਕਦੇ ਹਾਂ। ਹੋ ਸਕਦਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਠੀਕ ਕਰਨ ਵਾਲੀਆਂ ਹੋਣ, ਪਰ ਉਹਨਾਂ ਵੇਲਿਆਂ 'ਚ ਇਹ ਕੰਮ ਕਰਨੇ ਬਹੁਤ ਵੱਡੀ ਗੱਲ ਸੀ। ਔਰ ਮੇਰੇ ਬਾਬੇ ਨੇ ਕੀਤੇ, ਔਰ ਇਹਨੇ ਬਾਕਮਾਲ ਕੀਤੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਪਾਕਪਟਨ ਤੱਕ ਸ਼ੁਰੂ ਹੋਈ। ਉਧਰ ਜਗਨਨਾਥਪੁਰੀ ਵਾਲਿਆਂ ਨੇ ਇਸ ਗੱਲ ਨੂੰ ਕਬੂਲਿਆ, ਉਧਰ ਅਰਬ ਕੰਟਰੀਆਂ ਵਾਲਿਆਂ ਨੇ ਇਸ ਗੱਲ ਨੂੰ ਕਬੂਲਿਆ, ਔਰ ਇੱਕ ਕਾਫਲਾ ਇਸ ਤਰ੍ਹਾਂ ਦਾ ਤਿਆਰ ਹੋ ਗਿਆ ਵੀ ਅਸੀਂ ਇੱਕ ਆ, ਅਸੀਂ ਧਰਮ ਦੀ ਦੁਨੀਆ 'ਚ ਵੰਡੇ ਨਹੀਂ ਜਾਣਾ। ਔਰ ਇੱਕ ਓਅੰਕਾਰ ਸ਼ੁਰੂ ਹੋਇਆ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਕੁਝ ਹੈ। ਇੱਕ ਓਂਕਾਰ ਸਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਭ ਕੁਝ ਹੈ। ਏਦਾਂ ਕਹਿ ਲਓ, ਇੱਕ ਓਂਕਾਰ ਤੇ ਇੱਕ ਓਂਕਾਰ ਦਾ ਗੁਰਪ੍ਰਸਾਦ ਤੱਕ ਮੂਲ ਮੰਤਰ, ਤੇ ਮੂਲ ਮੰਤਰ ਦੀ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦੇ ਦੁਆਲੇ ਸਾਰਾ ਗੁਰੂ ਗ੍ਰੰਥ ਸਾਹਿਬ ਖੜਾ ਹੈ। ਉਹਨੂੰ ਸੌਖੇ ਤਰੀਕੇ ਨਾਲ ਜਿੱਦਾਂ ਸਮਝਣਾ ਹੋਵੇ। ਹੁਣ ਇੱਕ ਓਂਕਾਰ ਲਿਖਿਆ ਸੱਚੇ ਪਾਤਸ਼ਾਹ ਜੀ ਨੇ, ਤੇ ਮਕਸਦ ਹੈ ਇੱਕ ਕਰਨਾ। ਇਹਦਾ ਮਤਲਬ ਇਹ ਹੈ, ਜਿਹੜੀ ਸਿੱਖ ਕਮਿਊਨਿਟੀ ਹੈ, ਜਿਹੜੇ ਕਹਿੰਦੇ ਆ ਬਾਬਾ ਨਾਨਕ ਸਾਡਾ ਆ, ਜਿਹੜੇ ਕਹਿੰਦੇ ਆ ਅਸੀਂ ਬਾਬੇ ਨਾਨਕ ਦੇ ਆ, ਉਹਨਾਂ ਦਾ ਸਭ ਤੋਂ ਵੱਧ ਫਰਜ਼ ਬਣਦਾ ਸੀ ਵੀ ਲੋਕਾਂ ਨੂੰ ਇੱਕ ਕਰਦੇ, ਕਿਉਂਕਿ ਉਹ ਦਾਅਵਾ ਜ਼ਰੂਰ ਕਰਦੇ ਆ ਸਾਡਾ ਹੈ। ਜੇ ਹੁਣ ਮੰਨ ਲਓ ਅਸੀਂ ਇਹ ਕਹਿਣਾ ਸਾਡਾ ਬਾਬਾ ਆ, ਇਹਦਾ ਮਤਲਬ ਦੱਸਣਾ ਵੀ ਲੋਕਾਂ ਨੂੰ ਸਭ ਤੋਂ ਵੱਧ ਸਾਨੂੰ ਹੀ ਪੈਣਾ ਵੀ ਬਾਬਾ ਕਿੱਦਾਂ ਦਾ ਹੈ, ਕਿਉਂਕਿ ਦਾਅਵਾ ਜੋ ਅਸੀਂ ਕਰ ਲਿਆ। ਸੋ ਇੱਕ ਓਂਕਾਰ ਪਾ ਕੇ, ਔਰ ਇੱਕ ਖੂਬਸੂਰਤੀ ਹੋਰ ਵਿੱਚ, ਸਿਰਫ ਤੇ ਸਿਰਫ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੀ ਜਗ੍ਹਾ ਤੇ ਗਿਣਤੀਵਾਚਕ ਇੱਕ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਣਤੀਵਾਚਕ ਜਿਵੇਂ 1 ਇੱਕ ਏਦਾਂ ਲਿਖਿਆ ਹੁੰਦਾ, ਹੋਰ ਕਿਤੇ ਵੀ ਨਹੀਂ ਹੈ। ਜੇ ਹੈਗਾ ਆ ਤਾਂ ਉਹ ਬਾਣੀ ਰੂਪ ਵਿੱਚ ਨਹੀਂ ਹੈ, ਉਹ ਗਿਣਤੀ ਦੇ ਰੂਪ ਵਿੱਚ ਸ਼ਬਦਾਂ ਦੀ ਗਿਣਤੀ ਵਾਸਤੇ ਹੈ, ਪਰ ਉਹ ਬਾਣੀ ਦਾ ਸਰੂਪ ਨਹੀਂ ਹੈ, ਉਹ ਬਾਣੀ ਦਾ ਰੂਪ ਨਹੀਂ ਹੈ। ਹੁਣ ਇੱਥੇ ਇੱਕ ਕਿਉਂ ਲਿਖਿਆ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜਦੋਂ ਤੁਸੀਂ ਪੜ੍ਹੋਗੇ ਤਾਂ ਅੱਗੇ ਜਾ ਕੇ ਆਊਗਾ ਇੱਕ ਈੜੀ ਨੂੰ ਸਿਹਾਰੀ ਤੇ ਕੱਕਾ। ਉਸ ਇੱਕ ਦਾ ਅਰਥ ਜ਼ਰੂਰੀ ਨਹੀਂ ਹੋਏਗਾ ਇੱਕ ਹੋਵੇ, ਹੋ ਸਕਦਾ ਉਹਦੇ ਇੱਕ ਦੇ ਅਰਥ ਕਈ ਹੋਵੇ। ਇੱਕ ਆਵੇਂ, ਇੱਕ ਜਾਹੇ ਉੱਠ, ਕਈ ਇੱਥੇ ਆਉਂਦੇ ਨੇ ਤੇ ਕਈ ਇੱਥੇ ਜਾਂਦੇ ਨੇ। ਇੱਕ ਹੁਕਮੀ ਸਦਾ ਭਵਾਈ ਹੈ, ਜਪਜੀ ਸਾਹਿਬ ਜੀ ਅੱਗੇ ਜਾ ਕੇ ਆਏਗਾ, ਇੱਕ ਹੁਕਮੀ ਸਦਾ ਭਵਾਈ ਹੈ। ਉਹਦਾ ਅਰਥ ਇਹ ਨਹੀਂ ਹੋਣਾ ਵੀ ਇੱਕ ਨੇ ਹੁਕਮ ਨੂੰ ਸਮਝਿਆ ਤੇ ਭਵਾ ਲਿਆ, ਨਹੀਂ। ਬਹੁਤ ਸਾਰੇ ਐਸੇ ਨੇ ਜਿਹੜੇ ਹੁਕਮ ਨੂੰ ਨਹੀਂ ਸਮਝ ਸਕੇ ਤੇ ਉਸ ਸੰਸਾਰ ਦੀ ਉਲਝਣ ਵਿੱਚ ਪੈ ਗਏ। ਇਹਦਾ ਮਤਲਬ ਜਦੋਂ ਈੜੀ ਨੂੰ ਸਿਹਾਰੀ, ਕੱਕਾ, ਕੱਕੇ ਨੂੰ ਵੀ ਸਿਹਾਰੀ ਆ ਜਾਂਦੀ ਹੈ ਕਿਤੇ, ਉੱਥੇ ਏਦਾਂ ਜਦੋਂ ਇੱਕ ਆਏਗਾ ਤਾਂ ਉਸ ਇੱਕ ਦੇ ਅਰਥ 1 ਨਹੀਂ ਹੋਣਗੇ, ਉਸ ਇੱਕ ਦੇ ਅਰਥ ਇੱਕ ਨਹੀਂ ਹੋਏਗਾ। ਉੱਥੇ ਅਰਥ ਪ੍ਰਕਰਣ ਦੇ ਅਕੋਰਡਿੰਗ ਜਿਹੜੇ ਆ, ਜਾਂ ਉਹ ਜਿਹੜਾ ਸੰਦਰਭ ਚੱਲ ਰਿਹਾ ਹੋਏਗਾ ਉਹਦੇ ਅਕੋਰਡਿੰਗ ਵੇਖਣੇ ਪੈਣਗੇ ਵੀ ਉਹਦੇ ਅਰਥ ਕੀ ਨੇ। ਪਰ ਇੱਥੇ ਇੱਕ ਦੇ ਅਰਥ ਇੱਕੋ ਹੀ ਨੇ। ਜੇ ਈੜੀ ਨਾਲ ਸਿਹਾਰੀ ਪਾ ਕੇ ਇੱਥੇ ਇੱਕ ਲਿਖਿਆ ਹੁੰਦਾ ਤਾਂ ਬਹੁਤ ਸਾਰੇ ਧਰਮ ਦੇ ਲੋਕਾਂ ਨੇ ਇੱਥੇ ਇੱਕ ਦੇ ਅਰਥ 1 ਸਿੰਗਲ ਨਹੀਂ ਸੀ ਕਰਨ ਦੇਣੇ। ਉਹਨਾਂ ਕਹਿਣਾ ਸੀ ਬਾਬੇ ਨੇ ਵੀ ਕਈਆਂ ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੂੰ ਐਗਜ਼ਾਮਪਲ ਅੱਗੋਂ ਮਿਲ ਜਾਣੀ ਸੀ ਵੀ ਇੱਕ ਦੇ ਅਰਥ ਕਈ ਵੀ ਹੈਗੇ ਨੇ।
ਸੋ ਇਹ ਇੱਕ ਖੂਬਸੂਰਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਵੀ ਜਦੋਂ ਉਹਨਾਂ ਨੇ ਕਿਸੇ ਗੱਲ ਨੂੰ ਸ਼ੁਰੂ ਕੀਤਾ ਆ ਤਾਂ ਉਹਨੂੰ ਬਾ ਕਮਾਲ ਉਹ 500 ਸਾਲ ਪਹਿਲਾਂ ਅੱਜ ਤੇ ਉਹਨਾਂ ਨੂੰ ਉਹਦੇ ਅਰਥ ਬਦਲੇ ਜਾ ਸਕਦੇ ਆ, ਉਹਦੇ ਅਰਥ ਸਮੇਂ ਨਾਲ ਚੇਂਜ ਕੀਤੇ ਜਾ ਸਕਦੇ, ਇਦਾਂ ਨਾ ਹੋ ਜਾਏ। ਉਹਦੇ ਲਈ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਇੱਕ ਗੁਰੂ ਸਾਹਿਬ ਜੀ ਨੇ ਗਿਣਤੀਵਾਚਕ ਲਿਖ ਕੇ ਉਹਦੇ ਅੱਗੇ ਲਿਖਤਾ ਓਮਕਾਰ, ਜਿਹਦਾ ਅਰਥ ਹੈ ਰੱਬ ਇੱਕ ਹੈ ਪਰ ਉਹ ਕਿਸੇ ਖਾਸ ਥਾਂ ਤੇ ਨਹੀਂ ਹੈ। ਬੜੇ ਗੱਲ ਧਿਆਨ ਨਾਲ ਸਮਝ ਲਿਓ, ਰੱਬ ਇੱਕ ਹੈ ਪਰ ਉਹ ਖਾਸ ਥਾਂ ਤੇ ਨਹੀਂ ਹੈ। ਕਿੱਥੇ ਹੈ ਉਹ? ਜर्रे जर्रे ਚ ਹੈ, ਪੂਰੀ ਸ੍ਰਿਸ਼ਟੀ ਵਿੱਚ ਹੈ, ਹਰ ਕਿਸੇ ਦੇ ਵਿੱਚ ਹੈ। ਹੁਣ ਵੇਖੋ, ਇੱਕ ਤੇ ਪੂਰੇ ਸੰਸਾਰ ਵਿੱਚ, ਇਹਦਾ ਮਤਲਬ ਹੈ ਜਿਵੇਂ ਅਸੀਂ ਧਾਰਮਿਕ ਸਥਾਨਾਂ ਪ੍ਰਤੀ ਸ਼ਰਧਾ, ਪਿਆਰ, ਉਹਨਾਂ ਨੂੰ ਖੂਬਸੂਰਤ ਬਣਾਉਣ ਲਈ ਆਪਣੇ ਕੋਲੋਂ ਜੇਬ ਵਿੱਚੋਂ ਪੈਸਾ ਕੱਢਣ ਲੱਗਿਆਂ ਮਾਣ ਫੀਲ ਕਰਦੇ ਆ, ਤੇ ਸਾਨੂੰ ਲੱਗਦਾ ਵੀ ਸਾਡਾ ਧਰਮ ਦੇ ਲੇਖੇ ਲੱਗ ਗਿਆ। ਜੇ ਕਿਸੇ ਨੇ ਮੰਦਿਰ ਤੇ ਲਾ ਲਿਆ, ਗੁਰਦੁਆਰੇ ਤੇ ਲਾ ਲਿਆ, ਮਸਜਿਦ ਤੇ ਲਾ ਲਿਆ, ਉਹ ਕਹਿੰਦਾ ਮੇਰਾ ਪੈਸਾ ਧਰਮ ਦੇ ਕੰਮ ਲੱਗ ਗਿਆ। ਗੁਰੂ ਸਾਹਿਬ ਜੀ ਕਹਿੰਦੇ ਮੇਰੇ ਬੱਚਿਆ ਲਾਗੇ ਆ ਮੇਰੇ, ਮੈਂ ਤੇਰਾ ਧਰਮ ਦਾ ਦਾਇਰਾ ਵੱਡਾ ਕਰਾਂ, ਮੈਂ ਤੈਨੂੰ ਧਰਮ ਦੀ ਥਾਂ ਖੁੱਲੀ ਕਰ ਦਿਆਂ। ਤੇਰੀ ਜਿੰਨੀ ਸ਼ਰਧਾ, ਜਿੰਨਾ ਪਿਆਰ, ਜਿੰਨਾ ਵਿਸ਼ਵਾਸ ਤੂੰ ਇੱਕ ਥਾਂ ਨੂੰ ਖੂਬਸੂਰਤ ਬਣਾਉਣ ਤੇ ਲਾਉਣਾ ਨਾ, ਇੰਨਾ ਹੀ ਜ਼ੋਰ ਕਿਤੇ ਪੂਰੇ ਸੰਸਾਰ ਨੂੰ ਖੂਬਸੂਰਤ ਬਣਾਉਣ ਤੇ ਲਾ, ਕਿਉਂਕਿ ਇਹ ਵੀ ਰੱਬ ਦਾ ਘਰ ਹੈ। ਹੁਣ ਇੱਥੇ ਵੀ ਇੱਕ ਮੁਸ਼ਕਲ ਆਉਣੀ ਹੈ। ਜਿਹੜਾ ਬੰਦਾ ਇਹ ਵਿਚਾਰਧਾਰਾ ਸਿਰਜ ਕੇ ਬੈਠਾ ਆ ਵੀ ਮੈਂ ਧਾਰਮਿਕ ਥਾਂ ਤੇ ਬੈਠਾ, ਮੇਰੇ ਕੋਲ ਤੁਸੀਂ ਮਾਇਆ ਲੈ ਕੇ ਆਓ। ਜੇ ਅੱਜ ਦੇ ਸੌਖੇ ਤਰੀਕੇ ਨਾਲ ਖਾਲਸਾ ਏਡ ਦੀ ਗੱਲ ਕਰ ਲੈਂਦੇ ਹਾਂ ਆਪਾਂ। ਹੁਣ ਖਾਲਸਾ ਏਡ ਨੇ ਜਿਹੜੀ ਧਰਮ ਦੀ ਪਰਿਭਾਸ਼ਾ, ਜਿਹੜੀ ਧਰਮ ਦੀ ਡੈਫੀਨੇਸ਼ਨ ਦੁਨੀਆ ਦੇ ਸਾਹਮਣੇ ਰੱਖੀ ਹੈ ਨਾ ਅੱਜ ਦੇ ਦੌਰ ਵਿੱਚ, ਮੈਨੂੰ ਨਹੀਂ ਲੱਗਦਾ ਇਸ ਤੋਂ ਖੂਬਸੂਰਤ ਕੋਈ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ। ਕਿੰਨੀ ਖੂਬਸੂਰਤ ਐਗਜ਼ਾਮਪਲ ਹੈ। ਜਿਹਨੂੰ ਲੋੜ ਹੈ ਨਾ, ਉਹ ਕਿਹੜੇ ਧਰਮ ਦਾ ਆ, ਉਹ ਸਵੇਰੇ ਰਾਮ ਕਹਿੰਦਾ ਆ, ਅੱਲਾ ਕਹਿੰਦਾ ਆ, ਉਹ ਵੈਗਰੂ ਕਹਿੰਦਾ ਆ, ਉਹ ਨਿਤਨੇਮ ਕਰਦਾ ਆ, ਉਹ 5 ਨਮਾਜ਼ਾਂ ਪੜ੍ਹਦਾ, ਇਹਦੇ ਨਾਲ ਫਰਕ ਨਹੀਂ ਪੈਂਦਾ। ਅੱਛਾ ਵੇਖੋ, ਖਾਲਸਾ ਏਡ ਨੇ ਐਗਜ਼ਾਮਪਲ ਸੈੱਟ ਕੀਤੀ, ਲਈ ਕਿੱਥੋਂ? ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਐਗਜ਼ਾਮਪਲ ਸੈੱਟ ਕੀਤੀ। ਜਦੋਂ ਸਰਦਾਰ ਰਵੀ ਸਿੰਘ ਜੀ ਬਿਮਾਰ ਹੋਏ ਤੇ ਜੇ ਉਹਨਾਂ ਨੇ ਇਲਾਜ ਕਰਾਉਣ ਲੱਗਿਆਂ ਕਿਸੇ ਦਾ ਧਰਮ ਨਹੀਂ ਵੇਖਿਆ, ਤੇ ਜਦੋਂ ਉਹ ਬਿਮਾਰ ਹੋਇਆ ਤਾਂ ਉਹਦਾ ਉਹਨਾਂ ਲਈ ਫਿਕਰਮੰਦ ਵੀ ਹਰ ਦੁਨੀਆ ਦਾ ਧਰਮ ਹੋਇਆ। ਜੇ ਲੱਗਿਆ ਵੀ ਕਿਡਨੀ ਉਹਨਾਂ ਦੀ, ਤੇ ਜਿਹੜੇ ਬੰਦਿਆਂ ਦਾ ਜਿਨ੍ਹਾਂ ਦੇ ਨਾਮ ਦੇ ਮਗਰ ਸਿੰਘ ਨਹੀਂ ਲੱਗਦਾ, ਕਿਉਂਕਿ ਸਾਡੀ ਪਛਾਣ ਏਦਾਂ ਦੀ ਹੈ, ਉਹਨਾਂ ਦੇ ਨਾਮ ਦੇ ਮਗਰ ਖਾਨ ਲੱਗਦਾ ਆ, ਜਾਂ ਉਹਨਾਂ ਦੇ ਨਾਮ ਦੇ ਮਗਰ ਕੁਮਾਰ ਲੱਗਦਾ ਆ, ਜਾਂ ਉਹਨਾਂ ਦੇ ਨਾਮ ਦੇ ਮਗਰ ਰਾਮ ਲੱਗਦਾ ਆ, ਉਹਨਾਂ ਨੇ ਕਿਹਾ ਵੀ ਜੇ ਲੋੜ ਪਈ ਤੇ ਅਸੀਂ ਆਪਣੀ ਕਿਡਨੀ, ਅਸੀਂ ਖੁਦ ਕਿਸਮਤ ਹੋਵਾਂਗੇ। ਉਹ ਕਹਿੰਦੇ ਅਸੀਂ ਖੁਦ ਨਸੀਬ ਸਮਝਾਂਗੇ, ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਜੇ ਸਾਡੀ ਕਿਡਨੀ ਖਾਲਸਾ ਜੀ ਦੇ ਜਿਹੜੇ ਰਵੀ ਸਿੰਘ, ਸਰਦਾਰ ਰਵੀ ਸਿੰਘ ਨੇ, ਉਹਨਾਂ ਦੇ ਕੰਮ ਆ ਜਾਏ। ਇਹ ਵੀ ਤਾਂ 21ਵੀਂ ਸਦੀ 'ਚ ਹੀ ਜੀਂਦੇ ਨੇ ਨਾ, ਇਹ ਕਿਸੇ ਦੂਜੇ ਮੁਲਕ ਤੋਂ ਤਾਂ ਲੋਕ ਨਹੀਂ ਆਏ, ਇਹਨਾਂ ਲਈ ਕੋਈ ਵੱਖਰੀ ਟ੍ਰੇਨਿੰਗ ਤਾਂ ਕੀਤੀ ਨਹੀਂ ਗਈ, ਇਹਨਾਂ ਨੂੰ ਕੋਈ ਵੱਖਰਾ ਏਦਾਂ ਚੀਜ਼ ਤਾਂ ਨਹੀਂ ਸਮਝਾਈ ਗਈ। ਇਹਦਾ ਮਤਲਬ ਹੈ ਇੱਕ ਚੀਜ਼ ਸਿਰਜਣ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਸਿਰਜ ਦਿੰਦੇ ਆ ਤਾਂ ਉਹਦੇ ਵਿੱਚੋਂ ਐਗਜ਼ਾਮਪਲਾਂ ਵੀ ਸੈੱਟ ਹੋਣੀਆਂ ਹੁੰਦੀਆਂ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣੀਆਂ ਵੀ ਹੁੰਦੀਆਂ। ਅੱਛਾ, ਇਹ ਯੁੱਗ ਏਦਾਂ ਦਾ ਵੀ ਹੈ। ਇੱਕ ਮੈਂ ਐਗਜ਼ਾਮਪਲ ਰਵੀ ਸਿੰਘ ਹੋਣਾ ਦੇ ਦਿੱਤੀ, ਜਿਨ੍ਹਾਂ ਨੇ ਇੱਕ ਓਂਕਾਰ ਨੂੰ ਸਮਝਿਆ, ਉਹਦੇ ਤੇ ਕੰਮ ਕੀਤਾ ਤੇ ਸਾਰੇ ਸੰਸਾਰ ਨੂੰ ਖੂਬਸੂਰਤ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ। ਤੇ ਦੂਜੇ ਬੰਨੇ ਉਹ ਵੀ ਲੋਕ 21ਵੀਂ ਸਦੀ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਹਸਪੀਟਲ ਬਣਾਏ ਲੋਕਾਂ ਦਾ ਇਲਾਜ ਕਰਨ ਵਾਸਤੇ, ਤੇ ਹਸਪੀਟਲ ਦੇ ਵਿੱਚ ਕੋਲੋਂ 100 ਰੁਪਈਆ ਦੇ ਕੇ ਬੈੱਡ ਤੇ ਬੰਦਾ ਲੰਮਾ ਪਾ ਲਿਆ, ਔਰ ਉਹਨੂੰ ਕਿਹਾ ਵੀ ਤੂੰ ਤੜਫੀ ਉਹਨਾਂ ਚਿਰ, ਤੇ ਜੇ ਬਾਹਰ ਕੋਈ 5-10 ਲੱਖ ਵਾਲਾ ਗਾਹਕ ਆ ਜਾਏਗਾ ਤੇ ਤੈਨੂੰ ਕਹਾਂਗੇ ਤੂੰ ਚਲਾ ਜਾ ਤੇ ਬੈੱਡ ਉਹਨੂੰ ਦੇ ਦੇ। ਇਹ ਵੀ ਤਾਂ ਲੋਕ ਇਸੇ ਦੁਨੀਆ 'ਚ ਹੀ ਨੇ ਨਾ। ਔਰ ਅੱਛਾ, ਜਿਹਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਨੇ 200-400 ਰੁਪਈਆ ਕਿਰਾਏ ਤੇ ਦੇ ਕੇ ਬੈੱਡ ਤੇ ਬੰਦਾ ਲੰਮਾ ਪਾਇਆ ਸੀ, ਤੇ ਉਹਦੇ ਤੋਂ ਬਾਅਦ ਜਦੋਂ 5 ਲੱਖ ਵਾਲਾ ਗਾਹਕ ਆ ਗਿਆ ਤੇ ਬੈੱਡ ਉਹਨੂੰ ਦੇ ਦਿੱਤਾ, ਇਹ ਵੀ ਦੁਨੀਆ 'ਚ ਕੋਈ ਚੰਗਾ ਸਿਰ ਜਾਣਗੇ? ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਬੱਚੇ ਕਿੱਦਾਂ, ਇਹਨਾਂ ਦੇ ਬੱਚੇ ਕਿੱਦਾਂ ਦੇ ਹੋਣਗੇ, ਇਹਨਾਂ ਦਾ ਆਲਾ ਦੁਆਲਾ ਕਿੱਦਾਂ ਦਾ ਹੋਏਗਾ, ਇਹਨਾਂ ਦੇ ਮੈਨੇਜਰ ਕਿੱਦਾਂ ਦੇ ਹੋਣਗੇ, ਇਹ ਕਿਹੋ ਜਿਹੀ ਸੁਸਾਇਟੀ ਸਿਰਜਣਗੇ। ਔਰ ਕੀ ਇਹਨਾਂ ਬੰਦਿਆਂ ਦਾ, ਮੈਂ ਬੜੀ ਵਾਰ ਇਹ ਐਗਜ਼ਾਮਪਲ ਸਾਂਝੀ ਕਰਦਾ ਹੁੰਦਾ ਜਦੋਂ ਵੀ ਬੱਚਿਆਂ ਨਾਲ ਗੱਲ ਕਰੀਦੀ ਹੈ ਵੀ ਦੁਨੀਆ ਤੇ ਕੋਈ ਵੀ ਬੰਦਾ ਜੇ
ठीक है कोई अरबांपति खरबांपति हो सकता है, समाज की एक दौड़ है, ਆਪਾਂ ਇਹਦੇ ਤੇ ਗੱਲ ਫਿਰ ਕਰਾਂਗੇ ਕਿਤੇ। ਸਮਾਜ ਦੀ ਇੱਕ ਦੌੜ ਹੈ, ਅਸੀਂ ਇਕੋਨਮੀ ਨੂੰ ਮਹਾਨਤਾ ਨਾਲ ਜੋੜਿਆ ਹੈ ਤੇ ਸਾਡੇ ਬੜੇ ਠੇਠ ਸ਼ਬਦ ਨੇ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਇਦਾਂ ਨਹੀਂ ਹੈ। ਰੁਤਬਿਆਂ ਨੂੰ ਅਸੀਂ ਜਿਹੜਾ ਆ ਉਹ ਸਿਆਣਪ ਨਾਲ ਜੋੜਤਾ। ਕੋਈ ਵੱਡੇ ਰੁਤਬੇ ਤੇ ਆ ਤੇ ਸਿਆਣਾ ਆ, ਅਸੀਂ ਮਰੇ ਹੀ ਤਾਂ ਆ ਨਾ ਵੀ ਰੁਤਬੇ ਵਾਲੇ ਦੇ ਜਿਹੜਾ ਬੰਦਾ ਰੁਤਬੇ ਤੇ ਆ, ਜਿਹੜਾ ਕਿਸੇ ਪੋਸਟ ਤੇ ਬਹਿ ਗਿਆ, ਅਸੀਂ ਕਹਿੰਦੇ ਸਿਆਣਾ ਆ। ਨਹੀਂ, ਏਦਾਂ ਨਹੀਂ ਹੁੰਦਾ। ਸਿਆਣਾ ਸਿਆਣਾ ਹੀ ਹੁੰਦਾ ਆ, ਉਹਦੇ ਕੋਲ ਰੁਤਬਾ ਹੈਗਾ ਆ, ਉਹ ਕਿਸੇ ਖਾਸ ਥਾਂ ਤੇ ਇਹ ਗੱਲ ਮੈਟਰ ਨਹੀਂ ਕਰਦੀ। ਔਰ ਇਹ ਤਾਂ ਹੀ ਸਮਝ ਲੱਗੂਗੀ ਜਦੋਂ ਅਸੀਂ ਏਕ ਓਂਕਾਰ ਤੇ ਕੇਂਦਰਿਤ ਹੋਵਾਂਗੇ। ਹੁਣ ਵੇਖੋ, ਆਪਾਂ ਫਿਰ ਵਾਪਸ ਆਉਂਦੇ ਆ। ਏਕ ਓਂਕਾਰ, ਰੱਬ ਇੱਕ ਹੈ ਤੇ ਸਾਰਿਆਂ 'ਚ ਹੈ। ਇਸ ਕਰਕੇ ਜੇ ਰੱਬ ਨੂੰ ਪਾਉਣਾ ਆ ਤੇ ਸਾਰਿਆਂ ਨੂੰ ਪਾਉਣਾ ਹੈ। ਰੱਬ ਮਿਲ ਜਾਏ, ਸਾਨੂੰ ਸਮਾਜ ਵਿੱਚ ਲੋਕਾਂ ਦਾ ਪਿਆਰ ਮਿਲ ਜਾਏ, ਰੱਬ ਮਿਲ ਜੂਗਾ। ਗੁਰੂ ਨਾਨਕ ਦੀ ਆਈਡੀਓਲੋਜੀ ਇਹ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਫਿਲਾਸਫੀ ਇਹ ਹੈ। ਰੱਬ ਸਾਨੂੰ ਕਿਤੇ ਮਿਲੇਗਾ। ਬਹੁਤ ਸਾਰੇ ਲੋਕਾਂ ਨੇ ਕਿਹਾ ਅੱਖਾਂ ਮੀਟਾਂਗੇ, ਫਿਰ ਵੱਖਰੀ ਦੁਨੀਆ 'ਚ ਜਾਵਾਂਗੇ, ਫਿਰ ਕੋਈ ਵੱਖਰੇ ਤਰ੍ਹਾਂ ਦਾ ਕਰਮ ਕਰਾਂਗੇ, ਰੱਬ ਮਿਲ ਜਾਏਗਾ। ਨਹੀਂ, ਲੋੜ ਪੈਣ ਤੇ ਸਾਡੀ ਬਾਂਹ ਫੜ ਲੈ, ਕੋਈ ਏਦਾਂ ਦੀ ਦੁਨੀਆ ਸਿਰਜ ਦਈ ਹੈ ਤੇ ਅਸੀਂ ਕਿਸੇ ਦੀ ਲੋੜ ਪੈਣ ਤੇ ਕਿਸੇ ਦੀ ਬਾਂਹ ਫੜਨ ਜੋਗੇ ਹੋ ਜਾਈਏ, ਰੱਬ ਇਹੋ ਹੀ ਹੈ। ਹੋਰ ਕੋਈ ਵੱਖਰੀ ਤਰ੍ਹਾਂ ਦਾ ਰੱਬ ਦੁਨੀਆ 'ਚ ਸਿਰਜ ਕੇ ਨਹੀਂ ਅਸੀਂ ਕਿਸੇ ਨੂੰ ਬਣਾ ਕੇ ਦੱਸਣਾ, ਤੇ ਨਾ ਹੀ ਕੋਈ ਦੁਨੀਆ 'ਚ ਰੱਬ ਦੀ ਏਦਾਂ ਦੀ ਗੱਲ ਹੈ। ਔਰ ਇਹ ਪ੍ਰਮਾਤਮਾ, ਇਸ ਗੋਡ ਦੀ ਗੱਲ, ਇਸ ਅੱਲਾਹ ਤਾਲਾ ਦੀ ਗੱਲ, ਇਸ ਵਾਹਿਗੁਰੂ ਦੀ ਗੱਲ ਮੈਨੂੰ ਨਹੀਂ ਲੱਗਦਾ ਦੁਨੀਆ 'ਚ ਕਿਸੇ ਵੀ ਬੰਦੇ ਨੂੰ ਪਸੰਦ ਨਾ ਆਵੇ। ਪਰ ਜੇ ਅਸੀਂ ਉਹਦੀ ਵਿਆਖਿਆ ਠੀਕ ਕਰ ਪਾਵਾਂਗੇ ਤੇ ਹੁਣ ਗੱਲ ਕਰਦੇ ਹਾਂ ਸਤਨਾਮ। ਏਕ ਓਂਕਾਰ ਸਤਨਾਮ, ਉਹ ਇੱਕ ਹੈ ਤੇ ਸੱਚਾ ਆ, ਤੇ ਉਹਨੂੰ ਵੀ ਸੱਚੇ ਹੀ ਪਸੰਦ ਨੇ। ਕਿਉਂਕਿ ਸਾਡੀ ਮੈਂਟੈਲਿਟੀ ਏਦਾਂ ਦੀ ਹੈ, ਅਸੀਂ ਜਿਹੋ ਜਿਹੇ ਆਪ ਹੁੰਦੇ ਹਾਂ ਉਹੋ ਜਿਹੀ ਸੁਸਾਇਟੀ 'ਚ ਬਹਿਣਾ ਪਸੰਦ ਕਰਦੇ ਹਾਂ। ਜਿਹੜੇ ਨਾਲ ਸਾਡੇ ਵਿਚਾਰ ਨਹੀਂ ਰਲਦੇ, ਅਸੀਂ ਉਹਦੇ ਤੋਂ, ਜੇ ਅਸੀਂ ਉਹਦੇ ਵਿਚਾਰ ਬਦਲ ਨਹੀਂ ਸਕਦੇ ਤਾਂ ਅਸੀਂ ਬਾਈਪਾਸ ਤਾਂ ਹੁੰਦੇ ਆ ਨਾ ਉਹਦੇ ਤੋਂ, ਵੀ ਲੋੜ ਨਹੀਂ ਇਹਦੇ ਲਾਗੇ ਬੈਠਣ ਦੀ। ਤੇ ਜੇ ਉਹ ਸੱਚਾ ਆ, ਉਹਦਾ ਨਾਮ ਬੜਾ ਸੱਚਾ ਆ, ਤੇ ਉਹਨੂੰ ਪ੍ਰਵਾਨ ਵੀ ਸੱਚੇ ਹੀ ਨੇ। ਤੇ ਇਸ ਕਰਕੇ ਆਪਣੀ ਜ਼ਿੰਦਗੀ 'ਚ ਸਚਿਆਰਪਣ ਲਿਆਉਣ ਦੀ ਕੋਸ਼ਿਸ਼ ਕਰੀਏ। ਤੇ ਸਚਿਆਰਪਣ ਦਾ ਮਤਲਬ ਹੀ ਇਹ ਹੈ, ਸੱਚੇ ਦਾ ਮਤਲਬ ਅੱਜ ਬਹੁਤ ਤਰ੍ਹਾਂ ਦੇ ਵੀ ਮੈਂ ਸੱਚਾ ਆ, ਇਹ ਝੂਠਾ ਆ, ਇਹ ਬਹੁਤ ਸੌਖਾ ਫਾਰਮੂਲਾ ਆ। ਤੇ ਜੇ ਕਿਸੇ ਦੀ ਕਿਸੇ ਨਾਲ ਬਣੇ ਨਾ, ਤਾਂ ਉਹ ਕਹਿੰਦੇ ਸੱਚਿਆਂ ਦੀ ਨਹੀਂ ਬਣਦੀ ਹੁੰਦੀ। ਹਾਲਾਂਕਿ ਹੋ ਸਕਦਾ ਤੇਰੀਆਂ ਮਾੜੀਆਂ ਆਦਤਾਂ ਕਰਕੇ ਹੀ ਨਾ ਬਣਦੀ ਹੋਵੇ, ਪਰ ਐਗਜ਼ਾਮਪਲ ਉਹ ਕਹਿੰਦੇ ਸੱਚਿਆਂ ਦੀ ਘੱਟ ਲੋਕਾਂ ਨਾਲ। ਏਦਾਂ ਨਹੀਂ ਹੈ। ਸੱਚੇ ਹੋਈਏ ਤੇ ਸਚਿਆਰ ਬਣਨ ਦਾ ਮਤਲਬ ਹੈ ਪੂਰੀ ਮਾਨਵਤਾ ਨੂੰ ਪਿਆਰ ਕਰਨ ਦਾ ਯਤਨ ਕਰੀਏ। ਸਤਨਾਮ ਕਰਤਾ, ਕ੍ਰੀਏਟ ਕਰਨ ਵਾਲਾ, ਬਣਾਉਣ ਵਾਲਾ ਇੱਕੋ ਹੀ ਹੈ, ਅਲੱਗ-ਅਲੱਗ ਨਹੀਂ ਹੈ। ਤੇ ਉਹਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨਹੀਂ ਬਣਾਏ, ਉਹਨੇ ਇੱਕ ਤਰ੍ਹਾਂ ਦੇ ਲੋਕ ਬਣਾਏ ਨੇ। ਅਲੱਗ-ਅਲੱਗ ਤਰ੍ਹਾਂ ਦੀ ਵਿਚਾਰਧਾਰਾ ਉਹਦੇ ਤੋਂ ਬਾਅਦ ਸਿਰਜੀ ਗਈ ਹੈ ਬੰਦਿਆਂ ਵੱਲੋਂ। ਕਰਤਾ ਪੁਰਖ, ਜਿਵੇਂ ਓਂਕਾਰ ਦੇ ਅਰਥ ਆਪਾਂ ਉੱਤੇ ਕੀਤੇ ਸੀ ਵੀ ਕਰਤਾ ਬਣਾਉਣ ਵਾਲਾ, ਤੇ ਪੁਰਖ ਬਣਾ ਕੇ ਵਿੱਚ ਹੀ ਬੈਠਾ ਹੋਇਆ, ਉਹ ਬਾਹਰ ਨਹੀਂ ਗਿਆ। ਉਹਨੂੰ ਲੱਭਣ ਵਾਸਤੇ ਬਾਹਰ ਨੂੰ ਨਹੀਂ ਜਾਣਾ, ਅੰਦਰ ਨੂੰ ਤੁਰਨਾ ਹੈ। ਖੁਦ ਤੇ ਕੰਮ ਕਰਨਾ ਹੈ, ਅਸੀਂ ਆਪਣੇ ਆਪ ਤੇ ਵਰਕ ਕਰਨਾ ਹੈ। ਜਦੋਂ ਅਸੀਂ ਆਪਣੇ ਆਪ ਤੇ ਵਰਕ ਕਰਾਂਗੇ ਤੇ ਸਾਨੂੰ ਆਪਣੇ ਅੰਦਰੋਂ ਹੀ ਉਹ ਮਿਲੇਗਾ। ਬਾਣੀ 'ਚ ਬਹੁਤ ਸਾਰੇ ਵਾਕਿਆ ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਨੇ ਵਰਤੇ ਆ। ਮਹਾਰਾਜ ਕਹਿੰਦੇ ਘਟ ਹੀ ਮਾਹ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਰੱਬ ਤੇਰੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ। ਘਟ ਹੀ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਇਹ ਗੁਰੂ ਦੀ ਗੱਲ ਹੈ ਕਿ ਉਹ ਬਾਹਰ ਤੇ ਅੰਦਰ ਇੱਕੋ ਹੀ ਹੈ। ਜਿਹੜਾ ਅੰਦਰ ਤੇ ਬਾਹਰ, ਉਹਨੂੰ ਦੋ ਤਰ੍ਹਾਂ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੀਏ। ਪੁਰਖ, ਕਰਤਾ ਪੁਰਖ। ਅੱਗੇ ਸ਼ਬਦ ਆਉਂਦਾ ਨਿਰਭਉ ਤੇ ਨਿਰਵੈਰ। ਬਹੁਤ ਖੂਬਸੂਰਤ ਗੱਲ ਹੈ ਜੇ ਸਮਾਜ ਅੱਜ ਨਿਰਭਉ ਤੇ ਨਿਰਵੈਰ ਬਣਦੇ। ਨਾ ਅਸੀਂ ਨਿਰਭਉ ਬਣ ਪਾਉਂਦੇ ਹਾਂ ਤੇ ਨਾ ਹੀ ਅਸੀਂ ਨਿਰਵੈਰ ਬਣ ਪਾਉਂਦੇ ਹਾਂ। ਅਸੀਂ ਡਰਦੇ ਵੀ ਹਾਂ ਤੇ ਅਸੀਂ ਵੈਰ ਵੀ ਰੱਖਦੇ ਹਾਂ। ਡਰਦੇ ਹਾਂ ਅਸੀਂ ਤਾਕਤ ਤੋਂ, ਡਰਦੇ ਹਾਂ ਅਸੀਂ ਆਪਣੇ ਤੋਂ ਵੱਧ ਤਾਕਤ ਵਾਲੇ ਤੋਂ। ਇਸੇ ਕਰਕੇ ਸਰਕਾਰਾਂ ਗਲਤ ਨੀਤੀਆਂ ਲੋਕਾਂ ਤੇ ਲਾਗੂ ਕਰ ਜਾਂਦੀਆਂ, ਕਿਉਂਕਿ ਸਰਕਾਰ ਪਾਵਰ ਵਿੱਚ ਹੁੰਦੀ ਹੈ ਤੇ ਲੋਕ ਪਾਵਰ ਵਿੱਚ ਨਹੀਂ ਹੁੰਦੇ, ਤੇ ਉਹ ਗਲਤ ਨੀਤੀਆਂ ਦਾ ਵਿਰੋਧ ਨਹੀਂ ਕਰ ਪਾਉਂਦੇ। ਔਰ ਜਦੋਂ ਉਹਦਾ ਵਿਰੋਧ ਨਹੀਂ ਕਰ ਪਾਉਂਦੇ ਤੇ ਸਰਕਾਰਾਂ ਨੂੰ ਐਂ ਲੱਗਦਾ ਹੁੰਦਾ ਵੀ ਸਾਡੇ ਗਾੜੀ ਕਿਹੜਾ ਕਿਸੇ ਨੇ ਬੋਲਣਾ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਨਿਰਭਉ, ਡਰ ਦੂਰ ਕਰਨਾ ਹੈ। ਵੱਧ ਤੋਂ ਵੱਧ ਕੀ ਹੋਏਗਾ, ਜੀਵਨ ਲੀਲਾ ਖਤਮ ਹੀ ਹੋ ਜਾਏਗੀ। ਤੇ ਡਰ ਕੇ ਜੀਣ ਨਾਲੋਂ ਚੰਗਾ ਥੋੜੀ ਜ਼ਿੰਦਗੀ ਜੀ ਲੈਣੀ ਬਹੁਤ ਸੋਹਣੀ ਹੁੰਦੀ ਹੈ। ਨਿਰਵੈਰ, ਵੈਰ ਨਹੀਂ ਰੱਖਣਾ ਕਿਸੇ ਨਾਲ। ਵੈਰ ਦਾ ਮਤਲਬ ਇਹ ਹੁੰਦਾ ਵਾ ਵੀ ਅਸੀਂ ਜਿਹੜਾ ਧਰਮ ਦੀ ਦੁਨੀਆ 'ਚ ਵੈਰ ਪੈਦਾ ਹੋਇਆ ਨਾ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ,
ਕਿ ਸਾਡੇ ਵਾਲਾ ਚੰਗਾ ਤੁਹਾਡੇ ਵਾਲਾ ਮਾੜਾ, ਅਸੀਂ ਵਧੀਆ ਤੁਸੀਂ ਮਾੜੇ, ਸਾਡਾ ਭਗਵਾਨ ਚੰਗਾ ਆ, ਸਾਡਾ ਰਾਮ ਚੰਗਾ ਆ, ਸਾਡਾ ਅੱਲਾ ਚੰਗਾ ਆ, ਸਾਡਾ ਵਾਹਿਗੁਰੂ ਚੰਗਾ ਆ, ਇਸ ਤਰ੍ਹਾਂ ਦੇ ਵੈਰ ਪਾਲ ਕੇ ਅਸੀਂ ਰੱਬ ਦੀ ਗੱਲ ਨਹੀਂ ਕਰ ਸਕਦੇ। ਇਹਦੇ ਤੋਂ ਅੱਗੇ ਅਸੀਂ ਸਮਾਜ ਵਿੱਚ ਵੀ ਕਿਸੇ ਨਾਲ ਵੈਰ ਨਹੀਂ ਰੱਖਣਾ, ਅਮੀਰੀ ਗਰੀਬੀ ਦਾ ਵੈਰ ਦਾ ਪਾੜਾ ਵੀ ਦੂਰ ਕਰਨਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਠੀਕ ਕਰਨਾ ਕਿਸੇ ਨੂੰ ਤੇ ਵੈਰ ਰੱਖਣਾ, ਠੀਕ ਕਰਨ ਲਈ ਵਰਕ ਕਰਨਾ ਬੜੀ ਖੂਬਸੂਰਤ ਗੱਲ ਹੈ, ਪਰ ਵੈਰ ਰੱਖਣਾ ਠੀਕ ਗੱਲ ਨਹੀਂ ਹੈ, ਨਿਰਵੈਰ। ਔਰ ਗੁਰੂ ਸਾਹਿਬ ਜੀ ਫਿਰ ਇਹਦੇ ਤੋਂ ਅੱਗੇ ਸ਼ਬਦ ਵਰਤੇ ਆ, ਨਿਰਭਉ ਨਿਰਵੈਰ, ਅਕਾਲ ਮੂਰਤ। ਅਕਾਲ ਦਾ ਅਰਥ ਹੁੰਦਾ ਜਿੱਤੇ ਦੇ ਸਮੇਂ ਦਾ ਪ੍ਰਭਾਵ ਨਾ ਹੋਵੇ। ਉਸ ਅਕਾਲ ਪੁਰਖ ਵਾਹਿਗੁਰੂ ਇੱਕ ਰੱਬ ਤੇ ਸਮੇਂ ਦਾ ਪ੍ਰਭਾਵ ਨਹੀਂ। ਅਸੀਂ ਸਮੇਂ ਦੇ ਪ੍ਰਭਾਵ 'ਚ ਨਹੀਂ ਪੈਣਾ। ਜਿਵੇਂ ਆਪਾਂ ਕਹਿੰਦੇ ਨੇ ਕਲਯੁਗ ਹੈ, ਜੇ ਇਹਦਾ ਮਤਲਬ ਹੈ ਅਸੀਂ ਸਮੇਂ ਦਾ ਪ੍ਰਭਾਵ ਕਬੂਲ ਲਿਆ ਤੇ ਸਾਡੀ ਖੁਦ ਤੇ ਪਕੜ ਨਹੀਂ, ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਹੈ ਤੇ ਸਾਡੇ ਉੱਤੇ ਵੀ ਸਮੇਂ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਅਕਾਲ ਮੂਰਤ, ਉਹਦੀ ਮੂਰਤ ਸਮੇਂ ਦੇ ਪ੍ਰਭਾਵ ਤੋਂ ਵੱਖਰੀ ਹੈ। ਭਾਵੇਂ ਬਚਪਨ, ਜਵਾਨੀ, ਬੁਢੇਪਾ, ਇਸ ਤਰ੍ਹਾਂ ਦੇ ਉਹ ਕਿਸੇ ਸਮੇਂ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਆ ਉਹ ਵੀ ਸਮੇਂ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ। ਇਹਦੀ ਵਿਆਖਿਆ ਬਹੁਤ ਲੰਮੀ ਚੌੜੀ ਕੀਤੀ ਜਾ ਸਕਦੀ ਹੈ। ਅਕਾਲ ਮੂਰਤ ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਜੰਮਣ ਮਰਨ ਵਿੱਚ ਨਹੀਂ ਪੈਂਦਾ। ਉਹ ਜਿਹੜਾ ਜੰਮਣ ਮਰਨ ਵਿੱਚ ਪੈਂਦਾ ਆ ਉਹ ਗੋਡ, ਅੱਲਾ, ਪ੍ਰਮਾਤਮਾ, ਰੱਬ ਨਹੀਂ ਹੋ ਸਕਦਾ। ਉਹ ਆਮ ਵਿਅਕਤੀਆਂ ਵਾਂਗ ਹੈ, ਇਸ ਕਰਕੇ ਉਹਨੂੰ ਜੰਮਣ ਮਰਨ ਦੇ ਗੇੜ ਵਿੱਚ ਆਪਾਂ ਪਾਉਣ ਦੀ ਕੋਸ਼ਿਸ਼ ਨਾ ਕਰੀਏ। ਉਹ ਅਜੂਨੀ ਹੈ ਤੇ ਉਹ ਜਰਰੇ ਜਰਰੇ ਵਿੱਚ ਵਸਦਾ ਆ। ਸਹਿ ਭੰਗ, ਸਹਿ ਭੰਗ ਦਾ ਮੀਨਿੰਗ ਹੁੰਦਾ ਆ ਉਹਨੂੰ ਕਿਸੇ ਨੇ ਨਹੀਂ ਬਣਾਇਆ। ਵੇਖੋ ਧਿਆਨ ਨਾਲ ਸਮਝਿਓ ਗੱਲ, ਇੱਥੇ ਰੱਬ ਬਣਾਏ ਗਏ ਆ ਔਰ ਰੱਬ ਬਣਾਉਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਉਹ ਘੜੀਆਂ ਗਈਆਂ ਆ, ਪਰ ਰੱਬ ਬਣਾਇਆ ਨਹੀਂ ਜਾ ਸਕਦਾ। ਜੇ ਬਣਾਇਆ ਜਾ ਸਕਦਾ ਫਿਰ ਬਣਾਉਣ ਵਾਲਾ ਵੱਡਾ ਹੋਏਗਾ ਤੇ ਰੱਬ ਛੋਟਾ ਹੋ ਜਾਏਗਾ। ਇਸ ਕਰਕੇ ਉਹ ਵੱਡਾ ਆ ਔਰ ਉਹ ਵੱਡਾ ਹੋਣ ਕਰਕੇ ਅਸੀਂ ਨਿੱਕੇ ਆ ਤੇ ਉਹਨੇ ਸਾਨੂੰ ਬਣਾਇਆ, ਅਸੀਂ ਉਹਨੂੰ ਨਹੀਂ ਬਣਾਇਆ। ਸਹਿ ਭੰਗ, ਉਹਨੂੰ ਕਿਸੇ ਨੇ ਕ੍ਰੀਏਟ ਨਹੀਂ ਕੀਤਾ, ਕਰਤਾ ਉਹਨੇ ਖੁਦ ਨੂੰ ਕ੍ਰੀਏਟ ਆਪ ਕੀਤਾ ਆ। ਆਪ ਹੀ ਨੇ ਆਪ ਸਾਜਿਓ ਵਾਲੀ ਗੱਲ ਬਾਣੀ ਵਿੱਚ ਬਹੁਤ ਥਾਵਾਂ ਤੇ ਸੱਚੇ ਪਾਤਸ਼ਾਹ ਜੀ ਨੇ ਵਰਤੀ ਹੈ। ਮਹਾਰਾਜ ਕਹਿੰਦੇ ਸਹਿ ਭੰਗ ਤੇ ਫਿਰ ਸ਼ਬਦ ਵਰਤੇ ਗੁਰ ਪ੍ਰਸਾਦ। ਹੁਣ ਇਹੋ ਜਿਹੇ ਰੱਬ ਨਾਲ ਮਿਲੀਏ ਕਿਵੇਂ? ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਨਾਲ, ਜੋ ਅੱਗੇ ਸਾਰੀ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੱਲ ਸਮਝਾਈ ਹੈ, ਉਹਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਵਿਚਾਰਾਂਗੇ ਔਰ ਉਹਦੇ ਤੇ ਸਾਰੇ ਚਰਚਾ ਵੀ ਰਲ ਮਿਲ ਕੇ ਕਰਾਂਗੇ। ਇਹ ਅੱਜ ਦੇ ਇਸ ਲੜੀ ਦੀ ਗੱਲਬਾਤ ਆਪਾਂ ਜਿਹੜੀ ਉਹ ਕੀਤੀ ਹੈ। ਜਿਹੜੀ ਅਗਲੀ ਗੱਲਬਾਤ ਵੀਰ ਗੌਰਵਦੀਪ ਸਿੰਘ ਤੇ ਭੈਣ ਤ੍ਰਿਸ਼ਮੀਤ ਕੌਰ, ਜਿਵੇਂ ਵੀ ਅਗਲੀ ਗੱਲਬਾਤ ਜੇ ਤੁਹਾਡੇ ਕਿਸੇ ਵੀਰ ਦੇ ਸਵਾਲ ਹੋਣਗੇ ਜਾਂ ਜਿਹੜੀਆਂ ਵੀ ਗੱਲਾਂ ਬਾਤਾਂ ਹੋਣਗੀਆਂ, ਤੇ ਫਿਰ ਵੀਰ ਗੌਰਵਦੀਪ ਸਿੰਘ ਦਾ ਹਮੇਸ਼ਾ ਹੀ ਇਹ ਹਰ ਤਰ੍ਹਾਂ ਦੀ ਚੜ੍ਹਦੀ ਕਲਾ ਵਿੱਚ ਬਹੁਤ ਤਰ੍ਹਾਂ ਦੇ ਯੋਗਦਾਨ ਇਹਨਾਂ ਦੇ ਸਮਾਜ ਪ੍ਰਤੀ ਹੈਗੇ ਆ। ਬੜੀਆਂ ਚੀਜ਼ਾਂ ਨੇ ਤੇ ਇੱਕ ਨਵਾਂ ਯੋਗਦਾਨ ਇਹਨਾਂ ਨੇ ਇਸ ਤਰ੍ਹਾਂ ਦਾ ਵੀ ਬਾਣੀ ਨੂੰ ਵੀ ਆਪਾਂ ਆਪਣੇ ਆਪਣੇ ਥਾਂ ਤੇ ਬੈਠ ਕੇ ਸਮਝੀਏ। ਇਹਨਾਂ ਦਾ ਧੰਨਵਾਦ ਕਰਨਾ ਬਣਦਾ ਤੇ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸੇਵਾ ਦਿੱਤਾ ਬਾਣੀ ਨੂੰ ਸਮਝਣ ਦਾ। ਮੇਰੇ ਵੱਲੋਂ ਭੁੱਲ ਚੁੱਕ ਲਈ ਖਿਮਾ ਆ। ਜਿਹੜੀ ਗੱਲਬਾਤ ਅਗਲੀ ਕਰੋਗੇ ਆਪਾਂ ਹਾਜ਼ਰ ਹਾਂ ਨਾਲ। ਆਓ ਜੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਬਹੁਤ ਬਹੁਤ। ਮੈਨੂੰ ਲੱਗਦਾ ਕਿ ਕਲਾਸ ਦਾ ਸਭ ਤੋਂ ਵਧੀਆ ਸਿਸਟਮ ਇਹੀ ਹੁੰਦਾ ਕਿ ਜੇ ਆਪਾਂ ਅੱਜ ਦੇ ਨਾਲ ਰਿਲੇਟ ਕਰਕੇ ਚੱਲੀਏ, ਕਿਉਂਕਿ ਨਾ ਬਹੁਤ ਜ਼ਿਆਦਾ ਆਪਾਂ ਅੱਗੇ ਚੱਲ ਕੇ ਅਕੈਡੈਮਿਕ ਵੀ ਹੋਵਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਮੂਲ ਮੰਤਰ ਦਾ ਪਾਠ ਤਾਂ ਆਪਾਂ ਕਰਦੇ ਹਾਂ ਰੋਜ਼, ਤਾਂ ਸਾਨੂੰ ਬਹੁਤੇ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਅਕੈਡੈਮਿਕਲੀ ਬੜੀਆਂ ਪਤਾ ਹੁੰਦੀਆਂ, ਪਰ ਉਹਨੂੰ ਅੱਜ ਦੇ ਤਰੀਕਿਆਂ ਦੇ ਨਾਲ ਜੋੜ ਕੇ ਵੇਖਣਾ ਮੈਨੂੰ ਬੜਾ ਵਧੀਆ ਲੱਗਿਆ ਕਿ ਆਪਾਂ ਇੱਕ ਓਂਕਾਰ ਤੇ ਕਿੰਨਾ ਸਮਾਂ ਲਾਇਆ। ਹੁਣ ਆਪਾਂ ਇਹਦੇ ਤੇ ਇਹਨਾਂ ਸਵਾਲਾਂ ਤੇ ਆਉਣਾ ਕਿ ਭਾਵੇਂ ਨਿੱਕੀਆਂ ਨਿੱਕੀਆਂ ਗੱਲਾਂ ਪਰ ਇਹਦੇ ਚੋਂ ਸਵਾਲ ਬੜੇ ਪੈਦਾ ਹੋ ਸਕਦੇ ਆ। ਸੋ ਸਵਾਲਾਂ ਤੇ ਆਈਏ ਜੀ। ਜਿਨ੍ਹਾਂ ਦੇ ਕੋਈ ਸਵਾਲ ਹੈ ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ, ਮੈਂ ਇਧਰੋਂ ਰੈਕਗਨਾਈਜ਼ ਕਰ ਲੂੰਗਾ ਜੀ। ਜਿਹਦਾ ਕੋਈ ਸਵਾਲ ਹੈ ਉਹ ਹੈਂਡ ਰੇਜ਼ ਕਰੇ ਜੀ ਅਤੇ ਸਵਾਲ ਪੁੱਛ ਸਕਦਾ ਜੀ। ਰਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੈਂ ਵੈਸੇ ਮੰਮੀ ਦੀ ਆਈਡੀ ਤੇ ਜੁਆਇਨ ਕੀਤਾ ਵੇ। ਅੱਛਾ ਜੀ, ਹਾਂਜੀ। ਤੇ ਮੇਰਾ ਇੱਕ ਸਵਾਲ ਹੈ ਕਿ ਮੈਂ ਮੇਰਾ ਸਵਾਲ ਮੈਨੂੰ ਪਤਾ ਹੈ ਹਰਟਿੰਗ ਵੀ ਲੱਗ ਸਕਦਾ ਹੈ, ਪਰ ਮੈਂ ਨਿਮਾਣਾ ਆ। ਮੇਰੇ ਮਨ 'ਚ ਇੱਕ ਸਵਾਲ ਉੱਠਦਾ ਹੈ ਤੇ ਕਾਫੀ ਚਿਰ ਦਾ ਉੱਠ ਰਿਹਾ ਕਿ ਜਦੋਂ ਅਸੀਂ ਗੁਰਬਾਣੀ ਸਟੱਡੀ ਕਰਦੇ ਹਾਂ ਤੇ ਅਜੂਨੀ, ਅਸੀਂ ਅਜੂਨੀ ਵਰਡ ਨੂੰ ਏਦਾਂ ਸਮਝਦੇ ਹਾਂ ਕਿ ਰੱਬ ਜਿਹੜਾ ਹੈ ਉਹ ਜੂਨਾਂ 'ਚ ਨਹੀਂ ਆਉਂਦਾ। ਪਰ ਦੂਜੇ ਪਾਸੇ ਅਸੀਂ ਕਈ ਵਾਰੀ ਇਹ ਵੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਉਹ ਕੀ ਕਹਿੰਦੇ ਹੈ ਰੱਬ ਦੇ ਅਵਤਾਰ ਦੇ ਰੂਪ ਵਿੱਚ ਸਮਝ ਲੈਂਦੇ ਹਾਂ। ਮੈਂ ਪਤਾ ਮੇਰਾ ਸਵਾਲ ਬੜਾ ਹਰਟਿੰਗ ਹੈਗਾ, ਪਰ ਇੱਕ ਸਵਾਲ ਹੈਗਾ ਤਾਂ ਕੋਈ ਗੱਲ ਨਹੀਂ।
ਇਹ ਸਵਾਲ ਹੈ। ਦੇਖੋ ਸਵਾਲ ਇਹ ਹੈ ਜੀ ਕਿ ਆਪਾਂ ਕਹਿੰਦੇ ਆ ਕਿ ਪਰਮਾਤਮਾ ਜੂਨਾਂ ਤੋਂ ਰਹਿਤ ਹੈ, ਪਰ ਆਪਾਂ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਉਹ ਪਰਮਾਤਮਾ ਦਾ ਅਵਤਾਰ ਸਮਝ ਲੈਂਦੇ ਹਾਂ। ਜਵਾਬ ਵੀਰ ਜੀ। ਹਾਂਜੀ ਵੇਖੋ ਗੱਲ ਇਹ ਆ ਵੀ ਅਸੀਂ ਸਮਝ ਲੈਂਦੇ ਆ ਜਾਂ ਉਹ ਆਪਣੇ ਆਪ ਨੂੰ ਕਿਤੇ ਪ੍ਰਮਾਤਮਾ ਦਾ ਅਵਤਾਰ ਦੱਸਦੇ ਆ। ਦੋ ਚੀਜ਼ਾਂ ਨੇ ਨਾ। ਗੱਲ ਇਸੇ ਕਰਕੇ ਆਪਾਂ ਬੈਠੇ ਆ ਵੀ ਅਸੀਂ ਇੱਕ ਦੁਨੀਆ ਵਿੱਚੋਂ ਬੋਲੀਏ ਲਈ ਹੈ ਵੀ ਗੁਰੂ ਨਾਨਕ ਸਾਹਿਬ ਜੀ ਰੱਬ ਦਾ ਅਵਤਾਰ ਨੇ। ਇੱਦਾਂ ਤਾਂ ਆਪਾਂ ਸਾਰੇ ਵੇਖੋ ਪਿੱਛੇ ਇਹ ਵੀ ਸਮਝਿਆ ਵੀ ਆਪਾਂ ਸਾਰੇ ਹੀ ਰੱਬ ਦਾ ਰੂਪ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਰੱਬ ਇੰਨਾ ਪੈਦਾ ਹੋ ਗਏ। ਤੁਸੀਂ ਮੈਂ ਸਾਰੇ ਹੀ ਆਪਾਂ ਰੱਬ ਦਾ ਰੂਪ ਆ, ਪਰ ਜਦੋਂ ਆਪਾਂ ਸਾਡੀ ਡੈਥ ਹੋਏਗੀ ਤੇ ਇਹਦਾ ਮਤਲਬ ਇਹ ਨਹੀਂ ਵੀ ਅੱਜ ਰੱਬ ਪੈਦਾ ਹੋਇਆ ਤੇ ਕੁਝ ਚਿਰ ਬਾਅਦ ਰੱਬ ਦੀ ਏਦਾਂ ਡੈਥ ਹੋ ਗਈ ਜਾਂ ਰੱਬ ਦੀ ਮੌਤ ਹੋ ਗਈ। ਇਹੀ ਫਰਕ ਹੈ ਵੀ ਇੱਕ ਆਮ ਬੋਲੀ ਵਿੱਚ ਸ਼ਬਦ ਏਦਾਂ ਵਰਤੇ ਜਾ ਸਕਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਤੇ ਉਹ ਕੰਮ ਕਰਕੇ ਵਿਖਾਏ ਜੋ ਰੱਬ ਕਰ ਸਕਦਾ ਹੈ, ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਦਾ ਰੂਪ ਮੰਨਿਆ। ਅਸੀਂ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਰੂਪ ਮੰਨਦੇ ਆ, ਪਰ ਗੁਰੂ ਨਾਨਕ ਸਾਹਿਬ ਜੀ ਰੱਬ ਨਹੀਂ ਕਹਿੰਦੇ। ਅਸੀਂ ਸਮਝ ਲੱਗੀ ਗੱਲ? ਰੱਬ ਰੂਪ ਨੇ ਪਰ ਰੱਬ ਨਹੀਂ ਹਨ। ਉਹ ਅਜੂਨੀ ਹੈ। ਗੁਰੂ ਨਾਨਕ ਸਾਹਿਬ ਜੀ ਉਹਨੂੰ ਅਜੂਨੀ ਮੰਨਦੇ ਆ ਤੇ ਆਪਾਂ ਵੀ ਉਹਨੂੰ ਅਜੂਨੀ ਹੀ ਮੰਨਦੇ ਆ ਜੀ। ਕਿੰਨੀ ਵਧੀਆ ਗੱਲ ਲੱਗੀ ਕਿ ਆਪਾਂ ਸਾਰੇ ਹੀ ਰੱਬ ਦਾ ਰੂਪ ਆ ਜੀ, ਆਪਾਂ ਸਾਰੇ ਹੀ ਰੱਬ ਦਾ ਅਵਤਾਰ ਆ। ਤੇ ਜੇ ਆਪਾਂ ਅਵਤਾਰ ਦੀ ਗੱਲ ਕਰਦੇ ਆ ਨਾ, ਅਵਤਾਰ ਕੀ ਹੈ ਕਿ ਪਰਮਾਤਮਾ ਦਾ ਅਗਲਾ ਅੰਸ਼ ਜਿਹੜਾ ਉਹ ਅਸੀਂ ਸਾਰੇ ਹੀ ਆ ਨਾ ਜੀ, ਤੇ ਉਹਦੇ ਵਿੱਚ ਫਿਰ ਕੋਈ ਫਰਕ ਨਹੀਂ ਹੈ ਜੀ। ਅਗਲਾ ਸਵਾਲ ਜੀ, ਹੈਂਡ ਰੇਜ਼ ਕਰਿਓ ਜੀ। मैं कुछ कहना चाहना जी। अजूनी था जिस करके मैं कल ही पढ़िया जी, नानक शोदे सिमरियतिया भेद पार ब्रह्म गुरु नाही भेद। भेद ही नहीं पार ब्रह्म ते गुरु विच कोई भेद नहीं है, कोई हो। तो फिर अच्छा नहीं इसका आंसर जी। ਵੀਰ ਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਆਪਾਂ ਨਾ ਪਲੀਜ਼ ਆਪਾਂ ਹੈਂਡ ਰੇਜ਼ ਕਰਕੇ ਚੱਲੀਏ ਤਾਂ ਮੇਰੇ ਲਈ ਈਜ਼ੀ ਹੋ ਜਾਏਗਾ ਜੀ ਕਿਕ ਕਰਕੇ ਰੈਕਗਨਾਈਜ਼ ਕਰਨਾ। ਠੀਕ ਹੈ ਜੀ। ਹਾਂਜੀ ਹੈਂਡ ਰੇਜ਼ ਕਰੋ ਜੀ। ਹੋਰ ਕੌਣ ਕਿਹੜਾ ਸਵਾਲ ਹੈ ਜੀ? ਕੋਈ ਕਿਸੇ ਦਾ ਸਵਾਲ ਹੋਏ ਜੀ ਹੈਂਡ ਰੇਜ਼ ਕਰਕੇ ਪੁੱਛ ਸਕਦਾ ਹੈ। ਅੱਛਾ ਤ੍ਰਿਸ਼ਮੀਤ ਕੌਰ ਨੇ ਹੱਥ ਖੜਾ ਕੀਤਾ ਜੀ। ਤ੍ਰਿਸ਼ਮੀਤ ਕੌਰ ਜੀ। ਵੀਰ ਜੀ ਮੈਨੂੰ ਲੱਗਦਾ ਹੈ ਕਿ ਗੁਰਬਾਣੀ ਜਿੰਨੀ ਪੜ੍ਹਦੇ ਹਾਂ ਆਪਾਂ, ਜਦੋਂ ਆਪਾਂ ਉਹਨੂੰ ਰੀਡ ਕਰਦੇ ਹਾਂ ਉਹ ਲਿਖਿਆ ਕੀ ਹੋਇਆ ਉਹ ਵੀ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਔਂਕੜ ਕਿੱਥੇ ਹੈ, ਸਿਹਾਰੀ ਕਿੱਥੇ ਹੈ। ਅਤੇ ਜੋ ਫੋਰਮੋਸਟ ਕੁਐਸਚਨ ਮੈਂ ਪੁੱਛਣਾ ਚਾਹੁੰਦੀ ਹਾਂ, ਜਦੋਂ ਆਪਾਂ ਅੱਜ ਦੀ ਡੇਟ 'ਚ ਪੰਜਾਬੀ ਲਿਖਦੇ ਹਾਂ ਜਾਂ ਨੋਰਮਲ ਗੁਰਬਾਣੀ 'ਚ ਵੀ ਜਦੋਂ ਊੜਾ ਲਿਖਿਆ ਆਉਂਦਾ, ਊੜਾ ਬੰਦ ਹੁੰਦਾ ਹੈ, ਇੱਕ ਓਂਕਾਰ ਦਾ ਊੜਾ ਖੁੱਲ੍ਹਾ ਕਿਉਂ ਹੋਇਆ? ਹਾਂ ਬਿਲਕੁਲ ਠੀਕ ਹੈ, ਕਿਉਂਕਿ ਅਸਲ 'ਚ ਉਹ ਓਂਕਾਰ ਦਾ ਲਖਾਇਕ ਹੈ ਵੀ ਜਿਹੜਾ ਇੱਕ ਹੈ ਉਹ ਪੂਰੇ ਸੰਸਾਰ ਨੂੰ ਕਲਾਵੇ ਵਿੱਚ ਲਿਆ ਹੋਇਆ। ਗੁਰੂ ਸਾਹਿਬ ਜੀ ਨੇ ਇਸ ਲਈ ਉਹਦਾ ਮੂੰਹ ਖੁੱਲ੍ਹਾ ਰੱਖਿਆ ਹੋਇਆ। ਦੇਖੋ ਤੁਸੀਂ ਆਮ ਬੋਲੀ ਵਿੱਚ ਜਿਵੇਂ ਇੱਕ ਜਵਾਬ ਤੁਸੀਂ ਨਾਲ ਆਪ ਹੀ ਦੇਤਾ ਸੀ, ਬਾਣੀ ਦੇ ਵਿੱਚ ਜਿਹੜੇ ਔਂਕੜ ਸਿਹਾਰੀਆਂ ਬਿਹਾਰੀਆਂ ਜਦੋਂ ਤੁਸੀਂ ਧਿਆਨ ਨਾਲ ਵੇਖਦੇ ਆ ਤਾਂ ਉਹੀ ਸ਼ਬਦ ਜਦੋਂ ਤੁਸੀਂ ਆਮ ਬੋਲੀ 'ਚ ਲਿਖਦੇ ਆ ਉਹਦੀ ਮੀਨਿੰਗ ਹੋਰ ਹੁੰਦੇ ਆ, ਪਰ ਜਦੋਂ ਬਾਣੀ 'ਚ ਲਿਖੇ ਹੁੰਦੇ ਆ ਤਾਂ ਉਹਦੇ ਮੀਨਿੰਗ ਹੋਰ ਹੁੰਦੇ ਆ। ਇੱਦਾਂ ਹੀ ਜਦੋਂ ਆਮ ਬੋਲੀ 'ਚ ਊੜਾ ਲਿਖਿਆ ਹੁੰਦਾ ਤੇ ਉੱਥੇ ਊੜਾ ਲਿਖਿਆ ਹੋਇਆ ਖੁੱਲੇ ਮੂੰਹ ਵਾਲਾ, ਕਿਉਂਕਿ ਉਹਦਾ ਸੰਕੇਤਕ ਬਾਕੀ ਇਹ ਹੈ ਵੀ ਪੂਰੇ ਸੰਸਾਰ ਦੇ ਵਿੱਚ ਉਹ ਵਸਿਆ ਹੋਇਆ ਆ, ਜਿਸ ਇੱਕ ਦੇ ਨਾਲ ਸੰਸਾਰ ਦੇ ਲੋਕ ਜੁੜਨਗੇ ਤੇ ਖੁਸ਼ਹਾਲ ਹੋਣਗੇ। ਥੈਂਕ ਯੂ ਵੀਰ ਜੀ। ਬਹੁਤ ਵਧੀਆ ਜੀ। ਹਾਂਜੀ ਹੋਰ ਸਵਾਲ ਜੀ, ਹੈਂਡ ਰੇਜ਼ ਕਰੀਏ ਜੀ। ਹੋਰ ਕੌਣ ਸਵਾਲ ਕਰਨਾ ਚਾਹੁੰਦਾ ਜੀ? ਸਾਚੀ ਸਿੰਘ ਨੇ ਹੈਂਡ ਰੇਜ਼ ਕੀਤਾ ਜੀ। ਸਾਚੀ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਜਿੱਦਾਂ ਆਪਾਂ ਹਨਾ ਓਂਕਾਰ ਹੈਗਾ ਵਾ, ਤੇ ਅਗਰ ਉਹਦਾ ਪੂਰਾ ਸਪੈਲਿੰਗ ਦੇਖਿਆ ਜਾਵੇ ਤਾਂ ਉਹ ਨਹੀਂ ਲਿਖਿਆ ਗਿਆ ਹੈਗਾ ਮੂਲ ਮੰਤਰ ਦੀ ਸਟਾਰਟਿੰਗ 'ਚ, ਸਿਰਫ ਊੜਾ ਵਰਡ ਯੂਜ਼ ਕੀਤਾ ਗਿਆ। ਸਾਨੂੰ ਕਿੱਦਾਂ ਪਤਾ ਕਿ ਉਹਦਾ ਮਤਲਬ ਓਂਕਾਰ ਹੀ ਹੈਗਾ ਵਾ? ਉਹਦਾ ਨਾ ਵੇਖੋ ਸਾਹਿਬ ਸਿੰਘ ਨੇ ਨਾ, ਤੁਸੀਂ ਕੋਸ਼ਿਸ਼ ਕਰੋ, ਕਿਉਂਕਿ ਜੇ ਕਹੋਗੇ ਤੇ ਮੈਂ ਸਾਰਾ ਪੜ੍ਹ ਕੇ ਵੀ ਸੁਣਾ ਦੂੰਗਾ ਇੱਥੇ। ਸਾਹਿਬ ਸਿੰਘ ਨੇ ਪੰਜਾਬੀ ਦੀ ਜਦੋਂ ਪਰਿਭਾਸ਼ਾ ਉੱਥੇ ਦਿੱਤੀ ਆ ਮੂਲ ਮੰਤਰ ਦੀ ਵਿਆਖਿਆ ਕਰਦੇ ਆ ਤਾਂ ਨਿਤਨੇਮ ਸਟੀਕ ਦੇ ਵਿੱਚ ਉਹਦਾ ਪੂਰਾ ਡਿਟੇਲ 'ਚ ਲਿਖਿਆ ਹੋਇਆ ਵਾ। ਮੈਨੂੰ ਲੱਗਦਾ ਕਿ ਵੀਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੱਸ ਦੋ ਕਿ ਇਹਦਾ ਵੀ ਹਾਂ ਨਹੀਂ ਉਹੀ ਉਚਾਰਨ ਜਿਹੜਾ ਨਾ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜਾ ਉਹਦਾ ਉਚਾਰਨ ਵਰਤਿਆ ਵਾ ਨਾ, ਉਹ ਇਸੇ ਕਰਕੇ ਜਿਹੜਾ ਬੱਚੇ ਤ੍ਰਿਸ਼ਮੀਤ ਕੌਰ ਨੇ ਵੀ ਪਹਿਲਾਂ ਸਵਾਲ ਕੀਤਾ ਸੀ ਵੀ ਉਹ ਊੜਾ ਖੁੱਲਾ ਸੰਕੇਤ ਹੀ ਇਸ ਗੱਲ ਦਾ ਹੈ ਵੀ ਉਹਨੂੰ ਓਂਕਾਰ ਬੋਲਣਾ ਹੈ। ਹਾਂਜੀ, ਉਹਨੂੰ ਬੋਲਣਾ ਹੀ ਓਂਕਾਰ ਹੈ। ਉਹਦਾ ਉਚਾਰਨ ਜਿਹੜਾ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਅੱਗੇ ਜਾ ਕੇ ਕੀਤਾ ਵੀ ਹੋਇਆ ਹੈ।
ਠੀਕ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ, ਹਰਸ਼ਲੀਨ ਕੌਰ ਜੀ ਨੇ ਹੈਂਡ ਰੇਜ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਵੀਰ ਜੀ ਬਹੁਤ ਵਧੀਆ ਲੱਗੀ ਕਲਾਸ, ਤੇ ਮੈਂ ਇੱਕ ਸਿਰਫ ਸੁਜੈਸ਼ਨ ਦੇਣਾ ਚਾਹੁੰਦੀ ਸੀ ਕਿ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਆਪਣਾ ਅਰਥਾ ਸਮੇਤ ਵਾਲਾ ਹੈਗਾ ਨਾ, ਨਾਲੇ ਜਿਹੜੀ ਸਟੀਕ ਹੈਗੀ ਹੈ, ਆਪਾਂ ਸਟੀਕ ਨੂੰ PDF ਜਿਹੜੀ ਹੈ ਜਿਹਨਾਂ ਬੱਚਿਆਂ ਨੇ ਰਜਿਸਟਰ ਕੀਤਾ ਹੋਇਆ, ਆਪਾਂ WhatsApp ਦੇ ਥਰੂ ਸਾਰਿਆਂ ਨੂੰ ਸਟੀਕ ਦੀ PDF ਭੇਜ ਸਕਦੇ ਹਾਂ। ਬਿਲਕੁਲ ਹਾਂ, ਜਦੋਂ ਆਪਾਂ ਕਲਾਸ ਲਗਾ ਰਹੇ ਹਾਂ ਨਾਲ ਆਪਾਂ ਸਟੀਕ ਵੀ ਖੋਲ ਸਕਦੇ ਹਾਂ। ਹਾਂ ਬਿਲਕੁਲ, ਬਹੁਤ ਵਧੀਆ ਹੈ ਨਾ। ਮੇਰੇ ਕੋਲ PDF ਹੈਗੀ ਹੈ, ਤਾਂ ਜਿਹਨੂੰ ਵੀ ਚਾਹੀਦੀ ਹੋਏ ਆਈ ਕੈਨ ਫਾਰਵਰਡ। ਠੀਕ ਹੈ ਜੀ, ਤੁਸੀਂ ਗਰੁੱਪ 'ਚ ਭੇਜ ਦਿਓ ਜੀ। ਮੈਂ ਹਰਸ਼ਲ ਕੌਰ ਜੀ, ਮੈਂ ਗਰੁੱਪ 'ਚ ਤੁਸੀਂ ਸੈਂਡ ਕਰ ਦਿਓ PDF, ਠੀਕ ਹੈ ਜੀ। ਤੇ ਹਾਂਜੀ, ਅੱਛਾ ਜੀ, ਹੋਰ ਕਿੰਦਾ ਕੋਈ ਸਵਾਲ ਹੈ ਜੀ? ਹੈਂਡ ਰੇਜ਼ ਕਰੋ ਜੀ। ਹੋਰ ਕਿਸੇ ਦਾ ਕੋਈ ਸਵਾਲ ਹੋਏ? ਆਪਾਂ 5-7 ਮਿੰਟ ਹੋਰ ਸਵਾਲ ਲੈਣੇ ਆ ਜੀ। ਗੁਨੀਤ ਕੋਹਲੀ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਸਵਾਲ ਸੀਗਾ ਕਿ ਜਿਵੇਂ ਅਸੀਂ ਕਿਹਾ ਕਿ ਅਜੂਨੀ ਦਾ ਮਤਲਬ ਹੈ ਕਿ ਰੱਬ ਜੂਨਾਂ 'ਚ ਨਹੀਂ ਆਉਂਦਾ, ਤੇ ਸੈਕਿੰਡ ਟਾਈਮ ਅਸੀਂ ਕਿਹਾ ਕਿ ਰੱਬ ਸਾਰਿਆਂ ਦੇ ਅੰਦਰ ਹੈ, ਤਾਂ ਮਤਲਬ ਇਹ ਕੌਂਟਰਡਿਕਸ਼ਨ ਕਿਵੇਂ ਹੋਗੀ? ਹਾਂਜੀ ਬੱਚੇ, ਦੁਬਾਰਾ ਰਿਪੀਟ ਕਰਿਓ। ਕਿਵੇਂ? ਨਹੀਂ, ਮੈਂ ਕਿਹਾ ਜੀ ਵੀ ਜਿਵੇਂ ਦੋ ਸਟੇਟਮੈਂਟਸ ਹੈ, ਇਹ ਕਾਫੀ ਡਿਫਰ ਕਰ ਰਹੀਆਂ ਆਪਸ 'ਚ। ਹਾਂ, ਪਹਿਲੀ ਉਹਨਾਂ ਦਾ ਕਹਿਣਾ ਜੀ, ਪਹਿਲੀ ਹੈ ਕਿ ਰੱਬ ਜੂਨਾਂ 'ਚ ਨਹੀਂ ਆਉਂਦਾ। ਹਾਂ। ਦੂਜਾ ਵੀ ਜੀ ਅਸੀਂ ਸਾਡੇ ਅੰਦਰ ਰੱਬ ਵਸਦਾ ਹੈ, ਹਾਂ, ਫਿਰ ਅਸੀਂ ਜੂਨਾਂ 'ਚ ਕਿਵੇਂ ਆ ਗਏ? ਸੋ ਇਹ ਕੌਂਟਰਡਿਕਸ਼ਨ ਹੈ ਜੀ ਉਹਨਾਂ ਦੀ। ਨਹੀਂ, ਵੇਖੋ ਏਦਾਂ ਵਾ ਵੀ ਇੱਕ ਦਰਿਆ ਵਾ ਤੇ ਇੱਕ ਦਰਿਆ 'ਚ ਪਾਣੀ ਦਾ ਗਲਾਸ ਆ, ਠੀਕ ਹੈ। ਦਰਿਆ ਜਿਹੜਾ ਵਾ ਉਹ ਪਾਣੀ ਦਾ ਗਲਾਸ ਜਦੋਂ ਅਸੀਂ ਉਹਦੇ 'ਚ ਭਰ ਲਿਆ ਤਾਂ ਅਸੀਂ ਗਲਾਸ ਨੂੰ ਦਰਿਆ ਨਹੀਂ ਕਹਿੰਦੇ, ਪਰ ਹੈ ਉਹ ਦਰਿਆ ਦਾ ਹਿੱਸਾ ਹੀ ਹੈ। ਪਾਣੀ ਉਹਦੇ 'ਚ ਦਰਿਆ 'ਚੋਂ ਹੀ ਲਿਆ ਹੈ। ਹਾਂਜੀ, ਉਹ ਰੂਪ ਉਹਦਾ ਹੀ ਰਹਿਣਾ ਆ, ਤੇ ਇਸ ਕਰਕੇ ਉਹਨੂੰ ਦਰਿਆ ਨਹੀਂ ਕਹਿ ਸਕਦੇ, ਉਹਦਾ ਰੂਪ ਕਹਿ ਸਕਦੇ ਹਾਂ। ਇਸ ਕਰਕੇ ਅਸੀਂ ਆਪਣੇ ਆਪ ਨੂੰ ਰੱਬ ਦਾ ਰੂਪ ਕਹਿ ਰਹੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਵੀ ਸਮਾਜ ਖੂਬਸੂਰਤ ਹੀ ਉਦੋਂ ਬਣੇਗਾ ਜਦੋਂ ਤੁਸੀਂ ਇੱਕ ਓਂਕਾਰ ਵਰਗੇ ਬਣ ਜਾਓਗੇ। ਆਪਾਂ ਤਾਂ ਹੀ ਉਹਦੇ ਤੇ ਖੁੱਲ ਕੇ ਚਰਚਾ ਕੀਤੀ। ਹਾਂ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ, ਉਹ ਏਦਾਂ ਨਹੀਂ ਹੁੰਦਾ ਵੀ ਉਹਦੀ ਕਦੀ ਮੌਤ ਹੋ ਗਈ। ਬਾਣੀ 'ਚ ਨਾ ਬਹੁਤ ਪਿਆਰਾ ਸ਼ਬਦ ਹੈ ਇੱਕ, ਸਾਰੇ ਨੋਟ ਕਰ ਲਿਓ। ਮੈਂ ਵੀਰ ਨੂੰ ਕਹੂੰਗਾ ਉਹ ਗਰੁੱਪ 'ਚ ਵੀ ਪਾ ਦਾਂਗੇ ਸ਼ਬਦ ਆਪਾਂ ਸਾਰਾ। ਭਰਮ ਭੁੱਲੇ ਨਰ ਕਰਤ ਕਚਰੈਣ, ਜਨਮ ਮਰਨ ਤੇ ਰਾਹਤ ਨਰੈਣ। ਠੀਕ ਹੈ ਜੀ, ਇਹ ਸਾਰਾ ਸ਼ਬਦ ਅਸੀਂ ਗਰੁੱਪ ਵਿੱਚ ਪਾ ਦਾਂਗੇ, ਉਹਨੂੰ ਡਿਟੇਲ 'ਚ ਹੁਣ ਇੱਥੇ ਨਹੀਂ, ਮੈਨੂੰ ਲੱਗਦਾ ਆਪਾਂ ਟਾਈਮ ਜ਼ਿਆਦਾ ਲੱਗੂਗਾ। ਵੀ ਐਸੀ ਤਰੀਕ ਕੋਈ ਅਜੇ ਤੱਕ ਨਹੀਂ ਮਿਲੀ ਕਿ ਜਿਹੜੀ ਤਰੀਕ ਨੂੰ ਆਪਾਂ ਕਹਿ ਸਕੀਏ ਵੀ ਗੋਬਿੰਦ ਜਨਮਾਰੀ, ਜਦ ਰੱਬ ਇਸ ਤਰੀਕ ਨੂੰ ਜੰਮਿਆ ਸੀ। ਜੇ ਰੱਬ ਦੀ ਕੋਈ ਜੰਮਣ ਦੀ ਤਰੀਕ ਲੱਭਾਂਗੇ ਤੇ ਫਿਰ ਉਹਦੀ ਡੈਥ ਦੀ ਤਰੀਕ ਵੀ ਕੋਈ ਨਿਰਧਾਰਿਤ ਕਰਨੀ ਪਊਗੀ, ਪਰ ਅਸੀਂ ਉਹਦਾ ਹਿੱਸਾ ਆ। ਇਹ ਬੜੀ ਖੂਬਸੂਰਤ ਗੱਲ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੀ ਪਿਆਰੀ ਦੋ ਤਰ੍ਹਾਂ ਦੀਆਂ ਸਟੇਟਮੈਂਟਾਂ ਨਹੀਂ ਆ, ਇੱਕ ਦੂਜੇ ਦੇ ਨਾਲ ਉਹ ਪੂਰਕ ਸਟੇਟਮੈਂਟ ਆ, ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇਹ ਵਰਤੀ ਆ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰਾਸਨ ਡਿੱਠੋ ਚਾਓ। ਦੂਜੇ ਰੂਪ ਵਿੱਚ ਕੁਦਰਤ ਹੈ, ਤੇ ਕੁਦਰਤ ਵਿੱਚ ਉਹ ਆਪ ਰੱਬ ਬੈਠਾ ਆ, ਪਰ ਕੁਦਰਤ ਬਿਨਸਨਾਰ ਹੈ ਤੇ ਰੱਬ ਬਿਨਸਨਾਰ ਨਹੀਂ ਜੀ। ਮੈਂ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਐਡ ਕਰਨੀ ਹੈ ਜੀ, ਕਿ ਮੂਲ ਮੰਤਰ ਜਿਵੇਂ ਵੀਰ ਜੀ ਨੇ ਕਿਹਾ ਨਾ, ਕਿ ਸਭ ਤੋਂ ਪਹਿਲੇ ਵੀਰ ਜੀ ਨੇ ਗੱਲ ਕਹੀ ਸੀ ਕਿ ਸਤਨਾਮ ਦੀ ਜਦ ਆਪਾਂ ਗੱਲ ਕਰ ਰਹੇ ਸੀ ਕਿ ਜੇ ਪਰਮਾਤਮਾ ਸੱਚ ਹੈ ਤਾਂ ਉਹਨੂੰ ਫਿਰ ਅਸੈਪਟੈਂਸ ਵੀ ਜਿਹੜੀ ਪਰਮਾਤਮਾ ਦੀ ਉਹ ਸੱਚ ਵਾਲੀ ਹੋਈ ਹੈ, ਕਿ ਅਸੀਂ ਵੀ ਸੱਚੇ ਹੋਣਾ ਹੈ। ਤਾਂ ਮਤਲਬ ਕੀ ਹੈ ਕਿ ਜਿਹੜਾ ਮੂਲ ਮੰਤਰ ਹੈ ਵੀਰ ਜੀ ਨੇ ਜਿਵੇਂ ਸਾਨੂੰ ਸਮਝਾਇਆ ਕਿ ਉਹ ਗੁਰੂ ਸਾਹਿਬ ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ, ਪਰਮਾਤਮਾ ਦੇ ਗੁਣ ਕਿੱਦਾਂ ਦੇ ਹੈ, ਤਾਂ ਅਸੀਂ ਉਦਾਂ ਦੇ ਗੁਣ ਆਧਾਰਿਤ ਕਰਨੇ ਆ, ਆਪਣੀ ਜ਼ਿੰਦਗੀ 'ਚ ਅਪਣਾਣੇ ਆ। ਮੈਨੂੰ ਲੱਗਦਾ ਕਿ ਉਹ ਸਤਨਾਮ ਵਾਲੀ ਗੱਲ 'ਚੋਂ ਕਲੀਅਰ ਹੈ ਕਿ ਆਪਾਂ ਅਜੂਨੀ ਹਾਂ ਨਹੀਂ, ਉਹ ਪਰਮਾਤਮਾ ਦੇ ਗੁਣ ਹੈ, ਉਹਦੇ ਗੁਣਾਂ ਦੇ ਨੇੜੇ ਆਪਾਂ ਕਿਵੇਂ ਜਾਣਾ ਉਹਦੀ ਗੱਲ ਹੈ ਜੀ। ਬਿਲਕੁਲ। ਹਾਂਜੀ, ਹੋਰ ਸਵਾਲ ਜੀ। ਨਵੀ ਸਿੰਘ ਰੇਜ਼ ਹੈ, ਨਵੀ ਸਿੰਘ ਜੀ। ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿੱਚ ਮੇਰਾ ਇੱਕ ਸਵਾਲ ਇਹ ਹੈ ਕਿ ਅਗਰ ਰੱਬ ਨੇ ਸਾਨੂੰ ਇਹ ਇੱਕ ਦਾਤ ਬਖਸ਼ੀ ਹੈ ਕਿ ਅਸੀਂ ਹਰ ਉੱਚੀ ਤੇ ਨੀਵੀਂ ਜਾਤ ਵਾਲੇ ਨੂੰ ਇੱਕ ਸਮਾਨ ਸਮਝਣਾ ਹੈ ਜੀ, ਤੇ ਅਸੀਂ ਉਸ ਚੀਜ਼ ਤੋਂ ਕਿੱਦਾਂ ਬਚ ਸਕਦੇ ਹਾਂ ਕਿ ਅਸੀਂ ਹਰ ਜਾਤੀ ਦੇ ਬੰਦੇ ਨੂੰ, ਨੀਵੀਂ ਜਾਤ ਤੋਂ ਲੈ ਕੇ ਉੱਪਰ ਜਾਤੀ ਦੇ ਬੰਦੇ ਨੂੰ ਅਸੀਂ ਇੱਕੋ ਸਮਾਨ ਸਮਝੀਏ, ਅਸੀਂ ਵਿਕਰੇਵਾ ਨਾ ਕਰ ਪਾਈਏ। ਵੀਰ ਜੀ ਉਹਦੀ ਪ੍ਰੈਕਟਿਸ ਹੈ ਨਾ, ਵੇਖੋ ਉਸ ਚੀਜ਼ ਦੀ ਪ੍ਰੈਕਟਿਸ ਹੈ, ਕਰਨੀ ਪਊਗੀ ਆਪਾਂ ਨੂੰ। ਹਾਲਾਂਕਿ ਸਿੱਖ ਕੌਮ ਨੇ ਬਹੁਤ ਪ੍ਰੈਕਟਿਸ ਕੀਤੀ ਹੈ। ਵੇਖੋ ਆਕਸੀਜਨ ਵੰਡ ਰਿਹਾ, ਪਰ ਕਿਸੇ ਨੂੰ ਏਦਾਂ ਫਰਕ ਪਾ ਕੇ ਨਹੀਂ ਵੰਡ ਰਿਹਾ।
ਮਤਲਬ ਪ੍ਰੈਕਟਿਸ ਤਾਂ ਕਰ ਰਹੇ ਹਾਂ ਨਾ ਅਸੀਂ। ਜਿਵੇਂ ਮੈਂ ਖਾਲਸਾ ਏਡ ਦੀ ਐਗਜ਼ਾਮਪਲ ਦਿੱਤੀ ਸੀਗੀ, ਉਹਦਾ ਪੱਖ ਤੁਸੀਂ ਵੇਖ ਲਓ। ਕਿਤੇ ਵੀ ਕੋਈ ਮੁਸ਼ਕਲ ਹੋਵੇ ਤਾਂ ਜਿਹੜਾ ਬੰਦਾ ਮਾੜਾ ਮੋਟਾ ਵੀ ਬਾਣੀ ਨੂੰ ਸਮਝਦਾ ਆ, ਇਸ ਗੱਲ ਨੂੰ ਸਮਝਦਾ ਆ, 100% ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹਨੂੰ ਜੀਣ ਦੀ ਕੋਸ਼ਿਸ਼ ਕਰਦਾ। ਤੇ ਸਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਆ। ਹਾਲਾਂਕਿ ਅਸੀਂ ਫੇਲੀਅਰ ਆ ਇਸ ਸਿਲਸਿਲੇ 'ਚ, 100% ਨੰਬਰ ਨਹੀਂ ਲੈ ਪਾ ਰਹੇ ਅਸੀਂ 10-15 ਨੰਬਰ ਲੈ ਕੇ ਆਪਣੇ ਆਪ ਨੂੰ ਗੁੱਡ ਫੀਲ ਕਰ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਸਾਡੇ ਲਈ ਚਾਹੁੰਦੇ ਆ ਵੀ ਅਸੀਂ 100% ਨੰਬਰ ਲਈਏ। ਤੇ ਜਿੱਦਣ ਅਸੀਂ 100% ਨੰਬਰ ਲਵਾਂਗੇ ਉਦੋਂ ਪੂਰੀ ਦੁਨੀਆ 'ਚ ਐਗਜ਼ਾਮਪਲ ਹੋਵਾਂਗੇ ਆਪਾਂ ਵੀ ਐਸੀ ਕੌਮ ਜਾਂ ਇਸ ਤਰ੍ਹਾਂ ਦੇ ਲੋਕ ਨਾ ਕਦੀ ਪੈਦਾ ਹੋਇਆ ਤੇ ਨਾ ਹੋਣਗੇ। ਇਹਦਾ ਮਤਲਬ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਸਮਝਣਾ ਚਾਹੀਦਾ। ਬਿਲਕੁਲ ਵੀਰ ਜੀ, 100%। ਬਿਲਕੁਲ ਜੀ। ਤੇ ਮੈਨੂੰ ਲੱਗਦਾ ਕਿ ਨਵਕਰਨ ਵੀਰ ਜੀ, ਜਿਵੇਂ ਤੁਸੀਂ ਸਵਾਲ ਕੀਤਾ ਕਿ ਉੱਧਰ ਆਪਾਂ ਪਹੁੰਚਣਾ ਕਿੱਦਾਂ, ਤਾਂ ਮੈਨੂੰ ਲੱਗਦਾ ਕਿ ਆਪਾਂ ਕਲਾਸ ਦੇ ਅਗਲੇ 6 ਮਹੀਨੇ ਸਾਨੂੰ ਬਹੁਤੇ ਜਵਾਬ ਮਿਲ ਜਾਣਗੇ ਕਿ ਉਹ ਪ੍ਰੈਕਟਿਸ ਹੋਣੀ ਕਿੱਦਾਂ, ਜਿਵੇਂ ਆਪਾਂ ਜਪਜੀ ਸਾਹਿਬ। ਬਿਲਕੁਲ। ਤੇ ਅਗਲਾ ਸਵਾਲ ਜੀ, ਦੁਬਾਰਾ ਯੁਵਰਾਜ ਅਰੋੜਾ ਜੀ ਦਾ ਸਵਾਲ ਆਇਆ ਜੀ ਕਿ ਕਰਤਾ ਪੁਰਖ ਦਾ ਮੀਨਿੰਗ ਇੱਕ ਵਾਰੀ ਦੁਬਾਰਾ ਕਰ ਦਿਓ ਜੀ। ਹਾਂ, ਕਰਤਾ ਮਤਲਬ ਕ੍ਰੀਏਟ ਕਰਨ ਵਾਲਾ, ਠੀਕ ਹੈ। ਤੇ ਪੁਰਖ ਦਾ ਮੀਨਿੰਗ ਹੈ ਵੀ ਉਹਨੇ ਕ੍ਰੀਏਟ ਕਰਕੇ ਦੁਨੀਆ ਨੂੰ, ਉਹ ਆਪ ਕਿਸੇ ਅਲੱਗ ਥਾਂ ਤੇ ਨਹੀਂ ਬੈਠਾ ਹੋਇਆ। ਆਪਾਂ ਇੱਕ ਗੱਲ ਇਹਦੇ ਚ ਸਮਝੀ ਸੀ ਵੀ ਰੱਬ ਬਣਾਇਆ ਗਿਆ ਤੇ ਰੱਬ ਦੀ ਥਾਂ ਬਣਾ ਲਈ ਗਈ। ਸਾਰੀ ਦੁਨੀਆ ਨੂੰ ਉਸ ਰੱਬ ਦੀ ਥਾਂ ਵਾਲੇ ਬੰਨੇ ਤੋਰ ਲਿਆ ਗਿਆ। ਤੇ ਤੁਸੀਂ ਵੇਖੋ, ਹੁਣ ਕਈਆਂ ਨੂੰ ਗੱਲ ਹੋ ਸਕਦਾ ਨਾ ਠੀਕ ਲੱਗੇ, ਅਸੀਂ ਰੱਬ ਦੇ ਜਿਹੜੇ ਰੱਬ ਦੇ ਥਾਂ ਨੇ ਉਹ ਬਹੁਤ ਖੂਬਸੂਰਤ ਨੇ, ਪਰ ਰੱਬ ਦੇ ਬੰਦੇ ਭੁੱਖੇ ਮਰ ਰਹੇ ਨੇ। ਕਿਉਂਕਿ ਅਸੀਂ ਪਰਿਭਾਸ਼ਾ ਇਹ ਦਿੱਤੀ ਹੈ ਵੀ ਰੱਬ ਦਾ ਇਹ ਥਾਂ ਹੈ ਤੇ ਇਹਨੂੰ ਖੂਬਸੂਰਤ ਬਣਾਉਣਾ ਹੈ। ਤੇ ਗੁਰੂ ਸਾਹਿਬ ਨੇ ਪਰਿਭਾਸ਼ਾ ਇਹ ਦਿੱਤੀ ਹੈ ਵੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹ ਹੈ ਤੇ ਉਹ ਸ੍ਰਿਸ਼ਟੀ ਦੇ ਵਿੱਚ ਹੀ ਬੈਠਾ, ਹਰ ਬੰਦੇ ਦੇ ਵਿੱਚ ਬੈਠਾ ਆ। ਤੇ ਅਸੀਂ ਹਰ ਬੰਦੇ ਤੇ ਜਿੰਨਾ ਜਿਹਦਾ ਜਿੱਥੇ ਯੋਗਦਾਨ ਪਾ ਸਕਦਾ ਉਹਨੂੰ ਖੂਬਸੂਰਤ ਬਣਾਈਏ ਹਰ ਇੱਕ ਪੱਖ ਤੋਂ। ਜਿਵੇਂ ਵੀਰ ਨੇ ਹੁਣੇ ਪਹਿਲਾਂ ਵੀ ਇਹਦੀ ਪ੍ਰੈਕਟਿਸ ਕਿਵੇਂ ਕਰੀਏ, ਇਹੀ ਪ੍ਰੈਕਟਿਸ ਕਰਨਾ ਹੀ ਅਸਲ 'ਚ ਦੱਸੂਗੀ ਵੀ ਇਹਨਾਂ ਨੇ ਪੁਰਖ ਨੂੰ ਸਮਝ ਲਿਆ ਹੈ, ਰੱਬ ਹਰ ਇੱਕ ਥਾਂ ਤੇ ਵਸਦਾ ਮੰਨਦੇ ਨੇ। ਬਿਲਕੁਲ ਜੀ। ਸੋ ਅਗਲੇ ਸਵਾਲ ਜੀ, ਜਸਲੀਨ ਕੌਰ ਜੀ ਨੇ ਹੱਥ ਖੜਾ ਕੀਤਾ। ਆਪਾਂ ਜਲਦੀ ਸਵਾਲ ਜਵਾਬ ਲੈਣੇ ਕਿਉਂਕਿ ਅੱਜ ਮੈਂ ਚਾਹੁੰਦਾ ਪਹਿਲਾ ਦਿਨ ਹੈ ਤਾਂ ਸਾਰੇ ਹੋ ਜਾਣੇ। ਗੁਰਪ੍ਰਸਾਦ ਦਾ ਮੀਨਿੰਗ ਇੱਕ ਵਾਰ ਦੁਬਾਰਾ ਸਮਝਾ ਦਿਓ ਵੀਰ ਜੀ, ਕਿਸੇ ਨੇ ਕਮੈਂਟ ਕੀਤਾ ਜੀ। ਹਾਂਜੀ, ਗੁਰਪ੍ਰਸਾਦ ਦਾ ਮੀਨਿੰਗ ਆ ਜਿਹੜਾ ਆਪਾਂ ਉੱਪਰ ਗੱਲ ਕਰਦੇ ਸੀ ਵੀ ਅਜਿਹਾ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਬਖਸ਼ਿਸ਼ ਨਾਲ ਸਮਝ ਆਉਂਦਾ ਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੇ ਅੰਦਰ ਗਿਆਨ ਨੂੰ, ਸਮਝ ਨੂੰ, ਉੱਚੀ ਅਕਲ ਨੂੰ ਕਿਹਾ ਆ। ਜਦੋਂ ਗੁਰੂ ਨਾਲ ਸਾਡਾ ਨਾਤਾ ਜੁੜਦਾ ਤੇ ਸਾਡਾ ਸੰਬੰਧ ਅਜਿਹੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦਾ ਆ। ਅਜਿਹੇ ਅਕਾਲ ਪੁਰਖ ਨਾਲ ਜੁੜਨ ਕਰਕੇ ਸਮਾਜ ਦੀ ਖੂਬਸੂਰਤੀ, ਬਿਹਤਰੀ ਲਈ ਅਸੀਂ ਕੰਮ ਕਰਦੇ ਹਾਂ। ਠੀਕ ਹੈ ਜੀ। ਹਾਂਜੀ, ਅੱਗੇ ਜੀ ਜਸਲੀਨ ਕੌਰ ਜੀ। ਕੋਈ ਹੋਰ ਆਣਾ ਚਾਹੁੰਦਾ ਜੀ? ਜਸਲੀਨ ਕੌਰ ਜੀ ਦਾ ਮੈਨੂੰ ਲੱਗਦਾ ਕਿ ਨਹੀਂ ਹੈਗਾ। ਸਿਮਰਨਜੀਤ ਕੌਰ ਜੀ। ਇਹਨਾਂ ਦਾ ਵੀ ਨਹੀਂ ਹੈ। ਸੰਜਮਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੈਂ ਪੁੱਛਣਾ ਸੀਗਾ ਕਿ ਅਸੀਂ ਥੋੜਾ ਬਾਹਰ ਜਾ ਕੇ ਪੁੱਛਿਆ ਅੱਜ ਦੇ ਟੌਪਿਕ ਤੋਂ, ਥੋੜਾ ਚਰਨ ਬਾਹੁਲ ਬਾਰੇ ਥੋੜਾ ਕੰਸੈਪਟ ਆਪਣਾ ਕਲੀਅਰ ਕਰਨਾ ਸੀਗਾ। ਕੋਸ਼ਿਸ਼ ਕਰੀਏ ਟੌਪਿਕ ਤੇ ਰਹੀਏ। ਹਾਂਜੀ, ਆਪਾਂ ਵੀਰ ਜੀ ਟੌਪਿਕ ਤੋਂ ਬਾਹਰ ਨਹੀਂ ਜਾਣਾ ਜੀ। ਆਪਾਂ ਆਪਣੀ ਟੌਪਿਕ ਤੇ ਸੰਬੰਧਿਤ ਰਹਿਣਾ। ਜਦੋਂ ਜਪਜੀ ਸਾਹਿਬ ਕੰਪਲੀਟ ਹੋ ਜਾਊਗਾ ਫਿਰ 2 ਦਿਨ ਆਪਾਂ ਟੌਪਿਕ ਤੋਂ ਬਾਹਰ ਤੇ ਰੱਖਾਂਗੇ ਖੁੱਲੇ। ਓਕੇ ਜੀ, ਹਾਂਜੀ, ਥੈਂਕ ਯੂ। ਤੇ ਜੇ ਤੁਹਾਡੀਆਂ ਉਦਾਂ ਕੋਈ ਕੁਐਰੀਜ਼ ਹੈ ਜੀ, ਜਿਹੜੀਆਂ ਵੀ ਤੁਹਾਡੀਆਂ ਮੰਨ ਲਓ ਕੋਈ ਉਦਾਂ ਕੁਐਰੀਜ਼ ਹੈ, ਉਹ ਤੁਸੀਂ WhatsApp ਰਾਹੀਂ ਭੇਜ ਸਕਦੇ ਹੋ। ਤੁਹਾਨੂੰ WhatsApp ਰਾਹੀਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ, ਜੇ ਤੁਹਾਨੂੰ ਕੋਈ ਉਦਾਂ ਅੱਡ ਕੋਈ ਕੁਐਰੀ ਆਉਂਦੀ ਹੈ ਜੀ। ਬਿਲਕੁਲ, ਤੁਸੀਂ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ। ਜੇ ਕਿਸੇ ਤਰ੍ਹਾਂ ਦੀ ਉਦਾਂ ਕੋਈ ਗੱਲਬਾਤ ਕਰਨੀ ਹੋਵੇ ਕਿਸੇ ਵਿਸ਼ੇ ਤੇ ਆਪਾਂ ਗੱਲ ਕਰ ਸਕਦੇ ਹਾਂ ਜੀ। ਹੋਰ ਕਿਸੇ ਦਾ ਕੋਈ ਸਵਾਲ ਹੋਏ ਜੀ, ਹੱਥ ਖੜਾ ਕਰੀਏ। ਨਮਦੀਪ ਸਿੰਘ ਢਿੱਲੋਂ ਜੀ। ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਮੈਂ ਦੇਖ ਰਿਹਾ ਸੀ ਇਹ ਕਾਫੀ ਜਿਹੜੇ ਜਦੋਂ ਆਪਾਂ ਮੂਲ ਮੰਤਰ, ਮਤਲਬ ਮੈਂ ਕੁਐਸਚਨ ਨਹੀਂ ਹੈਗਾ, ਇੱਕ ਜਸਟ ਇੱਕ ਮੈਂ ਕੋਈ ਕੁਐਸਚਨ ਆਇਆ ਸੀਗਾ, ਮੈਂ ਉਹਦਾ ਜਵਾਬ ਦੇਣ ਲੱਗਾ ਕਿ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਆ, ਇਹ ਸਾਰੇ ਜਿੰਨੇ ਵੀ ਗੁਣ ਦਿੱਤੇ ਗਏ ਆ ਸਿਰਫ ਅਕਾਲ ਪੁਰਖ ਦੇ ਗੁਣ ਆ। ਇਹ ਆਪਾਂ ਬੰਦੇ ਦੇ ਗੁਣ ਨਹੀਂ ਕਹਿ ਸਕਦੇ ਕਿ ਬੰਦੇ 'ਚ ਹੈ ਨਹੀਂ ਹੈ। ਚਲੋ ਆਪਾਂ ਮੋਸਟਲੀ ਜਿਹੜੇ ਬੰਦੇ ਉਹ ਨਿਰਭਉ ਨਿਰਵੈਰ ਨੂੰ ਆਪਣੇ ਨਾਲ ਲਾਉਂਦੇ ਆ ਜਾਂ ਹਨਾ ਆਪਣੀ ਆਈਡੀਆ ਤੇ ਜਾਂ ਆਪਣੇ ਨਾਲ ਵਰਤਦੇ ਆ,
ਪਰ ਉਹ ਬਾਕੀ ਹੋਰ ਕੋਈ ਵੀ ਆਪਣੇ ਨਿੱਜੀ ਸਰੀਰ ਤੌਰ ਤੇ ਜਾਂ ਜੀਵਨ ਨਾਲ ਜਾਂ ਮਤਲਬ ਬੰਦੇ ਦੇ ਤੌਰ ਤੇ ਨਹੀਂ ਲਾ ਸਕਦੇ। ਸੋ ਇਹਨੂੰ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਇਹਨੂੰ ਸਿਰਫ ਅਕਾਲ ਪੁਰਖ ਦੇ ਗੁਣਾਂ ਦੇ ਤੌਰ ਤੇ ਵੇਖ ਕੇ ਹੀ ਪੜ੍ਹੋ ਵੀ ਉਹਦੇ ਕੀ ਕੀ ਗੁਣ ਆ ਤੇ ਉਹਨੂੰ ਅਸੀਂ ਕਿੱਦਾਂ ਕਿੱਦਾਂ ਸਮਝਣਾ ਵਾ। ਬਿਲਕੁਲ ਥੱਲੇ ਇੱਕ ਆਇਆ ਸੀਗਾ ਕਿ ਜਿਹੜਾ ਨਿਰਭਉ ਤੇ ਨਿਰਵੈਰ ਆ ਕਿ ਉਹਨੂੰ ਅਸੀਂ ਆਪਣੇ ਨਾਲ ਕਿਵੇਂ ਰਿਲੇਟ ਕਰ ਸਕਦੇ ਹਾਂ। ਨਵੀਂ ਜੀ ਇੱਕ ਮਿੰਟ ਮੈਂ ਥੋੜੀ ਜਿਹੀ ਗੱਲ ਜ਼ਰੂਰ ਕਰੂੰਗਾ। ਇਹ ਗੁਣ ਅਕਾਲ ਪੁਰਖ ਵਾਹਿਗੁਰੂ ਦੇ ਆ, ਕੋਈ ਸ਼ੱਕ ਨਹੀਂ, ਪਰ ਇਹਨਾਂ ਗੁਣਾਂ ਦੇ ਨਿਰਧਾਰਤ ਹੀ ਮਨੁੱਖ ਸਿਰਜਣਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਜੀ। ਜੇ ਇਹ ਗੁਣ ਰੱਬ ਦੇ ਹੀ ਨੇ, ਕੋਈ ਸ਼ੱਕ ਨਹੀਂ ਇਹਦੇ 'ਚ, ਆਪਾਂ ਰੱਬ ਦੇ ਗੁਣਾਂ ਦੀ ਗੱਲ ਕਰਦੇ ਆ, ਪਰ ਸਮਾਜ ਦੀ ਖੂਬਸੂਰਤੀ ਉਦੋਂ ਹੀ ਬਣੂਗੀ ਜਦੋਂ ਇਹ ਗੁਣ ਆਮ ਮਨੁੱਖ ਵਿੱਚ ਹੋਣਗੇ, ਕਿਉਂਕਿ ਗੁਰੂ ਸਾਹਿਬ ਜੀ ਨੇ ਅੱਗੇ ਜਾ ਕੇ ਬਹੁਤ ਥਾਵਾਂ ਤੇ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੂੰ ਉਹਦਾ ਰੂਪ ਬਣਨਾ ਹੈ। ਹਾਂਜੀ ਹਾਂਜੀ, ਨਹੀਂ ਮੈਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਈ ਬਾਕੀ ਸਾਰੇ ਨਾਲ, ਪਰ ਜਿਹੜੇ ਮੂਲ ਮੰਤਰ 'ਚ ਪਾਰਟੀਕੂਲਰ ਗੁਣ ਦਿੱਤੇ ਗਏ ਆ ਉਹ ਸਾਰੇ ਦੇ ਉਹ ਸਿਰਫ ਅਕਾਲ ਪੁਰਖ ਦੇ ਆ, ਹੋਰ ਉਹ ਆ ਹੀ ਨਹੀਂ ਸਕਦੇ। ਜਿਵੇਂ ਲਾ ਲਓ ਅਜੂਨੀ ਆ ਹਨਾ, ਹੁਣ ਆਪਾਂ ਨਾਸ਼ਵਾਨ ਆ, ਆਪਾਂ ਸਾਰਿਆਂ ਨੇ ਨਾਸ਼ ਹੋਣਾ, ਠੀਕ ਹੈ, ਤਾਂ ਆਪਾਂ ਅਜੂਨੀ ਹੋ ਹੀ ਨਹੀਂ ਸਕਦੇ। ਸੋ ਇਹ ਗੁਣ ਮਨੁੱਖ ਕਦੀ ਆਪਣੇ ਆਪ 'ਚ ਪੈਦਾ ਕਰ ਹੀ ਨਹੀਂ ਸਕਦਾ, ਠੀਕ ਹੈ। ਸਾਨੂੰ ਇਹ ਗੁਣ ਅਕਾਲ ਪੁਰਖ ਦਾ ਐਜ਼ ਇਟ ਇਜ਼, ਮਤਲਬ ਜਦੋਂ ਸਾਡੇ 'ਚ ਸ਼ੰਕਾ ਪੈਦਾ ਹੁੰਦੀ ਨਾ ਵੀ ਉਹਦਾ ਸਰੂਪ ਕਿੱਦਾਂ ਦਾ ਵਾ, ਉਹ ਕਿੱਦਾਂ ਦਾ ਵਾ, ਅਸੀਂ ਉਹਦੇ ਬਾਰੇ ਸੋਚਦੇ ਹਾਂ, ਠੀਕ ਹੈ, ਤਾਂ ਅਸੀਂ ਉਹਨੂੰ ਇਸ ਸੈਂਸ 'ਚ ਸੋਚਣਾ ਵਾ। ਬਿਲਕੁਲ ਬਿਲਕੁਲ ਜੀ, ਏਦਾਂ ਹੀ ਆ ਉਹ। ਬਿਲਕੁਲ ਜੀ। ਆਪਾਂ ਹੋਰ ਸਵਾਲਾਂ ਤੇ ਆਈਏ ਜੀ। ਸਵਾਲ ਜਿਹਦੇ ਹੋਣ। ਇਹਦਾ ਸਵਾਲ ਹੈ ਜੀ ਅਪਰਮਜੋਤ ਸਿੰਘ ਜੀ। ਸਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਮੇਰਾ ਸਵਾਲ ਸੀਗਾ, ਹੁਣੇ ਇੱਕ ਚੈਟ ਬਾਕਸ ਦੇ ਵਿੱਚ ਮੈਂ ਪੜ੍ਹਦਾ ਪਿਆ ਸੀ ਜੀ, ਉਹ ਤੋਂ ਮੇਰੇ ਦਿਮਾਗ 'ਚ ਸਵਾਲ ਹੈ, ਨਿਰਭਉ ਦਾ ਮਤਲਬ ਕਿ ਸਾਨੂੰ ਮੌਤ ਦਾ ਵੀ ਭੈ ਨਹੀਂ ਹੋਣਾ ਚਾਹੀਦਾ ਜਾਂ ਮੌਤ ਦਾ ਭੈ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ, ਮੌਤ ਦਾ ਹੀ ਤਾਂ ਡਰ ਹੈ। ਬਿਲਕੁਲ ਜੀ, ਮੌਤ ਦਾ ਹੀ ਤਾਂ ਡਰ ਹੈ, ਇਸੇ ਕਰਕੇ ਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਲੈਨੇ ਆਪਣੀ ਜ਼ਿੰਦਗੀ 'ਚ। ਤੇ ਫਿਰ ਇੱਕ ਵੀਰ ਨੇ ਇੱਥੇ ਲਿਖਿਆ ਸੀ, ਭੈਣ ਜੀ ਨੇ ਲਿਖਿਆ ਸੀ ਕਿ ਨਿਰਭਉ ਹੋ ਕੇ ਮਤਲਬ ਮੌਤ ਦਾ ਡਰ ਹੋ ਕੇ ਸਾਨੂੰ ਰੱਬ ਨੂੰ ਸਿਮਰਨਾ ਚਾਹੀਦਾ ਹੈ। ਨਹੀਂ, ਡਰ 'ਚ ਨਹੀਂ ਸਿਮਰਨਾ, ਰੱਬ ਨੂੰ ਸਿਮਰਨ ਵਾਸਤੇ ਡਰ ਕਿਉਂ ਚਾਹੀਦਾ ਆ? ਪਿਆਰ ਚਾਹੀਦਾ ਹੈ ਉਹਦੇ ਨਾਲ। ਅੱਛਾ, ਇੱਕ ਹੋਰ ਗੱਲ ਹੈ ਜੀ ਕਿ ਆਪਾਂ ਨਾ, ਇੱਕ ਮੈਨੂੰ ਅੱਜ ਥੋੜੀ ਜਿਹੀ ਰੈਫਰੈਂਸ ਯਾਦ ਆ ਰਹੀ ਹੈ ਕਿ ਮੈਂ ਨਾ ਏਦਾਂ ਹੀ ਬੈਠਾ ਵਿਚਾਰਾਂ ਦੇ ਵਿੱਚ ਬੈਠਾ ਹੋਇਆ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਬਿਨਾਂ ਕਲਾਸ ਦੇ ਵਿੱਚ ਜਦ ਆਪਾਂ ਰੈਫਰੈਂਸਿਸ ਨੂੰ ਬਹੁਤਾ ਦੇਖਣ ਲੱਗ ਜਾਂਦੇ ਆ, ਮੰਨ ਲਓ ਅਸੀਂ ਸਾਹਮਣੇ ਕਿਤਾਬ ਖੋਲੀ ਹੋਈ ਹੈ ਕੋਈ ਤੇ ਉਧਰ ਟੀਚਰ ਬੋਲ ਰਿਹਾ ਤੇ ਅਸੀਂ ਨਾ ਕਈ ਵਾਰੀ ਬਹੁਤ ਹੀ ਵਾਰੀ ਕਿਤਾਬ ਵੱਲ ਵੇਖ ਟੀਚਰ ਵੱਲ ਵੇਖ ਲੱਗੇ ਰਹਿੰਦੇ ਆ ਵੀ ਹੁਣ ਮੰਨੀਏ ਕਿਹਦੀ ਤੇ ਕਿਹਦੀ ਨਾ ਮੰਨੀਏ। ਇਹਨੂੰ ਬੜੇ ਧਿਆਨ ਨਾਲ ਆਪਾਂ ਜੀ ਕਲਾਸ ਨੂੰ ਜੇ ਆਪਾਂ ਚਲਾਉਣਾ ਲੰਮਾ ਸਮਾਂ, ਤਾਂ ਜਿਵੇਂ ਹੁਣ ਗੱਲ ਆਈ ਸੀ, ਆਪਾਂ ਨਾ ਜੀ ਚੈਟ ਬਾਕਸ ਦੇ ਵਿੱਚ ਵਾਲੇ ਜਵਾਬਾਂ ਨੂੰ ਦੇਖੇ ਬਿਨਾਂ ਬਿਲਕੁਲ ਆਪਾਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ, ਆਪਾਂ ਹੋਰ 4 ਕਿਤਾਬਾਂ ਸਾਹਮਣੇ ਖੋਲ ਕੇ ਆਪਾਂ ਜਜਮੈਂਟਸ ਨਹੀਂ ਦੇਣੀਆਂ ਜੀ। ਇੱਕ ਹੋਰ ਬੜੀ ਸਾਡੀ ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਵਾਰੀ ਇਹ ਚੀਜ਼ ਆ ਜਾਂਦੀ ਹੈ, ਜਿਵੇਂ ਅਸੀਂ ਵੱਡੇ ਹੁੰਦੇ ਆ ਏਜ ਦੇ ਵਿੱਚ, ਕਿਉਂਕਿ ਅਸੀਂ ਸੁਣ ਬਹੁਤ ਕੁਝ ਲਿਆ ਹੁੰਦਾ। ਹੁਣ ਤਾਂ YouTube ਤੇ ਵੈਸੇ ਬੜਾ ਗਿਆਨ ਅਵੇਲੇਬਲ ਹੈ, ਤਾਂ ਸਾਨੂੰ ਲੱਗਦਾ ਹੁੰਦਾ ਕਿ ਮੈਨੂੰ ਕਿਤੇ ਜ਼ਿਆਦਾ ਪਤਾ, ਹੋ ਸਕਦਾ ਜ਼ਿਆਦਾ ਪਤਾ ਵੀ ਹੋਏ, ਹੋ ਸਕਦਾ ਸਾਨੂੰ ਸਾਰਿਆਂ ਨੂੰ ਇੱਕ ਤੋਂ ਇੱਕ ਵੱਧ ਪਤਾ ਹੋਏ, ਕੋਈ ਸ਼ੱਕ ਨਹੀਂ ਹੈ ਜੀ। ਪਰ ਆਪਾਂ ਆਪਣੇ ਸੁਝਾਅ ਜਿਹੜੇ ਦੇਣੇ ਆ ਨਾ ਜੀ, ਜਿਹੜੇ ਆਪਾਂ ਆਪਣੀ ਨੌਲੇਜ ਦੇਣੀ ਹੈ, ਉਹ ਆਪਾਂ ਜਾਂ ਤਾਂ ਲਿਖਤੀ ਰੂਪ ਦੇ ਵਿੱਚ ਪਹੁੰਚਾ ਦਈਏ WhatsApp ਦੇ ਰਾਹੀਂ, ਠੀਕ ਹੈ ਜੀ, ਜਿਹੜੇ ਸੁਝਾਅ ਅੱਗੋਂ ਲਏ ਜਾ ਸਕਣ। ਪਰ ਆਪਾਂ ਕਲਾਸ ਦੇ ਵਿੱਚ, ਜਿਵੇਂ ਕਲਾਸ ਦੇ ਵਿੱਚ ਜਦ ਆਪਾਂ ਸਕੂਲ 'ਚ ਵਾਪਸ ਜਾਈਏ ਨਾ, ਕਿ ਜਦ ਆਪਾਂ ਬੁੱਕ ਵੀ ਸਾਹਮਣੇ ਖੋਲੀ ਹੁੰਦੀ ਸੀ ਨਾ, ਤੇ ਸਾਹਮਣੇ ਜੋ ਟੀਚਰ ਪੜ੍ਹਾ ਰਿਹਾ ਹੁੰਦਾ ਸੀ ਉਹਨੂੰ ਆਪਾਂ ਰੈਫਰੈਂਸ ਲੈ ਕੇ ਬੁੱਕ ਵੱਲ ਦੇਖਦੇ ਸੀ, ਨਾ ਕਿ ਬੁੱਕ ਦੀ ਰੈਫਰੈਂਸ ਲੈ ਕੇ ਟੀਚਰ ਵੱਲ। ਆਪਾਂ ਏਦਾਂ ਕਰਾਂਗੇ ਨਾ, ਜਦ ਆਪਾਂ ਵਾਰੀ ਬਹੁਤੀਆਂ ਚੀਜ਼ਾਂ ਦੇ ਵਿੱਚ ਉਲਝ ਜਾਵਾਂਗੇ ਜਿਹਦੇ 'ਚ ਅਸੀਂ ਉਲਝਣਾ ਨਹੀਂ ਚਾਹੁੰਦੇ, ਅਸੀਂ ਸਿੱਖਣਾ ਚਾਹੁੰਦੇ ਹਾਂ, ਠੀਕ ਹੈ ਜੀ। ਸੋ ਚੈਟ ਬਾਕਸ ਦੇ ਵਿੱਚ ਜੋ ਵੀ ਆ ਰਿਹਾ ਉਹ ਕਿਸੇ ਦੇ ਪਰਸਨਲ ਓਪੀਨੀਅਨ ਹੋ ਸਕਦੇ ਆ, ਠੀਕ ਹੈ ਜੀ। ਸੋ ਇਹਨੂੰ ਆਪਾਂ ਇਸ ਸਟਰਕਚਰ ਦੇ ਵਿੱਚ ਲੈ ਕੇ ਚੱਲੀਏ ਜੀ। ਹੋਰ ਸਵਾਲ ਜੀ, ਹੋਰ ਕਿਸੇ ਦਾ ਕੋਈ ਇੱਕ ਅੱਧਾ ਸਵਾਲ ਹੋਏ ਜੀ? ਹਾਂਜੀ ਵੀਰ ਜੀ। ਜੀ ਹਾਂਜੀ ਜੀ, ਮੇਰਾ ਸਵਾਲ ਹੈ, ਜਿਵੇਂ ਨਿਰਭਉ ਤੁਸੀਂ ਹੈ ਨਾ, ਮਤਲਬ ਆਪਾਂ ਸਾਰੇ ਡਿਸਕਸ ਕੀਤਾ ਨਿਰਭਉ ਹੈ ਨਾ, ਪਰਮਾਤਮਾ ਨਿਰਭਉ ਆ ਤੇ ਇਨਸਾਨ ਵੀ, ਉਹਨੂੰ ਵੀ ਨਿਰਭਉ ਹੋਣਾ ਚਾਹੀਦਾ। ਤੇ ਇੱਕ ਪੰਛੀ ਆਂਦੀ, ਜਿਵੇਂ ਪੈ ਬਿਨ ਭਗਤ ਨਾ ਹੋ ਗਈ, ਨਾਮ ਨਾ ਲੱਗੋ ਪਿਆਰ, ਤੇ ਉਹ ਕਿਹੜਾ ਪੈ ਹੈਗਾ ਹੈ ਜਿਹੜਾ ਮਤਲਬ ਸਾਨੂੰ ਹੋਣਾ ਚਾਹੀਦਾ ਹੈ? ਵਿਜੇ, ਬਾਣੀ ਦੇ ਵਿੱਚ ਨਾ ਵੇਖੋ, ਪ੍ਰਕਰਨ ਵਾਈਜ਼ ਬਹੁਤ ਸਾਰੀਆਂ ਚੀਜ਼ਾਂ, ਨਿਰਭਉ ਜਪੈ ਸਗਲ ਭਉ ਮਿਟੇ, ਇਹ ਵੀ ਬਾਣੀ 'ਚ ਪੰਕਤੀ ਹੈ। ਭੈ ਬਿਨ ਭਗਤ ਨਾ ਹੋਵੇ, ਇਹ ਵੀ ਬਾਣੀ 'ਚ ਪੰਕਤੀ ਹੈ।
ਪਰ ਸਾਨੂੰ ਇਹ ਵੇਖਣਾ ਪਊਗਾ ਕਿ ਜਿਹੜਾ ਸੰਦਰਭ ਉੱਥੇ ਚੱਲ ਰਿਹਾ ਆ, ਕਿਸੇ ਵੀ ਸ਼ਬਦ ਨੂੰ ਉਸ ਸੰਦਰਭ ਨਾਲੋਂ ਤੋੜ ਕੇ ਜਦੋਂ ਆਪਾਂ ਵੇਖਾਂਗੇ ਤੇ ਸਾਨੂੰ ਉਹਦੇ ਮੀਨਿੰਗ ਸਮਝ ਨਹੀਂ ਆਉਣਗੇ। ਬਾਣੀ ਦੇ ਵਿੱਚ ਇੱਕ ਭੈ ਦਾ ਅਰਥ ਅਦਬ ਵੀ ਹੈ, ਠੀਕ ਹੈ ਜੀ। ਤੇ ਬਾਣੀ 'ਚ ਭੈ ਦਾ, ਨਿਰਭਉ ਦਾ ਅਰਥ ਡਰ ਰਹਿਤ ਵੀ ਹੈ। ਸੋ ਜਿੱਥੇ ਕਿਤੇ ਇਸ ਤਰ੍ਹਾਂ ਦਾ ਪ੍ਰਕਰਨ ਹੈ, ਉਹ ਸਾਰੇ ਸ਼ਬਦ ਨੂੰ ਜਦੋਂ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਉੱਥੇ ਗੱਲ ਚੱਲ ਰਹੀ ਹੈ ਵੀ ਬਾਣੀ ਦਾ, ਗੁਰੂ ਦਾ, ਰੱਬ ਦਾ ਅਦਬ ਧਾਰਨ ਕਰਨਾ ਜ਼ਿੰਦਗੀ ਦੇ ਅੰਦਰ। ਅਦਬ ਤੇ ਡਰ ਵਿੱਚ ਫਰਕ ਹੁੰਦਾ ਬਹੁਤ ਵੱਡਾ। ਮਤਲਬ ਇਹ ਪਰਮਾਤਮਾ ਦਾ ਭੈ ਉਹ ਹੋਣਾ ਜ਼ਰੂਰੀ ਹੈ। ਬਿਲਕੁਲ 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 ਜੀ। ਉਹਦਾ ਸੀਸੀਟੀਵੀ ਐ ਸਮਝਣਾ ਚਾਹੀਦਾ ਵੀ ਉਹਦਾ ਸੀਸੀਟੀਵੀ ਮੇਰੇ ਸਿਰ ਤੇ ਲੱਗਾ ਹੋਇਆ ਹੈ। ਹਾਂਜੀ ਹਾਂਜੀ ਹਾਂ ਜੀ। ਤੇ ਸਵਾਲਾਂ ਦੇ ਤਾਂ ਹੱਥ ਜਿਹੜੇ ਖੜੇ ਆ, ਕਾਫੀ ਖੜੇ ਹੋਏ ਆ। ਆਪਾਂ ਕਲਾਸ ਸਮੇਂ ਦਾ ਥੋੜਾ ਧਿਆਨ ਰੱਖੀਏ ਆਪਾਂ। ਜੀ ਜੀ, ਸਕੂਲ ਦੇ ਡਿਸਪਲਿਨ ਵਾਂਗੂ ਵੀ ਆਪਾਂ 1 ਘੰਟੇ ਦੀ ਕਲਾਸ ਲੈ ਕੇ ਚੱਲਣੀ ਹੈ ਜੀ। ਤੇ ਜਿੰਨੇ ਵੀ ਹੋਰ ਸਵਾਲ ਹੈ ਉਹ ਮੈਂ ਤੁਹਾਨੂੰ ਫਿਰ ਕਹੂੰਗਾ ਕਿ ਆਪਣੇ ਕੋਲ ਹੁਣ ਟੈਕਨੀਕਲ ਡਿਜੀਟਲ ਵਰਲਡ ਬੜਾ ਵਧੀਆ ਆ ਗਿਆ ਜੀ, ਤੇ ਆਪਾਂ ਕੋਈ ਵੀ ਚੀਜ਼ ਜਿਵੇਂ ਇੰਨੀ ਸੋਹਣੀ ਵਿਚਾਰ 1 ਘੰਟੇ ਦੀ ਆਪਾਂ ਕਰ ਲਈ, ਐਵੇਂ ਸਵਾਲਾਂ ਨੂੰ ਵੀ ਆਪਾਂ ਜਿਹੜਾ ਨਾ WhatsApp ਦੇ ਰਾਹੀਂ ਲਿਖਤੀ ਰੂਪ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰੀਏ। ਤੇ ਕੋਸ਼ਿਸ਼ ਕਰੀਏ ਕਿ ਜਿਹੜੇ ਸਾਡੇ ਸਵਾਲ ਹੋਣ ਉਹ ਅੱਜ ਦੀ ਕੀਤੀ ਡਿਸਕਸ਼ਨ ਦੇ ਰਿਲੇਟਿਡ ਹੀ ਹੋਣ। ਕੋਈ ਵੀ ਜਿਹੜੇ ਸਾਡੇ ਸਵਾਲ ਹੁੰਦੇ ਆ, ਆਪਾਂ ਜਿਹੜੇ ਟੌਪਿਕ ਦੇ ਉੱਤੇ ਰਹਿ ਕੇ ਕਰਾਂਗੇ ਤਾਂ ਬਹੁਤ ਵਧੀਆ, ਉਹਦਾ ਜਿਹੜਾ ਸਾਨੂੰ ਸਾਰਿਆਂ ਨੂੰ ਫਾਇਦਾ ਵੀ ਮਿਲੇਗਾ ਤੇ ਕਲਾਸ ਦਾ ਵੀ ਸਟਰਕਚਰ ਬਹੁਤ ਵਧੀਆ ਬਣਿਆ ਰਹੇਗਾ। ਸੋ ਆਪਾਂ ਅਗਲੇ ਵੀਰਵਾਰ ਜੀ ਫਿਰ ਏਦਾਂ ਹੀ ਮਿਲਣਾ 8 ਵਜੇ। ਤੇ ਇਹਨਾਂ ਸਵਾਲਾਂ ਨੂੰ ਤੁਸੀਂ ਨੋਟ ਡਾਊਨ ਵੀ ਕਰੋ, WhatsApp ਤੇ ਵੀ ਭੇਜੋ, ਤੇ ਨਾਲ ਦੀ ਨਾਲ ਆਪਾਂ ਹੁਣ ਕਲਾਸ ਤੋਂ ਬਾਅਦ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਸਪੀਕ ਹੈ ਜੀ, ਉਹਨੂੰ ਰੈਫਰੈਂਸ ਲੈ ਕੇ ਆਪਾਂ ਕਲਾਸ ਤੋਂ ਬਾਅਦ ਉਹਦੀ ਪੜ੍ਹਾਈ ਜਿਹੜੀ ਹੈ ਕਰ ਸਕਦੇ ਹਾਂ, ਕਲਾਸ ਦੇ ਨਾਲ ਨਾਲ ਨਹੀਂ। ਫਿਰ ਉਹੀ ਗੱਲ, ਜਦ ਆਪਾਂ ਸਾਹਮਣੇ ਲੈ ਕੇ ਕਰਾਂਗੇ ਦੋ ਚੀਜ਼ਾਂ ਤਾਂ ਉਹ ਫਿਰ ਆਪਾਂ ਫਿਰ ਜਾਂ ਤਾਂ ਸਟੀਕ ਹੀ ਪੜ੍ਹ ਪਾਵਾਂਗੇ। ਤਾਂ ਐਸੇ ਲਈ ਆਪਾਂ ਕਲਾਸ ਤੋਂ ਬਾਅਦ ਉਹਨੂੰ ਰੈਫਰੈਂਸ ਪੁਆਇੰਟ ਬਣਾ ਕੇ ਉੱਥੋਂ ਰਿਵਾਈਜ਼ ਕਰਨਾ, ਰਿਵੀਜ਼ਨ ਬੁੱਕ ਵਾਂਗੂ ਉਹਨੂੰ ਲੈ ਕੇ ਚੱਲਣਾ ਤੇ ਉੱਥੋਂ ਆਪਾਂ ਉਹਨੂੰ ਰਿਵਾਈਜ਼ ਕਰਨਾ ਜੀ। ਸੋ ਆਪਾਂ ਅਗਲੇ ਹਫਤੇ ਐਸੇ ਵੇਲੇ ਮਿਲਾਂਗੇ ਜੀ। ਤੇ ਮੈਂ ਕਲਾਸ ਦੇ ਪਹਿਲੇ ਦਿਨ ਮੈਂ ਸਭ ਤੋਂ ਵੱਡਾ ਤੁਹਾਨੂੰ ਥੈਂਕਸ ਕਰਨਾ ਚਾਹੁੰਦਾ ਸੀ ਸਾਰਿਆਂ ਦਾ ਜਿਹੜੇ ਜੁੜੇ ਹੋ। ਮੈਂ ਹੈਰਾਨ ਸੀ ਸੋਚ ਕੇ ਕਿ ਇੰਨਾ ਅਸੀਂ ਸਿੱਖਣਾ ਚਾਹੁੰਦੇ ਹਾਂ ਤੇ ਅਸੀਂ ਕਈ ਵਾਰੀ ਸਾਰੇ ਹੀ ਉਡੀਕ ਕਰ ਰਹੇ ਹੁੰਦੇ ਕਿ ਕੋਈ ਨਾ ਕੋਈ ਏਦਾਂ ਦਾ ਪਲੇਟਫਾਰਮ ਬਣੇ। ਸੋ ਗੁਰੂ ਪਾਤਸ਼ਾਹ ਨੇ ਉਹ ਪਲੇਟਫਾਰਮ ਸਾਨੂੰ ਬਣਾ ਕੇ ਦਿੱਤਾ ਹੈ, ਇਹਨੂੰ ਸਾਂਭਣਾ ਵੀ ਸਾਡੇ ਸਾਰਿਆਂ ਦਾ ਫਰਜ਼ ਹੈ, ਇਹਨੂੰ ਸਾਂਭ ਕੇ ਚੱਲਣਾ ਸਾਡੇ ਸਾਰਿਆਂ ਦਾ ਬਹੁਤ ਵੱਡਾ ਫਰਜ਼ ਹੈ। ਭੈਣ ਤ੍ਰਿਸ਼ ਵੀਰੇ ਤੁਹਾਡੀ ਆਵਾਜ਼ ਮੈਨੂੰ ਲੱਗਦਾ ਵੀਰੇ ਦੀ ਕਨੈਕਟੀਵਿਟੀ ਪ੍ਰੋਬਲਮ ਆ ਗਈ ਹੈ ਉੱਥੇ ਸਿੰਘੂ ਬਾਰਡਰ 'ਚ। ਤੇ ਮੈਂ ਬਸ ਇਹੀ ਕਹਿਣਾ ਸੀ, ਜਿਨ੍ਹਾਂ ਦੇ ਕੋਈ ਸਵਾਲ ਹੋਣਗੇ ਉਹ ਮੈਨੂੰ ਪਰਸਨਲੀ WhatsApp ਕਰ ਸਕਦੇ ਨੇ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਸਕਣ ਜੀ। ਸੋ ਆਈ ਥਿੰਕ ਮੇਰਾ ਉਧਰੋਂ ਡਿਸਕਨੈਕਟ ਹੋ ਗਿਆ ਸੀ ਜੀ। ਸੋ ਧੰਨਵਾਦ ਬਹੁਤ ਬਹੁਤ ਤ੍ਰਿਸ਼ਮਿਤ ਕੌਰ ਜੀ ਦਾ ਵੀ ਤੇ ਸਾਰੀ ਟੀਮ ਦਾ ਵੀ ਤੇ ਵੀਰ ਜੀ ਦਾ ਵੀ। ਆਪਾਂ ਅਗਲੇ ਹਫਤੇ ਫਿਰ ਐਵੇਂ ਹੀ 8 ਵਜੇ ਮਿਲਾਂਗੇ ਜੀ। ਅਗਲੇ ਹਫਤੇ ਤੋਂ ਮੈਨੂੰ ਪਲੀਜ਼ ਸਾਰਿਆਂ ਨੇ ਇੱਕ ਵਾਰੀ ਫੀਡਬੈਕ ਦੇਣਾ ਕਿ ਆਪਾਂ ਕਲਾਸ ਘੰਟੇ ਤੋਂ ਸਵਾ ਘੰਟੇ ਦੇ ਵਿੱਚ ਹੀ ਰੱਖਣੀ ਚਾਹੀਦੀ ਹੈ ਸਾਨੂੰ। ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਹੋਣੀ ਵੀ ਨਹੀਂ ਚਾਹੀਦੀ। ਤੇ ਫੀਡਬੈਕ ਸਾਰੇ ਨਾਲ ਦੀ ਨਾਲ ਜ਼ਰੂਰ ਦਿਆ ਕਰੋ ਜੀ ਕਿ ਆਪਾਂ ਇਹਦੇ 'ਚ ਹੋਰ ਕੀ ਠੀਕ ਕਰ ਸਕਦੇ ਹਾਂ। WhatsApp ਰਾਹੀਂ ਤੁਸੀਂ ਤ੍ਰਿਸ਼ਮਿਤ ਕੌਰ ਨੂੰ ਆਪਣੇ ਫੀਡਬੈਕ ਜਿਹੜੇ ਆ ਉਹ ਭੇਜ ਸਕਦੇ ਹੋ। ਠੀਕ ਹੈ ਜੀ। ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।